ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਆਪਣੀ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਦੇਸੀ ਤਰੀਕੇ ਦੇ ਨਾਲ ਆਪਣੇ ਇਲਾਜ ਕਿਵੇਂ ਕਰਨੇ ਆ, ਜੜੀ ਬੂਟੀਆਂ ਆ ਉਹ ਕਿਵੇਂ ਕਿਵੇਂ ਵਰਤਣੀਆਂ, ਕਿਉਂਕਿ ਜੜੀ ਬੂਟੀਆਂ ਵਰਤ ਕੇ ਵੀ ਸਾਡੇ ਜਿਹੜੇ ਰਿਸ਼ੀ ਮੁਨੀ ਆ ਜਾਂ ਸਾਡੇ ਬਜ਼ੁਰਗ ਆ ਉਹ ਆਪਣਾ ਇਲਾਜ ਆਪ ਹੀ ਕਰ ਲੈਂਦੇ ਹੁੰਦੇ ਸੀਗੇ। ਅਤੇ ਡਾਕਟਰੀ ਕਾਫੀ ਟਾਈਮ ਤੋਂ ਬਾਅਦ 'ਚ ਆਈ ਆ, ਡਾਕਟਰੀ ਵੀ ਆਪਾਂ ਨੂੰ ਕਰਾਉਣੀ ਪੈਂਦੀ ਆ, ਚੈੱਕ ਕਰਾਉਣਾ ਪੈਂਦਾ ਕਿ ਸਾਨੂੰ ਹੋਇਆ ਕੀ ਆ। ਚੈੱਕ ਜ਼ਰੂਰ ਕਰਾ ਲਿਆ ਕਰੋ, ਕਿਉਂਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਕਿ ਜਿਹੜਾ ਤੁਹਾਨੂੰ ਦੱਸੇ ਤੁਹਾਨੂੰ ਬਿਮਾਰੀ ਆ ਬਿਮਾਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਆ, ਇਲਾਜ ਤੁਸੀਂ ਪੁੱਛ ਸਕਦੇ ਆ, ਕੋਈ ਉਸਦਾ ਇਲਾਜ ਦੱਸ ਦਿੰਦਾ ਹੈ ਕਿ ਤੁਸੀਂ ਆਪਣਾ ਇਲਾਜ ਕਿਵੇਂ ਕਰਨਾ ਹੈ। 408 ਸਟੂਡੀਓ ਫੋਨ ਨੰਬਰ ਆ। ਇਸ ਪ੍ਰੋਗਰਾਮ ਨੂੰ ਤੁਸੀਂ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਨਾਲ ਜੁੜਦੇ ਹੋ ਤਾਂ ਇਹੀ ਪ੍ਰੋਗਰਾਮ ਰਿਪੀਟ ਹੁੰਦਾ ਐਤਵਾਰ ਰਾਤ ਨੂੰ 9 ਵਜੇ ਤੋਂ ਲੈ ਕੇ 10:30 ਵਜੇ ਤੱਕ, ਅਤੇ ਉਸ ਨੂੰ ਵੀ ਤੁਸੀਂ ਸੁਣ ਸਕਦੇ ਆ। YouTube ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ, ਉਸ ਦੇ ਉੱਤੇ ਹੀ ਪਾ ਦਿੰਦੇ ਆ ਅਤੇ ਉੱਥੇ ਵੀ ਤੁਸੀਂ ਜੇ ਤੁਹਾਨੂੰ ਨਹੀਂ ਲਿਖਿਆ ਜਾਂਦਾ ਤਾਂ ਹੌਲੀ ਕਰਕੇ ਸੁਣ ਸਕਦੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਚੱਲਦੇ ਆ ਕਾਲਸ ਵੱਲ। ਮਹੇਸ਼ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਮੈਂ ਇੱਕ ਤਾਂ ਦੇਣਾ ਆਪਣਾ ਐਕਸਪੀਰੀਅੰਸ ਵੀ ਫੀਡਬੈਕ ਦੇਣੀ। ਹਾਂਜੀ ਹਾਂ, ਫੀਡਬੈਕ ਤੇ 2 ਕੁਐਸਚਨ। ਫੀਡਬੈਕ ਤਾਂ ਹੈਗਾ ਜੀ, ਮੇਰੀ ਵਾਈਫ ਨੇ ਨਾ ਉਹ ਤੇਲ ਬਣਾਇਆ ਸੀ ਲਸਣ, ਹਲਦੀ, ਮੇਥੀ ਤੇ ਮਗਾਂ ਪਾ ਕੇ, ਤੇ ਉਹ ਹਫਤੇ 'ਚ ਹੀ ਉਹਦੇ ਛਾਂ ਹੁੰਦੀ ਸੀ ਕੰਨ ਚੋਂ, ਉਹ ਠੀਕ ਹੋ ਗਈ। ਠੀਕ ਹੈ, ਥੈਂਕ ਯੂ। ਤੁਸੀਂ ਫੀਡਬੈਕ ਵੀ ਦਿੱਤੀ ਆ। ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਆ ਰਹੀ ਆ ਹੁਣ, ਤੇ ਹੁਣ ਉਹ ਫੀਲ ਕਰਦੀ ਵੀ ਕੰਨ 'ਚ ਜਿਵੇਂ ਮੈਲ ਹੈ। ਕਿਸੇ ਨੇ ਦੱਸਿਆ ਸੀ ਵੀ ਕੁਛ ਪਾ ਕੇ ਤੇ ਵੀ ਮੈਲ ਉੱਪਰ ਆ ਜਾਂਦੀ ਹੈ। ਹਾਂਜੀ ਦੱਸਿਆ ਤੁਸੀਂ। ਠੀਕ ਹੈ, ਹਾਂ, ਵੀ ਕੀ ਕੁਛ ਪਾ ਕੇ ਵੀ ਮੈਲ ਉੱਪਰ ਆ ਜਾਏ। ਠੀਕ ਹੈ ਠੀਕ ਹੈ। ਮੈਂ ਦੂਜਾ ਕੁਐਸਚਨ ਹੈਗਾ ਵੀ ਮੇਰੀ ਵਾਈਫ ਦੇ ਨਾ ਪੈਰ ਦੇ ਥੱਲੇ ਪਾਸੇ ਉਹ ਖੁਰਦਰਾ ਹੋਇਆ ਹੈ ਤੇ ਖਾਰਿਸ਼ ਵੀ ਹੁੰਦੀ। ਇੱਕ ਉਹਦੇ ਨਹੁੰ ਹੈ ਜਿਹੜਾ ਉਸੇ ਪੈਰ ਦੇ, ਉਹ ਹੈਗਾ ਕੀ ਕਹਿੰਦੇ, ਉਹ ਵਿੱਚ ਵੜ ਗਿਆ ਹੈ, ਵਿੱਚ ਵੜ ਗਿਆ ਨਾ? ਨਹੀਂ, ਉਹ ਉਹਦੇ ਤੇ ਉਹ ਜਿੰਦੇ ਲਾਉਂਦੇ ਕਿ ਨਹੀਂ। ਹਾਂਜੀ, ਫੰਗਸ ਹੈ। ਠੀਕ ਹੈ ਹਾਂ ਠੀਕ ਹੈ, ਕੋਈ ਨਾ। ਉਹ ਐਥਲੈਟਿਕ ਫੁੱਟ ਵਾਲੀ ਉਹਨੇ ਦਵਾਈ ਤਾਂ ਲਈ ਹੈ ਤੇ ਉਹ ਜਿੰਨਾ ਚਿਰ ਲਾਉਂਦੇ ਰਹੋ ਤੇ ਉਹ ਠੀਕ ਰਹਿੰਦਾ ਹੈ, ਉਹ ਫਿਰ ਵੀ ਪ੍ਰੋਬਲਮ ਹੋ ਜਾਂਦੀ। ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕੋਈ ਐਥਲੈਟਿਕ ਫੁੱਟ ਵਾਲੀ ਜਿਹੜੀ ਦਵਾਈ। ਸੁੰਦਰ ਮਹੇਸ਼ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ, ਆਪਣੇ ਇਹਨਾਂ ਨੇ ਉਹ ਪੈਰਾਂ ਬਾਰੇ ਵੀ ਪੁੱਛਿਆ, ਜ਼ਰੂਰ ਦੱਸਦਾ ਜੀ। ਦਵਿੰਦਰ, ਹੈਲੋ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਇੱਕ ਤਾਂ ਮੇਰਾ ਹੈਗਾ ਕੁਐਸਚਨ ਭਈ ਕਾਲੇ ਮੋਤੀ ਬਾਰੇ ਕੋਈ ਦੱਸੋ। ਤੇ ਇੱਕ ਅੱਖ 'ਚ ਪਾਣੀ ਬਹੁਤ ਆਈ ਜਾਂਦਾ ਆ ਜੀ। ਹੈਲੋ, ਹਾਂਜੀ, ਤੇ ਅੱਖ 'ਚ ਪਾਣੀ ਬਹੁਤ ਆਈ ਜਾਂਦਾ ਹੈ ਤੇ ਜਿੱਦਾਂ ਡਬਲ ਦਿਸਦਾ ਆ। ਤੇ ਤੀਸਰਾ ਮੇਰਾ ਵੀ ਪੈਰਾਂ 'ਚ ਸਾੜ ਬਹੁਤ ਲੱਗਾ ਹੈ, ਠੀਕ ਨਹੀਂ ਹੋ ਰਿਹਾ। ਸਾਰਾ ਕੁਛ ਕਰਕੇ ਦੇਖ ਲਿਆ ਆ, ਤੇ ਉਹ ਕੋਈ ਦੱਸੋ। ਹਾਂਜੀ, ਥੈਂਕ ਯੂ। ਓਕੇ ਜੀ। ਸਿੰਧੂ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ, ਇੰਡੀਆ ਮੇਰੀ ਭੈਣ ਆ ਤੇ ਉਹਨਾਂ ਦੇ ਸੈੱਲ ਵਾਈਟ ਤੇ ਰੈੱਡ ਦੋਨੋਂ ਸੈੱਲ ਘਟਦੇ ਆ। ਜਿਹੜੀਆਂ ਤੁਸੀਂ ਰੇਡੀਓ ਤੇ ਦੱਸੀਆਂ ਸੀ ਕਿ ਕੀਵੀ ਖਾਓ, ਬੱਕਰੀ ਦਾ ਦੁੱਧ ਪੀਓ ਤੇ ਗਲੋ ਦੱਸੀ ਸੀ, ਉਹ ਤਿੰਨੇ ਚੀਜ਼ਾਂ ਉਹ ਵੀ ਟਰਾਈ ਕਰਦੇ ਆ ਤੇ ਨਾਲ ਉਹਨਾਂ ਨੂੰ ਐਲੋਪੈਥੀ ਦਵਾਈ ਖਾਣੀ ਪੈਂਦੀ ਆ ਤਾਂ ਸੈੱਲ ਵੱਧ ਜਾਂਦੇ ਆ। ਪਰ ਬਣ ਕੇ ਉਹਨਾਂ ਦੇ ਕੋਈ ਅੰਦਰ ਜਿਹੜਾ ਆਪਣੇ ਪਾਰਟ ਹੁੰਦਾ, ਕੋਈ ਤਿੱਲੀ ਪਾਰਟ ਕਹਿੰਦੇ, ਉਹਦੇ ਅੰਦਰ ਸਾਰੇ ਸਟੋਰ ਹੁੰਦੇ ਰਹਿੰਦੇ ਆ ਤੇ ਡਾਕਟਰ ਕਹਿੰਦੇ ਆ ਕਿ ਤੇਰੇ ਇਹ ਰਿਮੂਵ ਕਰਨਾ ਪੈਣਾ ਸਰਜਰੀ ਕਰਕੇ। ਪਰ ਉਹ ਕਹਿੰਦੇ ਵੀ ਜੇ ਕੱਢ ਦਿੰਦੇ ਆ ਤਿੱਲੀ ਸਰਜਰੀ ਕਰਕੇ ਤਾਂ ਤੈਨੂੰ ਲੌਂਗ ਟਾਈਮ ਬਹੁਤ ਸਾਰੀਆਂ ਪ੍ਰੋਬਲਮ ਆਉਣਗੀਆਂ ਲਾਈਫ 'ਚ ਤੇ ਦਵਾਈ ਰੈਗੂਲਰ ਲਗਾਤਾਰ ਲਾਈਫ ਟਾਈਮ ਖਾਣੀ ਪਊਗੀ। ਤੇ ਪਲੀਜ਼ ਕੋਈ ਦੱਸ ਸਕਦਾ ਵੀ, ਵੈਸੇ ਸਾਨੂੰ ਤਾਂ ਪਤਾ ਵੀ ਨਹੀਂ ਕਿ ਤਿੱਲੀ ਕੀ ਪਾਰਟ ਹੁੰਦਾ, ਪਹਿਲੀ ਵਾਰੀ ਸੁਣ। ਠੀਕ ਹੈ, ਹਾਂਜੀ, ਵੀ ਪਲੀਜ਼ ਕੋਈ ਦੱਸ ਦਿਓ। ਥੈਂਕ ਯੂ। ਜ਼ਰੂਰ। ਹਾਂਜੀ, ਕਈਆਂ ਦਾ ਐਕਸਪੀਰੀਅੰਸ ਹੁੰਦਾ, ਕਈਆਂ ਦੇ ਕਿਸੇ ਰਿਸ਼ਤੇਦਾਰ ਨਾਲ ਹੋ, ਕਿਸੇ ਨਾਲ ਹੋਈ, ਜ਼ਰੂਰ ਦੱਸਦਾ। ਵੈਸੇ ਇਲਾਜ ਤਾਂ ਤੁਸੀਂ ਉਹ ਕਰ ਹੀ ਰਹੇ ਆ ਜਿਹਨਾਂ ਦੇ ਨਾਲ ਸੈੱਲ ਬੈਲੈਂਸ ਕੀਤਾ ਜਾਵੇ। ਹਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਮੇਰੇ ਫਾਦਰ ਨੇ 75 ਈਅਰਸ ਓਲਡ ਤੇ ਸਾਲ ਕੁ ਪਹਿਲੋਂ ਉਹਨਾਂ ਨੂੰ ਪ੍ਰੋਬਲਮ ਆਈ ਹੈ। ਉਹਨਾਂ ਦੇ ਪੈਰ ਗੋਡੇ ਤੱਕ ਬੜੇ ਠਰਦੇ ਨੇ। ਉਹ 3-3 4-4 ਜਰਾਬਾਂ ਵੀ ਪਾ ਲੈਣ ਤੇ ਉਹ ਠਰੇ ਹੀ ਰਹਿੰਦੇ ਆ। ਪਰ ਉਹ ਗਰਮੀਆਂ 'ਚ ਵੀ 3-3 4-4 ਜਰਾਬਾਂ ਪਾ ਕੇ ਰੱਖਦੇ, ਫਿਰ ਵੀ ਠਰੇ ਰਹਿੰਦੇ ਆ ਪੈਰਾਂ ਤੋਂ ਲੈ ਕੇ। ਇਹ ਜੇ ਇਸ ਚੀਜ਼ ਦਾ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਤੇ ਮੈਂ ਸੁਣ। ਠੀਕ ਹੈ ਜੀ, ਥੈਂਕ ਯੂ ਭੈਣ ਜੀ, ਥੈਂਕ ਯੂ। ਦੇਖੋ, ਬੋਡੀ ਸਾਡੀ ਦੇਖਣ ਨੂੰ ਇੱਕੋ ਜਿਹੀ ਲੱਗਦੀ ਆ, ਪਰ ਉਹਦੇ ਵਿੱਚ ਇਹ ਹੁੰਦਾ ਕਿਸੇ ਦੇ ਠੰਡੇ ਰਹਿੰਦੇ ਆ ਤੇ ਗਰਮ। ਕੁਲਵਿੰਦਰ ਕੌਰ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੇਰੀ ਜਠਾਣੀ ਆ, ਉਹਨਾਂ ਦੀ ਉਮਰ ਹੈਗੀ ਆ 50 ਸਾਲ ਦੀ ਤੇ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ। ਇੱਕ ਵਹਿਮ ਬਹੁਤ ਕਰਦੇ ਨੇ ਉਹ, ਤੇ ਉਹਨਾਂ ਦਾ ਵਜਨ ਵੀ ਬਹੁਤ ਜ਼ਿਆਦਾ ਘੱਟ ਗਿਆ
ਤੇ ਉਹਨਾਂ ਨੇ ਚੈੱਕਅਪ ਨਹੀਂ ਸੀ ਪਹਿਲਾਂ ਕਰਾਇਆ, ਪਤਾ ਨਹੀਂ ਕਦੋਂ ਦੀ ਹੋਣੀ ਹੈ ਸ਼ੂਗਰ। ਤੇ ਪਹਿਲਾਂ ਤਾਂ ਧਰਨ ਦੀਆਂ ਤੇ ਆਹ ਦੂਜੀਆਂ ਗੈਸ ਤੇਜ਼ਾਬ ਦੀਆਂ ਦਵਾਈਆਂ ਖਾਈ ਜਾਂਦੇ ਸੀਗੇ। ਤੇ ਹੁਣ ਉਹਨਾਂ ਦਾ ਵਜ਼ਨ ਵੀ ਬਹੁਤ ਜ਼ਿਆਦਾ ਘੱਟ ਗਿਆ ਤੇ ਉਹਨਾਂ ਨੂੰ ਕਮਜ਼ੋਰੀ ਵੀ ਬਹੁਤ ਆਈ ਹੋਈ ਆ। ਤੇ ਕਹਿੰਦੇ ਨੇ ਭੁੱਖ ਵੀ ਨਹੀਂ ਲੱਗਦੀ ਹੈਗੀ, ਪਤਾ ਨਹੀਂ ਲੱਗਦਾ ਹੈਗਾ ਉਹਨਾਂ ਨੂੰ। ਤੇ ਡਿਪਰੈਸ਼ਨ ਜਿਹੇ ਵਾਂਗੂ ਵੀ ਲੱਗਦਾ ਵਾ ਉਹਨਾਂ ਨੂੰ। ਲੱਗਦਾ ਨਹੀਂ ਹੋ ਗਿਆ। ਹਾਂਜੀ, ਤੇ ਵੀ ਰੋਟੀ ਵੀ ਖਾਂਦੇ ਨੇ ਥੋੜ੍ਹੀ ਮੋਟੀ, ਕਹਿ ਦਿੰਦੇ ਨੇ ਪਤਾ ਨਹੀਂ ਲੱਗਦਾ, ਮੈਨੂੰ ਭੁੱਖ ਨਹੀਂ ਲੱਗਦੀ। ਕਿੱਥੇ ਰਹਿੰਦੇ? ਵੀ ਉਹ ਕੀ ਕਰਨ, ਇੱਥੇ ਹੀ ਰਹਿੰਦੇ ਨੇ ਜੀ। ਬਹੁਤ ਖਿਆਲ ਰੱਖੋ ਜੀ, ਉਹਨਾਂ ਦਾ ਡਿਪਰੈਸ਼ਨ ਹੋ ਗਿਆ ਉਹਨਾਂ ਨੂੰ। ਹਾਂਜੀ, ਤੇ ਵੀ ਉਹ ਸ਼ੂਗਰ ਤੋਂ ਕੀ ਲੈਣ। ਠੀਕ ਹੈ, ਸ਼ੂਗਰ ਦੇ ਵੀ ਇਲਾਜ ਪੁੱਛ। ਹਾਂਜੀ, ਜਿਹੜੇ ਪੁੱਛਦੇ ਸੀਗੇ ਵੀ ਆਹ ਫੰਗਸ, ਇਹ ਤਾਂ ਵਿਨੇਗਰ ਦੱਸਿਆ ਹੋਇਆ, ਉਹਦੇ ਵਿੱਚ ਪੈਰ ਡੁਬੋ ਲੈਣ। ਹਾਂਜੀ, ਥੋੜਾ ਪਾਣੀ ਪਾ ਕੇ ਤੇ ਉਹਦੇ ਵਿੱਚ ਪੈਰ ਡੁਬੋ ਹਾਂਜੀ। ਲੈਣ, ਦੋਨੇ ਇਹਨਾਂ ਦੀਆਂ ਪੈਰਾਂ ਦੀਆਂ ਪ੍ਰੋਬਲਮਾਂ ਠੀਕ ਹੋ ਜਾਣੀਆਂ। ਹਾਂਜੀ, ਜਿਹੜੇ ਕਹਿੰਦੇ ਸੀ ਵੀ ਕੰਨ ਦੇ ਵਿੱਚ ਵੀ ਮੈਲ ਵੀ ਹੈਗੀ ਆ, ਉਹਦੇ ਵਿੱਚ ਹਾਈਡਰੋਜਨ ਦੀਆਂ ਬੂੰਦਾਂ ਪਾ ਲੈਣ ਕੁਛ, ਉਹ ਫਿਰ ਥੱਲੇ ਨੂੰ ਕਰ ਲੈਣ ਟੇਢਾ ਕੰਨ, ਫਿਰ ਨਿਕਲ ਜੂ ਉਹਦੇ ਵਿੱਚੋਂ ਆਪੇ ਉਗਲ ਕੇ। ਜੀ ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਸ਼ੂਗਰ ਦਾ ਇਲਾਜ ਦੱਸਦਾ ਹੈ ਜੀ, ਕੋਈ ਵੀ ਇਹਨਾਂ ਨੇ ਪੁੱਛਿਆ ਹੋਇਆ। ਸੁਰਿੰਦਰ ਕੌਰ ਜੀ। ਸੁਰਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਨਿੱਕਾ ਜਿਹਾ ਕੁਐਸਚਨ, ਜੇ ਕੋਈ ਭੈਣ ਭਰਾ ਦੱਸ ਦੇ ਵੀ ਜੀਰੇ ਦੀ ਤਸੀਰ ਕੀ ਹੁੰਦੀ, ਠੰਡਾ ਜਾਂ ਗਰਮ? ਠੀਕ ਹੈ, ਹਾਂਜੀ, ਥੈਂਕ ਯੂ। ਠੀਕ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਮੈਮ, ਮੈਂ ਪੁੱਛਣਾ ਸੀ, ਜਿਹੜੀ ਅਰਜੁਨ ਦੀ ਖਿੱਲ ਤੇ ਅਰਜੁਨ ਦੀ ਛਾਲ ਸੇਮ ਇੱਕੋ ਹੀ ਚੀਜ਼ ਆ? ਅਰਜਨ ਦੀ ਖਿੱਲ ਕਿੱਥੇ ਦੇਖੀ ਤੁਸੀਂ? ਪਤਾ ਨਹੀਂ, ਮੈਨੂੰ ਕਿਸੇ ਨੇ ਪੁੱਛਿਆ ਸੀ। ਖਿੱਲ ਨਹੀਂ, ਅਰਜਨ ਛਾਲ ਹੁੰਦੀ। ਛਾਲ ਕਹਿੰਦੇ ਆ, ਜਿਹੜੀ ਛਿੱਲ ਹੁੰਦੀ ਉਹਨੂੰ ਛਾਲ ਕਹੀ ਜਾਂਦੇ ਆ। ਠੀਕ ਹੈ ਜੀ। ਤੇ ਮੈਮ ਇਹਦੀ ਤਹਿਸੀਲ ਗਰਮ ਹੁੰਦੀ ਆ ਕਿ ਠੰਡੀ? ਸੋ ਪਲੀਜ਼ ਇਹ ਦੱਸਿਓ ਜ਼ਰੂਰ। ਜ਼ਰੂਰ ਜੀ, ਜ਼ਰੂਰ ਸੁਣਦੇ ਰਹੋ। ਵੈਸੇ ਹੁਣ ਤਾਂ ਮੌਸਮ ਨਾ ਠੰਡਾ ਨਾ ਗਰਮ, ਕੈਲੀਫੋਰਨੀਆ 'ਚ ਯੂਜ਼ ਕਰਨਾ ਤੁਸੀਂ। ਗਰਮੇਸ਼ ਕੌਰ ਜੀ। ਹਾਂਜੀ ਬਲਵਿੰਦਰ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਜੀ। ਅਕਾਲ। ਹਾਂਜੀ, ਮੈਂ ਨਾ ਦੱਸਣਾ ਸੀ ਕਿ ਮੈਂ 20 ਕੁ ਦਿਨ ਹੋਏ ਆ ਤੇ ਮੈਂ ਨਹਾ ਕੇ ਨਿਕਲੀ ਤੇ ਪਿਛਲੇ ਪਾਸੇ ਨੂੰ ਇਹਦਾ ਪੈਰ ਤਿਲ ਕੇ ਮੈਂ ਡਿੱਗ ਪਈ ਸੀਗੀ। ਹਾਂਜੀ। ਤੇ ਮੇਰੀ ਬੈਕ ਤੇ ਜਦੋਂ ਸੱਟ ਲੱਗੀ ਤੇ ਉਦਾਂ ਤਾਂ ਹੀ ਮੈਨੂੰ ਡਾਕਟਰ ਦੇ ਉਦੋਂ ਹੀ ਲੈ ਗਏ ਸੀਗੇ। ਉਹਨੇ ਆਹ ਵੱਡੀ ਮਸ਼ੀਨ ਜਿਹੜੀ ਹੁੰਦੀ ਉਹਦੇ ਵਿੱਚ ਪਾਇਆ ਸੀਗਾ, ਜਿੱਦਾਂ ਕਿੰਨਾ ਚਿਰ ਉਹ ਕਹਿੰਦੇ ਸੀ 25 ਮਿੰਟ ਪਾ ਕੇ ਰੱਖਣਾ। ਸਕੈਨ ਕੀਤਾ ਤੁਹਾਡਾ? ਹਾਂਜੀ, ਸਕੈਨ ਮੇਰੀ ਹਾਂਜੀ ਕੀਤੀ ਸੀ। ਤੇ ਹੁਣ ਇਹ ਕਹਿੰਦੇ ਵਿੱਚ ਆਇਆ ਨਹੀਂ ਕੁਛ ਵੀ। ਤੇ ਉਦਾਂ ਨਾ ਮੈਂ ਇੱਕ ਦਿਨ ਤੇਲ ਸਰੋਂ ਦੇ ਵਿੱਚ ਸੁੰਡ, ਮੇਥੇ, ਜਵੈਣ, ਕਲੌਂਜੀ, ਲੌਂਗ ਤੇ ਦਾਲਚੀਨੀ ਨਾ ਚੰਗੀ ਰਿੰਨ ਲਈ ਸੀ, ਐਨ ਕਾਲਾ ਤੇਲ ਕਰ ਲਿਆ। ਮੈਂ ਨਾ ਉਹੀ ਮਲਦੀ ਰਹੀ ਹਾਂ ਤੇ ਮੇਰੇ ਦਰਦ ਹਟ ਗਏ ਤੇ ਮੈਂ ਠੀਕ ਹੋ ਗਈ ਹਾਂ। ਠੀਕ ਹੈ ਜੀ। ਹਾਂਜੀ, ਅੱਗੇ ਮੈਂ ਤੁਰ ਨਹੀਂ ਸੀ ਸਕਦੀ, ਹੁਣ ਮੈਂ ਨਾ ਘੰਟਾ ਅੱਜ ਤੁਰ ਕੇ ਆਈ ਹਾਂ ਸਵੇਰੇ। ਠੀਕ। ਹਾਂਜੀ, ਉਹੀ ਦੱਸਣਾ ਸੀ। ਸਤਿ ਸ਼੍ਰੀ ਅਕਾਲ ਜੀ। ਕੁਲਵੰਤ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੇਰਾ ਇਹ ਕੁਐਸਚਨ ਆ, ਮੈਂ ਪੁੱਛਿਆ ਸੀ ਤੁਹਾਨੂੰ ਜੰਡ ਦੀਆਂ ਫਲੀਆਂ ਬਾਰੇ, ਤੇ ਉਹ ਸਾਨੂੰ ਮਿਲ ਗਈਆਂ ਆ। ਠੀਕ ਆ। ਹਾਂਜੀ, ਹਰੀਆਂ ਵੀ ਮਿਲ ਗਈਆਂ, ਸੁੱਕੀਆਂ ਵੀ ਮਿਲ ਗਈਆਂ, ਤੇ ਇਹ ਸਾਨੂੰ ਦੱਸਣਾ ਹੈ ਵੀ ਕਿਸ ਤਰ੍ਹਾਂ ਵਰਤਣੀਆਂ ਹੈ। ਠੀਕ ਹੈ। ਹਾਂਜੀ, ਤੇ ਬਾਕੀ ਦੋਨੋਂ ਤਰ੍ਹਾਂ ਦੀਆਂ ਮਿਲ ਗਈਆਂ। ਠੀਕ ਠੀਕ। ਹਾਂਜੀ, ਹੋਰ ਦੂਸਰਾ ਕੁਐਸਚਨ ਮੇਰਾ ਇਹ ਹੈ ਭੈਣ ਜੀ, ਮੇਰੇ 3 ਮਹੀਨੇ ਤੋਂ ਅੰਦਰ ਨਾ ਐਸਿਡ ਬਹੁਤ ਬਣਦਾ ਆ। ਠੀਕ ਆ। ਥੱਲਿਓਂ ਮੇਰਾ ਪੇਟ ਬਿਲਕੁਲ ਠੀਕ ਆ ਤੇ ਉੱਪਰੋਂ ਧੂਆਂ ਬਣ ਨਿਕਲੀ ਜਾਂਦਾ, ਤੇ ਰੋਟੀ ਦਾਲ ਸਬਜ਼ੀ ਰੋਟੀ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ। ਜੇ ਮੈਂ ਸ਼ੱਕਰ ਤਾਂ ਮੱਖਣੀ ਨਾ ਖਾਵਾਂ, ਰੋਟੀ ਤੇ ਇੱਕ ਖਾ ਸਕਾਂ। ਠੀਕ ਹੈ। ਤੇ ਮੇਰੀ ਇੰਨੀ ਮੰਦੀ ਹਾਲਤ, 26 ਪਾਉਂਡ ਮੇਰਾ ਭਾਰ ਘਟ ਗਿਆ 4 ਮਹੀਨਿਆਂ 'ਚ। ਐਸਿਡ ਨਾਲ ਹੀ ਘਟਿਆ। ਇੱਕ ਮੇਰੇ ਭੈਣ ਜੀ, ਮੈਨੂੰ ਉਹ ਨਾ ਸ਼ੂਗਰ ਬਹੁਤ ਰਹਿੰਦੀ ਸੀ, 400 500, ਤੇ ਉਹ ਡਾਕਟਰਾਂ ਨੇ ਇੱਕ ਟੀਕੇ ਬਦਲੇ, ਪਤਾ ਨਹੀਂ ਉਹਨਾਂ ਕਰਕੇ ਹੋਇਆ, ਰੱਬ ਜਾਣੇ ਕੀ। ਠੀਕ ਹੈ। ਹਾਂਜੀ, ਤੇ ਹੋਰ ਮੇਰਾ ਉਦਾਂ ਸਾਰਾ ਸਰੀਰ ਤਾਂ ਠੀਕ ਹੀ ਆ, ਲੱਤਾਂ ਬਾਹਾਂ ਵੀ ਨਹੀਂ ਦੁਖਦੀਆਂ, ਪਰ ਮੇਰੇ ਇੰਨਾ ਮਤਲਬ ਉਹ ਬਣਦਾ ਤੇਜ਼ਾਬ ਬਈ ਕੋਈ ਗੱਲ ਕਰਨ ਦੀ ਨਹੀਂ। ਠੀਕ ਹੈ ਜੀ। ਜੇ ਕਿਸੇ ਭੈਣ ਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸੋ। ਥੈਂਕ ਯੂ ਜੀ, ਥੈਂਕ ਯੂ ਕੁਲਵੰਤ ਕੌਰ ਜੀ। ਪਿਛਲੇ 3 ਮਹੀਨੇ ਤੋਂ ਤੁਸੀਂ ਕਹਿੰਦੇ ਆ, ਮੇਰੇ ਖਿਆਲ ਵਿੱਚ ਦਿਨ ਐਸਾ ਨਹੀਂ ਹੋਣਾ ਵੀ ਜਦੋਂ ਤੁਹਾਡੀ ਐਸਿਡ ਬਾਰੇ ਕਿਸੇ ਵੀਕ ਨਾ ਦੱਸਿਆ ਹੋਵੇ। ਬਹੁਤ ਵਾਰੀ ਦੱਸਿਆ ਐਸਿਡ ਕੀ ਲੈਣਾ ਆ। ਚਲੋ ਅੱਜ ਫਿਰ ਕੋਸ਼ਿਸ਼ ਕਰਾਂਗੇ ਕਿਸੇ ਦਾ ਜਾਵੇ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹੱਡੀਆਂ 'ਚ ਦਰਦ ਹੋਈ। ਠੀਕ ਆ, ਠੀਕ ਆ, ਠੀਕ ਹੈ। ਜ਼ਰੂਰ ਦੱਸਿਓ ਜੀ, ਇਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਹੋਊਗੀ। ਨਰਿੰਦਰ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਨਾ ਇੱਕ ਕੁਐਸਚਨ ਪੁੱਛਣਾ ਸੀ ਕਿ ਮੇਰੇ ਬੱਚਿਆਂ ਦੀ ਨਾ ਨਸੀਰ ਜਿਹੜੀ ਆ ਉਹ ਫੁੱਟਣ ਲੱਗ ਪਈ ਆ, ਸ਼ਾਇਦ ਸਰਦੀ ਕਰਕੇ ਜਾਂ ਡਰਾਈਨੈਸ ਕਰਕੇ, ਤੇ ਜੇ ਇਸ ਚੀਜ਼ ਦਾ ਇਲਾਜ ਕੋਈ ਤੁਸੀਂ ਮੈਨੂੰ ਦੱਸ ਸਕਦੇ ਹੋ? ਠੀਕ ਹੈ। ਤੇ ਦੂਸਰਾ ਜਿਹੜਾ ਹੁਣ ਇਹ ਕਿਸੇ ਨੇ ਪੁੱਛਿਆ ਸੀ ਕਿ ਕੰਨ ਦੇ ਵਿੱਚੋਂ ਮੈਲ ਕੱਢਣੀ ਆ, ਕਿਸ ਤਰ੍ਹਾਂ ਕੱਢਣੀ ਆ? GNC ਸਟੋਰ ਜਿਹੜਾ ਹੈਗਾ ਆ, ਉੱਥੋਂ ਕੈਂਡਲ ਮਿਲਦੀਆਂ ਨੇ। ਹਾਂਜੀ, ਤੇ ਕੈਂਡਲ ਦੇ ਨਾਲ ਉਹ ਜਿਹੜੀ ਵੀ ਮੈਲ ਹੈਗੀ ਉਹ ਪੁੱਲ ਕਰ ਸਕਦੇ ਆ।
ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ ਸਿੰਘ ਗਿੱਲ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੇ ਭੈਣ ਜੀ ਮੈਂ ਲੈਟਰ ਤੋਂ ਬੋਲਦਾ। ਤਾਂ ਨਾ ਇਹ ਨਾ ਮੇਰੀ ਮਾਸੀ ਜੀ ਆ, ਉਹਨਾਂ ਦੇ ਨਾ ਸਰੀਰ ਜਿਹੜਾ ਏਦਾਂ ਨਾ ਵਾਈਬ੍ਰੇਸ਼ਨ ਲੱਗੀ ਹੁੰਦੀ, ਏਦਾਂ ਹਿਲਦਾ, ਏਦਾਂ ਪੂਰਾ ਸਰੀਰ ਇਹਦਾ ਵਿੱਜਦਾ ਅੱਜ ਦਾ। ਤਾਂ ਉਹ ਹਿਲਦਾ ਹੀ ਰਹਿੰਦਾ, ਉਹ ਵਿਚਾਰੀ ਨੂੰ ਹਿੱਲਣ ਵਾਲੀ ਪਤਾ ਨਹੀਂ ਕਿੰਨੇ ਚਿਰਾਂ ਤੋਂ ਏਦਾਂ ਹੋਇਆ ਪ੍ਰੋਬਲਮ। ਉਹਦੀ ਕੋਈ ਦਵਾਈ ਕਿਸੇ ਨੂੰ ਪਤਾ ਹੋਵੇ, ਕੋਈ ਦੇਸੀ ਨੁਕਤਾ, ਤਾਂ ਉਹ ਸਾਨੂੰ ਦੱਸਣ ਜ਼ਰੂਰਤ ਆ। ਫਿਰ ਸਰੀਰ ਬਹੁਤ ਵਿੱਜਦਾ, ਜਿੱਦਾਂ ਹਿਲਦਾ ਬਹੁਤ ਆ। ਠੀਕ ਹੈ, ਉਹ ਜ਼ਰੂਰ ਸਾਨੂੰ ਦੱਸਿਆ ਜੀ। ਜ਼ਰੂਰ ਸੁਣਦੇ ਰਹੋ। ਪਿਛਲੇ 2-3 ਮਹੀਨੇ ਪਹਿਲਾਂ ਵੀ ਦੱਸਿਆ ਗਿਆ ਸੀਗਾ, ਪਾਰਕਿੰਸ ਬਿਮਾਰੀ ਹੈਗੀ ਆ ਉਹਨਾਂ ਨੂੰ। ਸਤਨਾਮ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸਤਨਾਮ ਕੌਰ ਕਰ ਰਹੀ ਹਾਂ ਜੀ। ਮੈਂ ਅੱਗੇ ਵੀ 2 ਵਾਰੀ ਕੀਤੀ ਸੀ ਕਾਲ। ਮੇਰੀ ਫਰੈਂਡ ਆ, 45-50 ਸਾਲ ਦੀ ਏਜ ਹੋਣੀ ਉਹਨਾਂ ਦੀ। ਉਹਨਾਂ ਦੇ ਜਿੱਦਾਂ ਕੁੱਲੇ ਵਿੱਚੋਂ ਦਰਦ ਉੱਠ ਕੇ ਪੱਟ ਵੱਲ ਨੂੰ ਜਾਂਦੀ ਹੈ, ਗੋਡਿਆਂ ਦੇ ਉੱਪਰ ਰਹਿੰਦੀ ਹੈ। ਪਰ ਮੈਨੂੰ ਲੱਗਦਾ 2 ਹਫ਼ਤਿਆਂ ਤੋਂ ਜ਼ਿਆਦਾ ਹੋ ਗਿਆ ਹੁਣ। ਦਵਾਈ ਵੀ ਖਾਈ ਜਾਂਦੇ, ਡਾਕਟਰਾਂ ਦੀ ਲਈ ਹੋਈ, ਚੈੱਕ ਵੀ ਕਰਾਇਆ, ਕੋਈ ਕਿਡਨੀ ਸਟੋਨ ਨਹੀਂ, ਕੁਛ ਨਹੀਂ ਹੈਗਾ। ਪਰ ਉਹਨਾਂ ਦੀ ਪੇਨ ਨਹੀਂ ਹਟਦੀ ਹੈਗੀ, ਬਹੁਤ ਜ਼ਿਆਦਾ ਪੇਨ ਹੁੰਦੀ ਹੈ। ਐਂਟੀਬਾਇਓਟਿਕ ਵੀ ਖਾ ਰਹੇ ਤੇ ਦੂਜੀ ਪੇਨ ਕਿਲਰ ਵੀ ਖਾ ਰਹੇ। ਠੀਕ ਹੈ, ਤੇ ਚਲੋ ਠੀਕ ਹੈ ਜੀ, ਸ਼ੁਕਰੀਆ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਸਤਨਾਮ ਜੀ। ਸੁਰਿੰਦਰ ਸਿੰਘ, ਹੈਲੋ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਨਾ ਬਾਰੇ ਨਾ ਪਹਿਲਾਂ ਬਹੁਤ ਜ਼ਿਆਦਾ ਪੁੱਛਿਆ ਸੀਗਾ ਵੀ ਉਹਨਾਂ ਕੰਨ ਬਹੁਤ ਖਰਾਬ ਆ। ਮੈਂ ਉਹਨਾਂ ਨੂੰ ਇੱਕ ਹੋਰ ਇਲਾਜ ਦੱਸਣਾ ਕਿ ਇੱਕ ਤਾਂ ਜਿਹੜਾ ਤੁਸੀਂ ਕਹਿੰਦੇ ਪਰਾਕਸਾਈਡ ਇਕੱਲਾ ਹੀ ਨਹੀਂ ਪਾਉਣਾ ਚਾਹੀਦਾ, ਨਾਲ ਸਿਰਕਾ ਪਾ ਕੇ ਤਾਂ ਫਿਰ ਕੰਨ ਚ ਲਾਉਣਾ ਚਾਹੀਦਾ। ਦੂਜਾ, ਸਰੋਂ ਦੇ ਤੇਲ ਦੇ ਵਿੱਚ ਨਾ ਜਿਹੜਾ ਮੋਰਾਂ ਦਾ ਖੰਭ ਹੁੰਦਾ ਆ, ਉਹਦੇ ਵਿੱਚ ਸੁਨਹਿਰੀ ਟਿੱਕੀ ਹੁੰਦੀ ਵਿਚਕਾਰ ਉਹਦੇ, ਉਹਨੂੰ ਕੱਢ ਕੇ ਨਾ ਸਰੋਂ ਦੇ ਤੇਲ 'ਚ ਹਲਕੀ ਅੱਗ ਤੇ ਗਰਮ ਕਰਕੇ ਨਾ ਉਹਨੂੰ ਪਾਇਆ ਜਾਵੇ ਤਾਂ ਕੰਨ ਨੂੰ ਬਹੁਤ ਆਰਾਮ ਆਉਂਦਾ। ਠੀਕ ਆ। ਕਈ ਲੋਕ ਕਹਿੰਦੇ ਸੀ ਸਾਨੂੰ ਚੱਕਰ ਆਉਂਦੇ ਆ, ਸਾਡੇ ਇੱਕ ਪਿਛਲੀ ਵਾਰੀ ਭੈਣ ਜੀ ਸੀਗਾ, ਤੇ ਉਹ ਤਾਂ ਇੱਕ ਵਾਈਟ ਕੋ ਬਿਮਾਰੀ ਹੁੰਦੀ, ਜਿਹੜੇ ਸੁੱਤੇ ਉੱਠਦਿਆਂ ਨੂੰ ਚੱਕਰ ਆਉਂਦੇ ਆ, ਜਦ ਖੜੇ ਹੁੰਦੇ ਆ ਚੱਕਰ ਆਉਂਦੇ ਆ। ਉਹ ਇੱਕ ਤਾਂ ਪਾਣੀ ਗਰਮ ਕਰਕੇ ਬੋਲਦੇ ਨਾਲ ਕੰਨਾਂ ਦੇ ਪਿੱਛੇ ਰੱਖਿਆ। ਇਹ ਕਿਸੇ ਨੇ ਦੱਸਿਆ ਸੀ ਆਪਾਂ ਨੂੰ ਪਟਿਆਲੇ ਤੋਂ, ਬਹੁਤ 3-4 ਸਾਲ ਪਹਿਲਾਂ, ਤੇ ਮੈਂ ਉਹ ਕੀਤਾ ਤੇ ਉਹਨੂੰ ਤਾਂ ਕੱਚ ਦੀ ਬੋਤਲ ਕਿਹਾ ਸੀ, ਪਰ ਉਦੋਂ ਸ਼ਾਇਦ ਨਾ ਰਬੜ ਹੋ ਗਿਆ। ਮੈਂ ਤਾਂ ਰਬੜ ਦੀ ਪਾਣੀ ਵਾਲੀ ਰੱਖ ਲੈਂਦੀ ਹਾਂ। ਤੇ ਥੋੜੀ ਜਿਹੀ ਅੱਖਾਂ ਦੀ ਐਕਸਰਸਾਈਜ਼ ਕਰੋ ਜਦੋਂ ਨਹਾਉਂਦੇ ਆ ਨਾ, ਤੇ ਤੌਲੀਏ ਦੇ ਨਾਲ ਤੁਸੀਂ ਆਪਣੇ ਕੰਨਾਂ ਨੂੰ ਸ਼ੇਕ ਕਰੋ। ਤੁਸੀਂ ਰੂਟੀਨ ਬਣਾ ਲਓ। ਜਿਨ੍ਹਾਂ ਨੂੰ ਚੱਕਰ ਆਉਂਦੇ ਸੁੱਤੇ ਉੱਠਦੇ ਆ ਵੀ ਉਦਾਂ ਵੀ ਆਉਂਦੇ ਆ। ਮੈਨੂੰ 5 ਸਾਲ ਹੋ ਗਿਆ, ਮੈਂ ਕਦੀ ਨਾਗਾ ਨਹੀਂ ਪਾਇਆ, ਪਰ ਮੈਨੂੰ ਵਾਹਿਗੁਰੂ ਦੀ ਕਿਰਪਾ ਮੁੜ ਕੇ ਚੱਕਰ ਨਹੀਂ ਆਏ। ਠੀਕ ਹੈ ਜੀ। ਪਿਛਲੇ ਵੀ ਕਿਸੇ ਨੇ ਵੀ ਪੁੱਛਿਆ ਸੀਗਾ, ਭਾਈ ਸਾਹਿਬ ਨੇ ਵੀ, ਕਿ ਮੇਰੇ ਰੈਸ਼ ਹੋ ਜੂਗਾ ਹੇਠਾਂ, ਤੇ ਬੱਚਿਆਂ ਦੇ ਵੀ ਰੈਸ਼ ਹੋ ਜਾਂਦੀ ਆ। ਪਹਿਲਾਂ ਜਦੋਂ ਰੈਸ਼ ਹੁੰਦੀ ਨਾ ਡਾਈਪਰਾਂ ਦੀ, ਆਪਣਾ ਕੋਰਨ ਸਟਾਰਚ ਪਾਉਣਾ ਚਾਹੀਦਾ ਆ। ਤੇ ਜਿਹੜੇ ਵੱਡੇ ਭਾਈ ਸਾਹਿਬ ਜੀ ਨੇ ਸੀਗਾ, ਉਹ ਵੀ ਕੋਰਨ ਸਟਾਰਚ ਜਾਂ ਉਹ ਮਿੱਠਾ ਸੋਡਾ ਜਿਹੜਾ ਆਪਾਂ ਫਰਿੱਜਾਂ ਵਿੱਚ ਰੱਖਦੇ ਆ ਸੋਡਾ ਨਾ, ਉਹਦੇ ਨਾਲ ਧੋ ਕੇ ਤਾਂ ਥੋੜਾ ਕੋਰਨ ਸਟਾਰ ਲਾ ਕੇ ਦੇਖ। ਤੇ ਜੇ ਨਾ ਜ਼ਿਆਦਾ ਕਈ ਵਾਰੀ ਬੱਚਿਆਂ ਦੇ ਡਾਈਪਰ ਰੈਸ਼ ਹੋ ਜਾਂਦੀ ਆ, ਫਿਰ ਮੈਂ 3 ਚੀਜ਼ਾਂ ਦੱਸਦੀ ਆ, ਉਹਨਾਂ ਦੀ ਮਲਮ ਬਣਾ ਕੇ ਲਾਓ ਨਾ ਤਾਂ ਬਿਲਕੁਲ ਹਟ ਜਾਂਦੀ। ਇੱਕ ਹੈਗੀ DISCIN, ਦੂਜਾ ਹੈਗਾ ਮਟਲਾਂਟਾ, MYL, ਇਹ ਦਵਾਈ ਆ। ਤੀਜਾ ਹੈਗਾ ਕੋਰਨਸ। ਇਹਨਾਂ ਤਿੰਨਾਂ ਨੂੰ ਹੀ ਤੁਸੀਂ ਮਿਲਾ ਕੇ ਲਾਇਆ ਜਿੱਥੇ ਵੀ ਬੱਚਿਆਂ ਦੇ ਡਾਈਪਰ ਰੈਸ਼ ਹੋ ਜਾ। ਤੇ ਜਿਹੜੀ ਗੈਸ ਸਰੋਂ ਦੇ ਤੇਲ ਵਿੱਚ ਹਿੰਗ ਪਾ ਕੇ ਉਹ ਲਾ ਲਿਆ। ਹੁਣੇ ਭਾਈ ਸਾਹਿਬ ਨੇ ਪੁੱਛਿਆ ਕਿਸੇ ਦੇ ਪੈਰ ਠੰਡੇ ਹੁੰਦੇ ਆ, ਤੇ ਉਹ ਇਹ ਸਭ ਤੋਂ ਬੈਸਟ ਆ ਜੇ ਹੈਗਾ ਤਾਂ ਫੜਕ। ਮੈਨੂੰ 5-7 ਸਾਲ ਹੋ ਗਏ, ਮੈਂ ਲੋਕਾਂ ਦੀ ਸੇਵਾ ਬੜੀ ਕਰਦੀ ਆ, ਪਰ ਜਿਹਨੂੰ ਵੀ ਦਿੱਤੀ ਆ ਨਾ ਉਹਨਾਂ ਦੇ ਹੱਥ ਪੈਰ ਸੌਣੋ ਤੇ ਠੰਡੇ ਹੋਣੋਂ ਹਟ। ਸਾਰਿਆਂ ਨੂੰ ਫੜਕੜੀ ਬਣਾ ਕੇ ਖਾਣੀ ਚਾਹੀਦੀ ਆ ਪੀਸਣ ਵਾਲੀ। ਜੇ ਹੈਗੀ ਥੋੜੀ ਜਿਹੀ ਮਿਹਨਤ, ਆਪਣੇ ਪੁਰਸ਼ੋਤਮ ਸਿੰਘ ਜੀ ਵੀ ਸ਼ਾਇਦ ਤੁਹਾਡੇ USA ਤੇ ਵੀ ਇੰਟਰਨੈਟ ਤੇ ਪਾਈ ਹੋਵੇ, ਇੱਥੇ ਵੀ ਦੱਸਦੇ ਰਹਿੰਦੇ ਆ। ਜ਼ਰੂਰ ਤੁਹਾਨੂੰ ਸਾਰਿਆਂ ਨੂੰ ਫੜਕੜੀ ਬਣਾ ਕੇ। ਠੀਕ। ਤੇ 1-2 ਚੀਜ਼ਾਂ ਮੈਂ ਵੀ ਆ ਭਾਈ ਸਾਹਿਬ ਕੋਲੋਂ, ਕਿਉਂਕਿ ਉਹਨਾਂ ਨੇ 1-2 ਗੱਲਾਂ ਸਾਨੂੰ ਦੱਸੀਆਂ ਸੀਗੀਆਂ ਕਿ ਆਪਣੇ ਇੱਕ ਤਾਂ ਜਿਹੜਾ ਲਸਣ ਆ, ਕਈ ਕਹਿੰਦੇ ਸਵੇਰੇ ਖਾਓ। ਇੱਕ ਵਾਰੀ ਉਹਨਾਂ ਨੇ ਦੱਸਿਆ ਸੀ ਕਿ ਜ਼ਿਆਦਾ ਦੇਰ ਨਹੀਂ ਖਾਣਾ ਚਾਹੀਦਾ, ਗੋਡਿਆਂ ਤੇ ਅਸਰ ਕਰਦਾ। ਇੱਕ ਇਹ ਮੈਂ ਪੁੱਛਣਾ ਚਾਹੁੰਦੀ ਆ। ਦੂਸਰਾ, ਉਹਨਾਂ ਨੇ ਦੱਸਿਆ ਸੀ ਕਿ ਖੱਬੇ ਪਾਸੇ ਸੌਣਾ ਚਾਹੀਦਾ ਜਦੋਂ ਦਰਦ ਹੁੰਦੀ ਆ। ਤੁਹਾਡਾ ਸੱਜੇ ਪਾਸੇ ਦੀ ਨੱਕ ਜਿਹੜੀ ਆ ਉਹ ਬੰਦ ਹੁੰਦੀ ਆ। ਬਿਲਕੁਲ ਠੀਕ ਆ। ਮੈਂ ਕਈ ਵਾਰੀ ਦਰਦ ਹੋਈ ਵੀ ਆ, ਕਈਆਂ ਨੂੰ ਦੱਸਿਆ ਵੀ ਆ। ਜੋ ਤੁਸੀਂ ਹੱਥ ਥੱਲੇ ਕਰਕੇ, ਜੇ ਉਹ ਆਏ ਤਾਂ ਆਪਣੇ ਆਪ। ਠੀਕ ਹੈ। ਦੂਸਰਾ, ਉਹਨਾਂ ਨੇ ਪਿਛਲੇ ਇੱਕ ਵਰਜਨ ਟੇਬਲ ਤੇ ਚੜ੍ਹਨ ਲਈ ਚੀਜ਼ਾਂ ਦੇ ਬਦਾਮ, ਸੌਗੀ ਤੇ 2 ਕਾਲੀਆਂ ਮਿਰਚਾਂ, 2 ਇਲਾਇਚੀਆਂ। ਪਰ ਇਹ ਮੈਂ ਪੁੱਛਣਾ ਹੈ ਕਿ ਜਿਹੜਾ ਵਰਜਨ ਟੇਬਲ ਆ ਉਹ ਤੇ ਸਵੇਰੇ ਚੜ੍ਹਨਾ ਠੀਕ ਆ ਜਾਂ ਰਾਤ ਨੂੰ? ਤੇ ਪਿਛਲੇ ਹੀ ਹਫ਼ਤੇ ਪਰ ਉਹ ਕਾਲੀ ਬੋਲ ਗਏ। ਉਹਨਾਂ ਨੂੰ ਕਹਿਣਾ ਕਿ ਥੋੜਾ ਹੌਲੀ ਬੋਲ ਕੇ ਸਪੈਲਿੰਗ ਸਾਨੂੰ ਦੱਸਣ ਤਾਂ ਕਿੱਥੋਂ ਮਿਲਦੀ ਹੈ। Rotagred ਕਰਕੇ ਆਨਲਾਈਨ ਸਪੈਲਿੰਗ ਜਿਹਾ ਦੱਸਦੇ ਚੰਗੀ ਤਰ੍ਹਾਂ। ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਬਹੁਤ ਸੋਹਣਾ
ਦੱਸਦੇ ਆ ਤਾਂ ਆਰਾਮ ਵੀ ਆਉਂਦਾ ਆ। ਤੇ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਰਾਣੀ ਕਾਲੋ ਜੀ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਸਭ ਤੋਂ ਪਹਿਲਾਂ ਮੈਂ ਇਲਾਜ ਇਹ ਪੁੱਛਣਾ ਆ ਵੀ ਜੇ ਕਿਡਨੀ ਦੀ ਦਵਾਈ ਖਾਂਦਿਆਂ ਤੇ ਮੂੰਹ ਪੱਕ ਜਵੇ ਤੇ ਉਦੋਂ ਕੀ ਲੈਣਾ ਚਾਹੀਦਾ? ਵੈਸੇ ਉਹਨਾਂ ਨੇ 2 ਚੀਜ਼ਾਂ ਯੂਜ਼ ਕਰਦੇ ਆ, ਬੱਕਰੀ ਦੇ ਦੁੱਧ ਦੀ ਕੱਚੀ ਲੱਸੀ, ਉਹਦੇ ਨਾਲ ਫਰਕ ਪਿਆ ਜਿੱਦਾਂ 50% ਤੇ ਨਿੱਕੀਆਂ ਇਲਾਇਚੀਆਂ ਦੇ ਬੀ ਕੱਢ ਕੇ ਤੇ ਵਿੱਚ ਧਾਗੇ ਵਾਲੀ ਮਿਸ਼ਰੀ ਪਾ ਕੇ ਉਹ ਥੋੜੀ ਜਿਹੀ ਜੀਭ ਤੇ ਰੱਖਦੇ ਆ ਜਿੱਦਾਂ। ਹਾਂਜੀ, ਤੇ ਜੇ ਹੋਰ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ, ਕਿਉਂਕਿ ਉਹਨਾਂ ਤੋਂ ਕੁਝ ਖਾਧਾ ਨਹੀਂ ਜਾਂਦਾ ਮੂੰਹ ਕਰਕੇ ਨਾ, ਤੇ ਬੋਲ ਵੀ ਨਹੀਂ ਜ਼ਿਆਦਾ ਹੁੰਦਾ ਕਿਉਂਕਿ ਜੀਭ ਨਹੀਂ ਘੁੰਮਦੀ। ਤੇ ਮੈਂ ਦੱਸਣਾ ਸੀ ਕਿ ਐਸਿਡ ਜਿਹੜਾ ਕਹਿੰਦੇ ਆ ਨਾ, ਉਹ ਥੋੜਾ ਕੱਚਾ ਦੁੱਧ ਪੀਣਾ ਸ਼ੁਰੂ ਕਰਨ, ਇਹਦੇ ਨਾਲ ਵੀ ਕਾਫੀ ਫਰਕ ਪੈਂਦਾ ਆ। ਤੇ ਬਾਕੀ ਆਪਣੇ ਰੇਡੀਓ ਤੇ ਤਾਂ ਦੱਸਦੇ ਰਹਿੰਦੇ ਆ ਕੁਛ ਨਾ ਕੁਛ, ਤਾਂ ਫਿਰ ਆਪੇ ਹੀ ਸੁਣ ਲੈਣਗੇ। ਤੇ ਜਿਹੜਾ ਡਿਪਰੈਸ਼ਨ ਉਹ ਕਹਿੰਦੇ ਸੀਗੇ, ਉਹ ਅੱਗੇ ਵੀ ਆਪਾਂ ਦੱਸਿਆ ਸੀ, ਮੇਰਾ ਖਿਆਲ ਪਿਛਲੇ ਮੰਗਲਵਾਰ ਹੀ ਦੱਸਿਆ ਸੀ ਕਿ ਜਿਹੜਾ ਹੈਗਾ ਆ ਅਸ਼ਵਗੰਧਾ, ਉਹ ਚਮਚੇ ਦਾ ਚੌਥਾ ਹਿੱਸਾ ਲੈਣਾ ਸ਼ੁਰੂ ਕਰਨ, ਸਮੂਦੀ ਦੇ ਵਿੱਚ ਪਾ ਕੇ ਲੈ ਸਕਦੇ ਆ। ਉਹਦੇ ਨਾਲ ਹੌਲੀ ਹੌਲੀ ਅੱਧੇ ਚਮਚੇ ਤੱਕ ਵੀ ਕਰ ਸਕਦੇ ਆ, ਤੇ ਉਹ ਬਹੁਤ ਵਧੀਆ ਚੀਜ਼ ਆ। ਤੇ ਜਿਹੜੀ ਅਰਜਨ ਦੀ ਛਾਲ ਹੁੰਦੀ ਆ ਉਹ ਗਰਮ ਹੁੰਦੀ ਆ, ਤਾਂ ਕਰਕੇ ਲੋਕੀ ਸਰਦੀਆਂ ਦੇ ਵਿੱਚ ਜ਼ਿਆਦਾ ਪਸੰਦ ਕਰਦੇ ਆ। ਜਿੱਦਾਂ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਉਹ ਖਾ ਸਕਦੇ ਆ, 3 ਮਹੀਨੇ ਹਾਂਜੀ ਲੈ ਸਕਦੇ ਆ ਜਿੱਦਾਂ। ਤੇ ਬਾਕੀ ਨਕਸੀਰ ਜਿਨ੍ਹਾਂ ਦੀ ਫੁੱਟਦੀ ਆ, ਉਹ ਫਟਕੜੀ ਦੀ ਖਿੱਲ ਕਰਕੇ ਤਾਂ ਉਹਦੀ ਨਸਵਾਰ ਲੈਣ, ਉਹਦੇ ਨਾਲ ਬਹੁਤ ਛੇਤੀ ਫਰਕ ਪੈਂਦਾ ਆ। ਤੇ ਬਾਕੀ ਸੁੰਡ ਭੇ ਕੇ ਉਹਦਾ ਪਾਣੀ ਵੀ ਪੀ ਸਕਦੇ ਆ, ਉਹਦੇ ਨਾਲ ਵੀ ਫਰਕ ਪੈ ਜਾਂਦਾ ਕਿਉਂ। ਪਰ ਇਹ ਬਹੁਤ ਵਧੀਆ ਚੀਜ਼ ਆ ਫਟਕੜੀ ਦੀ ਖਿੱਲ ਦੇ ਨਸਵਾਰ ਲੈਣ ਤਾਂ। ਠੀਕ ਹੈ, ਹਾਂਜੀ ਬਸ ਮੈਂ ਇਹੀ ਸੀ ਮੇਰਾ, ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਦੱਸਣ ਜਿੱਦਾਂ ਹਨਾ। ਜ਼ਰੂਰ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦੀਪ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਣੀ ਸੁਣ ਰਹੀ ਹੈ, ਤੁਹਾਨੂੰ ਕੱਲ ਸ਼ਰਦ ਚੀਨੀ ਮਿਲ ਜਾਏਗੀ ਤੁਹਾਡੇ ਤੇ ਦੁਕਾਨ ਤੋਂ, ਤੇ ਉਹਦੇ ਚ ਮਿਸ਼ਰੀ ਪਾ ਕੇ ਪੀਸ ਕੇ ਨਾ ਦੁੱਧ ਚ ਘੋਲ ਲੈਣ, ਜਾਂ ਮੂੰਹ ਚ ਪਾ ਕੇ ਥੋੜੇ ਦੁੱਧ ਠੰਡੇ ਚ ਘੋਲ ਕੇ ਬਰਫ਼ ਵਾਲਾ ਆਪਣੇ ਫਰਿੱਜ ਵਾਲੇ ਦੁੱਧ ਨਾਲ, ਉਹ ਤਾਂ ਰਾਈਟ ਵੇ ਆਰਾਮ ਆ ਜਾਏਗਾ, ਬੜੀ ਛੇਤੀ ਆਏਗਾ। ਆਪਣੀ ਸ਼ਰਦ ਚੀਨੀ ਤੇ ਮਿਸ਼ਰੀ, ਇੱਕ ਚਮਚਾ ਦੁੱਧ ਥੋੜੇ ਜਿਹੇ ਘੋਲ ਕੇ ਨਾ ਮੂੰਹ ਚ ਰੱਖ ਕੇ ਫਿਰ ਅੱਗੋਂ ਦੂਜਾ ਠੰਡਾ ਦੁੱਧ ਥੋੜਾ ਪੀ ਲੈਣ। ਇੱਕ ਜੀਰਾ ਬੇਟਾ ਠੰਡਾ ਹੁੰਦਾ, ਕੁੜੀ ਪੁੱਛਦੀ ਪਈ ਸੀ। ਹਾਂਜੀ, ਤੇ ਜਿਹੜੇ ਹੱਥ ਹਿੱਲਣ ਵਾਲੇ ਤਾਂ ਆਪਾਂ YouTube 'ਚ ਪਿਆ ਹੋਣਾ, ਮੈਂ ਪਿਛਲੇ ਮੰਗਲਵਾਰ ਹੀ ਪੂਰਾ ਨੁਕਸਾ ਦੱਸਿਆ ਸੀ। ਹਾਂਜੀ ਸੁਣ ਲੈਣ, ਕਈ ਵਾਰੀ ਬੰਦਾ ਉਸ ਵੇਲੇ ਸੁਣਦਾ ਜਿਸ ਵੇਲੇ ਕੋਈ ਪੁੱਛਦਾ ਆ, ਪਰ ਤੁਸੀਂ ਪਿਛਲੀਆਂ YouTube ਖੋਲ ਲਿਆ ਕਰੋ, ਨਹੀਂ ਤਾਂ ਫਿਰ ਬਾਕੀ ਹੋਰ ਇਲਾਜ ਪੁੱਛਣ ਵਾਲੇ ਰਹਿ ਜਾਂਦੇ। ਪਿਛਲੇ ਜਿਹੜੇ ਅਗਲੇ ਲਿਖੇ ਰਹੇ, ਹੁਣ ਦੱਸਾਂ ਕਿਵੇਂ ਕਰਾਂ? ਪਿਛਲੇ ਵੀਕ ਦਾ ਹੀ ਆ, ਉਹ ਤਾਂ ਸੁਣ ਲੈਣਗੇ। ਆਹੋ ਸੁਣ ਲੈਣਗੇ ਤੇ ਫਿਰ, ਨਹੀਂ ਤਾਂ ਫਿਰ ਅਗਲੇ ਵੀਕ ਦੱਸ ਦੇਣਗੇ, ਜੇ ਨਹੀਂ ਸੁਣਨਗੇ ਤੇ ਮੈਂ ਦੱਸਿਆ ਸੀ। ਠੀਕ ਹੈ। ਤੇ ਇੱਕ ਉਹ ਭੈਣ ਜੀ ਜਿਹੜੇ ਪੁੱਛਦੇ ਪਏ ਸੀ ਨਾ, ਫਲੀਆਂ ਬਹੁਤ ਵਾਰੀ ਦੱਸੀਆਂ ਨਾ, ਉਹਨਾਂ ਨੂੰ ਪਾਣੀ ਪਾ ਕੇ ਪੀਸ ਕੇ ਨਾ ਪੇਸਟ ਜੀ ਬਣਾ ਕੇ ਰਾਤੀ ਲੇਪ ਕਰ ਲੈਣ ਸੌਣ ਲੱਗਿਆ। ਸਾਰੇ ਫੇਸ ਤੇ ਹੀ ਕਰਨਾ ਪਏਗਾ, ਭਾਵੇਂ ਥੋੜੀ ਜਗ੍ਹਾ ਤੇ ਆਉਂਦੇ, ਕਿ ਉਹ ਫਿਰ ਉਹਦੇ ਨਾਲ ਜਿਹੜੀ ਸਕਿਨ ਹੈ ਨਾ, ਜਦੋਂ ਵਾਲ ਲੈ ਜਾਣਗੇ ਸਕਿਨ ਹੋਰ ਹੋਏਗੀ, ਜਿਹੜੀ ਰਹਿੰਦੀ ਉਹ ਡੱਬ ਛੱਪ ਜਿਹਾ ਹੋ ਜਾਏਗਾ। ਸਿਆਰੇ ਫੇਸ ਤੇ ਲੇਪ ਕਰਕੇ ਸਵੇਰੇ ਉੱਠਣਗੇ ਨਾ ਜਦੋਂ, ਉਹਨੂੰ ਗਰਮ ਪਾਣੀ ਲੈ ਕੇ ਨਾ ਹੱਥ ਨਾਲ ਉਤਾਂ ਨੂੰ ਮਲਣਾ, ਸਾਰੇ ਰੋਜ਼ ਕਰਨ ਇੱਕਦਮ ਮੂੰਹ ਮੁੱਢਾਂ ਚੋਂ ਨਿਕਲ ਕੇ ਆ ਜਾਣਗੇ, ਉਹਨਾਂ ਦੇ ਆਰਾਮ ਨਾਲ ਆ ਜਾਏਗਾ, ਬਿਲਕੁਲ ਹੀ ਨਿਕਲ ਜਾਣਗੇ। ਜੇ ਕਈ ਦਿਨ ਕਰਦੇ ਰਹਿਣਗੇ ਤੇ ਇਹ ਕਹਿੰਦੇ ਅੱਜ ਕੀਤਾ ਸਵੇਰੇ ਨਹੀਂ ਨਿਕਲਣਗੇ, ਜੇ ਕਾਫੀ ਦਿਨ ਕਰਦੇ ਰਹਿਣ। ਗਿਲਟੀਆਂ ਵਾਲਿਆਂ ਪੁੱਛਿਆ ਸੀ ਉਦੋਂ, ਮੈਂ ਬਹੁਤ ਵਾਰੀ ਦੱਸਿਆ, ਕਾਲੀ ਮਿਰਚ ਦਾ ਨਮਕ ਤੇ ਐਲੋਵੇਰਾ ਦਾ ਗੁੱਦਾ ਘਿਓ ਚ ਭੁੰਨ ਕੇ ਖਾਇਆ ਕਰੋ, ਕੜਛੀ ਡੇਢ ਕੜਛੀ ਬਣਾ ਕੇ ਖਾ ਲਓ, ਬੜਾ ਅੱਛਾ ਰਹਿੰਦਾ ਹੈ, ਬਹੁਤ ਚੰਗੀ ਚੀਜ਼ ਹੈ। ਇੱਥੇ ਸਾਡੇ ਇੱਥੇ ਗੁਆਂਢੀਆਂ ਨੂੰ ਕਈਆਂ ਜਨਾਨੀਆਂ ਨੂੰ ਆਰਾਮ ਆ ਗਿਆ, ਕਿਸੇ ਬੰਦੇ ਨੂੰ ਬਹੁਤ ਸਨ, ਇਸੇ ਨੁਕਸੇ ਨਾਲ ਹੀ ਆਰਾਮ ਆਇਆ। ਗਿਲਟੀਆਂ ਜਿਹੜੀਆਂ ਨਾ, ਇਹ ਜੈਫਲ, ਦਾਲਚੀਨੀ, ਸੁੰਡ, ਜਵੈਣ, ਕਾਲੀ ਮਿਰਚ, ਸੌਂਫ ਕੁੱਟ ਕੇ ਨਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮੀ ਲੈਣ, ਇੱਕੇ ਵੇਲੇ ਨਾ ਲੈਣ। ਵੇਸਣ ਫਰਕੜੀ ਜਿਹੜੀ ਹੈ ਉਹ ਤਾਂ ਬੜੀ ਜ਼ਰੂਰੀ ਹੈ, ਸਾਰੇ ਹੀ ਖਾਂਦੇ ਰਹਿਣ ਚੰਗੇ। ਇੱਕ ਪਿੱਤ ਪਾਪੜਾ ਪੀਂਦੇ ਰਹਿਣ ਤੇ ਫਰਕੜੀ ਜੋ ਖਾਂਦੇ, ਚੂਨਾ ਜ਼ਰੂਰ ਖਾਣਾ ਚਾਹੀਦਾ ਗਿਲਟੀਆਂ ਵਾਲਿਆਂ ਨੂੰ। ਤੇ ਆਪਣੀ ਫਰਕੜੀ ਜਿਹੜੀ ਹੈ ਨਾ ਪੰਜੀਰੀ ਬਣਾ ਕੇ ਖਾਣ, ਤੇ ਇਹਨਾਂ 3-4 ਨੁਕਸੇ ਜਿਹੜੇ ਦੱਸੇ ਨੇ ਅੱਜ ਇਸ ਵੇਲੇ ਨਹੀਂ ਲਿਖ ਸਕਦੇ, ਹੁਣ ਤਾਂ YouTube 'ਚ ਵੇਖਿਆ ਕਰੋ ਤੁਸੀਂ, ਉਹਦੇ ਵੇਖ ਲਿਆ ਕਰੋ, ਤੁਹਾਨੂੰ ਆਰਾਮ ਆ। ਜਿਹਨੂੰ ਉਹ ਹੈ ਨਾ ਨਕਸੀਰ ਹੈ, ਉਹ ਰਾਤ ਨੂੰ ਕਤੀਰਾ ਗੁੰਦਾ ਭੇਜ ਕੇ ਰੱਖ ਦੇਣ, ਸਵੇਰੇ ਸ਼ੱਕਰ ਪਾ ਕੇ ਉਹਨੂੰ 2-3 ਠੰਡਾ ਦੁੱਧ ਪਾ ਕੇ ਖਵਾਉਣ, ਤੇ ਬਸ ਉਹ ਠੀਕ ਹੋ ਜਾਏਗਾ, ਉਹਨੂੰ ਆਰਾਮ ਆ ਜਾਏਗਾ, ਛੇਤੀ ਆਰਾਮ ਆ ਜਾਏਗਾ ਉਹਦੇ ਨਾਲ ਤਾਂ। ਹੁਣ ਮੈਂ ਉਦਣ ਵਾਲਾ ਨੁਕਸਾ ਦੱਸਾਂ, ਸਟੋਕ ਵਾਲਾ ਕਿ ਰਹਿਣ ਦਿਆਂ? ਪਹਿਲਾ ਨੁਕਸਾ ਤਾਂ ਮੇਰਾ ਸਭ ਨੂੰ ਦੱਸਦੀ ਹੁੰਦੀ ਆ, ਜਿਹੜਾ ਸਟੋਕ ਦਾ ਨੁਕਸਾ ਹੈ, ਇੰਗਲ ਭਸਮ 2 ਤੋਲੇ, ਲੋਹ ਭਸਮ 2 ਤੋਲੇ, ਰੂਪਾ ਭਸਮ 1 ਤੋਲਾ, ਤਿੰਨੇ ਚੀਜ਼ਾਂ ਮਿਕਸ ਕਰਕੇ, ਜੇ ਵੱਡਾ ਕੋਈ ਤੇ 2 ਚੌਲ ਤੋਂ ਵੀ ਜ਼ਿਆਦਾ ਥੋੜਾ ਸ਼ਹਿਦ ਲਾ ਕੇ ਗਰਮ ਦੁੱਧ ਨਾਲ ਰਾਤੀ ਪੀ ਲੈਣ। ਇੱਕ ਔਲਾ ਪਾਊਡਰ ਤੇ 7 ਕਲੀਆਂ ਲਸਣ ਦੀਆਂ ਨਾ ਦੁੱਧ ਕੱਪ 'ਚ ਉਬਾਲ ਕੇ ਉਹ ਵੀ ਪੀਣ। ਇੱਕ ਜਿਹੜਾ ਜ਼ਰੂਰੀ ਹੈ ਮੈਂ ਦੱਸਾਂਗੀ, 12 ਚੀਜ਼ਾਂ ਵਾਲੇ ਤੇਲ ਦੇ ਵਿੱਚ ਨਾ
ਸਿੰਗਰ ਖਰੂਮੀ ਤੇ 20 ਗ੍ਰਾਮ ਤੇ 20 ਗ੍ਰਾਮ ਫੀਮ ਪਾ ਕੇ ਤੇਲ ਸਾੜ ਕੇ ਨਾ ਉਸ ਪਾਸੇ ਨੂੰ ਮਾਲਿਸ਼ ਕਰਕੇ ਕੰਬਲ ਨਾਲ ਵਲੇਟਣ ਤੇ ਬਹੁਤ ਫਰਕ ਪੈ ਜਾਂਦਾ ਇਹਦੇ ਨਾਲ, ਹਨਾ। ਜਿਵੇਂ ਜਿੰਨਾ ਵੀ ਹੋ ਸਕਦਾ, ਜੇ ਉਹ ਮੀਟ ਖਾਣ ਵਾਲੇ ਫਿਸ਼ ਜ਼ਰੂਰ ਖਾਣ, ਲੀਵਰ ਖਾਣ, ਚਮਨ ਜਿਹੜੀ ਜਿੰਨਾ ਵੀ ਹੋ ਸਕੇ ਗਰਮ ਚੀਜ਼ ਲੈਣ, ਠੰਡੀ ਛਾਣੇ ਵਿਟਾਮਿਨ ਡੀ ਖਾਣ, ਪਰਕੜੀ ਬੜੀ ਜ਼ਰੂਰੀ ਹੈ ਉਹਨਾਂ ਵਾਸਤੇ। ਇਹ 3-4 ਨੁਸਖੇ ਹੀ ਵਰਤ ਲੈਣਗੇ ਨਾ, ਉਹਨਾਂ ਨੂੰ ਇਹਦੇ ਨਾਲ ਹੀ ਫਰਕ ਪੈ ਜਾਣਾ। ਇਸ ਨੇ ਥੋੜੀ ਸ਼ੁਰੂਆਤ ਹੀ ਹੋਈ ਹਲੇ। ਜਿਹੜਾ ਤੇਲ ਦੱਸਿਆ ਨੇ ਤਾਂ ਮਲ ਕੇ ਜਿੰਨਾ ਵੀ ਮਲਣਗੇ ਗਰਮੈਸ਼ ਚੜੇਗੀ ਤਾਂ ਓਨਾ ਹੀ ਉਹਨਾਂ ਨੂੰ ਬਹੁਤ ਫਰਕ ਪਵੇਗਾ। ਇੱਕ ਜਿਹੜਾ ਉਹਨਾਂ ਦੱਸਿਆ ਸੀ ਨਾ, ਪੁੱਛਦੇ ਪਏ ਸੀ ਤੁਹਾਡੇ ਕੋਲੋਂ ਵੀ ਪਿਸ਼ਾਬ ਬਹੁਤ ਆਉਂਦਾ, ਕੰਟਰੋਲ ਨਹੀਂ ਹੁੰਦਾ, ਫਿਰ ਤਾਂ ਪਖੜਿਆ ਪਾਊਡਰ ਵੀ ਅੱਧਾ ਚਮਚਾ ਬੱਕਰੀ ਦੁੱਧ ਨਾਲ ਲੈਣ, ਕੱਚੀ ਲੱਸੀ ਨਾਲ ਨਹੀਂ। ਇੱਕ ਉਹ ਨਾ ਭੁੱਜੇ ਛੋਲੇ, ਬਦਾਮ, ਗੁੜ, ਕਾਲੇ ਤਿਲ ਕੁੱਟ ਕੇ ਖਾਣ, ਇੱਕ ਔਲਾ ਪਾਊਡਰ ਤੇ ਕਾਲੇ ਤੇਲ ਵੀ ਖਾਣ। ਜੇ ਨਹੀਂ ਇਹਨਾਂ ਨਾਲ ਵੀ ਆਰਾਮ ਆਵੇਗਾ ਫਿਰ ਆਪਣਾ ਨੰਬਰ ਜਿਹੜਾ, ਜੇ ਬਲੈਡਰ ਕਮਜ਼ੋਰ ਹੈ, ਥੋੜੇ ਏਜ ਵਾਲੇ ਨੇ, ਤਾਂ ਫਿਰ ਉੱਥੋਂ ਇੰਡੀਆ ਮੰਗਾ ਲੈਣ ਲੋਹ ਪਸਮ ਤੇ ਸਵਰਨ ਬੰਗ, ਸੁੱਚੇ ਮੋਤੀ ਪਸਮ ਤੇ ਬੰਗ ਪਸਮ। 2 ਚੌਲ ਜਿੰਨੀ ਸ਼ਹਿਦ ਨਾਲ ਲੈਣੀ ਪੈਗੀ ਜਿਨ੍ਹਾਂ ਦਾ ਪਿਸ਼ਾਬ ਜ਼ਿਆਦਾ ਆਉਂਦਾ ਹੈ ਨਾ ਉਹਨਾਂ ਨੂੰ। ਤੇ ਆ ਜਿਹੜਾ ਪਹਿਲਾਂ ਦੱਸਿਆ ਤੇ ਖਾਣਗਾ ਕਾਲੇ ਤੇਲ, ਛੋਲੇ ਭੁੱਜੇ ਤੇ ਕਾਲੇ ਤੇਲ ਤੇ ਪਗਾਰ ਕਰਕੇ ਮੋਟੀ ਇਲਾਚੀ ਦਾ ਪਾਊਡਰ ਲੈ ਕੇ ਨਾ ਅੱਧਾ ਚਮਚਾ ਗਰਮ ਦੁੱਧ ਨਾਲ ਉਹ ਵੀ ਲੈਣ ਜਿਹਨਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਹੈ। ਜਿਹੜੇ ਉਹ ਭੈਣ ਜੀ ਪੁੱਛ ਗਏ ਨਾ ਜੰਡ ਦੀਆਂ ਫਲੀਆਂ ਕਿਸੇ ਹੋਰ ਨੇ ਲਾਉਣਾ ਹੈ ਨਾ, ਮਸਰੀ ਦਾਲ ਦਾ ਪਾਊਡਰ 1 ਚਮਚ, ਕੱਚਾ ਦੁੱਧ 1 ਚਮਚ, ਸ਼ਹਿਦ 1 ਚਮਚ, ਨਿੰਬੂ ਰਸ 1 ਚਮਚ, ਇਹਨੂੰ ਪੇਸਟ ਬਣਾ ਕੇ ਰਾਤੀ ਲਾ ਕੇ ਸੌਂ ਜਾਓ। ਸਵੇਰੇ ਉਹ ਤੁਹਾਨੂੰ ਮਲੋ, ਤੁਹਾਡੇ ਜਿਹੜੇ ਆਪਣੇ ਆ ਨੇ ਨਾ ਵਾਲ ਇਹ ਇਹਨਾਂ ਲੈ ਜਾਣਗੇ। ਇੱਕ ਬੇਟੇ ਜਿਹਨੇ ਮੈਨੂੰ ਚੇਤਾ ਭੁੱਲ ਗਿਆ, ਜਿਵੇਂ ਪਰਸੋਂ ਲੱਭ ਕੇ ਰੱਖਿਆ, ਜਿੰਨਾ ਆ ਸੀ ਨਾ ਸਿਰ 'ਚ ਸੱਟ ਲੱਗੀ ਹੋਈ ਹੈ ਜੀ, ਦੌਰੇ ਪੈਂਦੇ ਨੇ, ਬੜੀ ਅੱਛੀ ਚੀਜ਼ ਹੈ। ਹੁਣ ਅੱਜ ਕੱਲ ਤਾਂ ਕਣਕ ਨਹੀਂ ਪੱਕੀ, ਜਦੋਂ ਕਣਕਾਂ ਪੱਕਦੀਆਂ ਨੇ ਨਾ ਉਹਨਾਂ ਦੇ ਬੰਨਿਆਂ ਤੇ ਕਦੀ ਯਾਦ ਕਰੋ ਧਤੂਰਾ ਜਿਹਾ ਉਗਰਦਾ ਜੀ, ਇੱਕ ਪੀਲੇ ਫੁੱਲ ਤੇ ਕਾਲੇ ਫੁੱਲ ਪੱਕ ਕੇ ਕਾਲੇ ਹੋ ਜਾਂਦੇ, ਇੱਕ ਪੀਲੇ ਪੱਕੇ ਹੁੰਦੇ ਨੇ। ਇਹ ਹੁਣ ਪਸਾਰੀਆਂ ਕੋਲ ਮਿਲ ਜਾਣਗੇ, ਅਮਰਵੇਲ ਦੇ ਪੱਤੇ ਤੇ ਧਤੂਰੇ ਦਾ, ਕਾਲੇ ਧਤੂਰੇ ਦਾ ਫੁੱਲ। ਉਹ ਨਾ 250-300 ਗ੍ਰਾਮ ਜਾਂ ਜਿਹੜਾ ਤਿਲਾਂ ਤੇਲ ਸਾੜ ਕੇ ਨਾ ਉਹਨੂੰ ਮਸਾਜ ਕਰਦੇ ਰਹਿਣ। ਉਹਦੀ ਕਿੰਨੀ ਵੀ ਸੱਟ ਸਿਰ 'ਚ ਲੱਗੀ ਨਾ ਉਹ ਬਿਲਕੁਲ ਉਹਨਾਂ ਨੂੰ ਆਰਾਮ ਆਏਗਾ, ਦੌਰੇ ਪੈਣੇ ਵੀ ਰੱਬ ਕਰੇਗਾ ਉਹਨਾਂ ਨੂੰ ਹਟ ਜਾਣਗੇ। ਜਿਹਨੂੰ ਇਹ ਬੜੀ ਅੱਛੀ ਚੀਜ਼ ਹੈ ਜਿਹੜੀ ਆ ਧਤੂਰਾ ਕਣਕ ਦੇ ਬੰਨਿਆਂ ਤੇ ਉਗਰਦਾ ਹੁੰਦਾ ਸੀ ਤੇ ਹੁਣ ਪਸਾਰੀਆਂ ਕੋਲ ਮਿਲ ਜਾਂਦਾ। ਸਾਡਾ ਇੱਥੇ ਕਿਸੇ ਨੇ ਲਿਆ ਸੀ, ਮੈਂ ਉਹਨੂੰ ਦੱਸਿਆ ਸੀ, ਸਾਡੇ ਸ਼ਹਿਰੋਂ ਹੀ ਮਿਲ ਗਈ, ਪਸਾਰੀ ਕੋਲ ਮਿਲਦਾ। ਇੱਕ ਮੈਂ ਦੱਸਾਂਗੀ ਤੁਹਾਨੂੰ, ਜਾਓ ਜਿਹੜਾ ਮੈਂ ਦੱਸਿਆ ਨਾ ਆਪਣੀ ਨੂੰ ਰਾਣੀ ਨੂੰ ਸ਼ਰਦ ਚੀਨੀ, ਇਹ ਇੱਥੇ ਇੱਕ ਆਪਣੇ ਕੋਲ ਕਈ ਵਾਰੀ ਉਹ ਜਨਾਨੀ ਨੇ ਪੁੱਛਿਆ ਸੀ ਮੇਰੀ ਜਿੱਬ ਤੇ ਜ਼ਖਮ ਹੈ, ਇੱਥੇ ਸਾਡੀ ਗੁਆਂਢਣ ਦੇ ਜ਼ਖਮ ਸੀ ਰਾਜਸਥਾਨੀ ਨੇ, ਮੈਂ ਉਹਨੂੰ ਦੱਸਿਆ ਆ ਸ਼ਰਦ ਜੋ ਚੀਨੀ ਤੇ ਮਿਸ਼ਰੀ ਤੇ ਉਹਨੂੰ 2 ਦਿਨਾਂ 'ਚ ਉਹਦੀ ਜਿੱਬ ਦਾ ਜ਼ਖਮ ਠੀਕ ਹੋ ਗਿਆ। ਉਹ ਵੀ ਕਰੇ ਮੈਨੂੰ ਤਾਂ ਆਰਾਮ ਹੀ ਭੈਣ ਜੀ ਆ ਗਿਆ। ਇੱਕ ਪਿੱਛੇ ਜੇ ਕਹਿੰਦੇ ਸੀ ਮੈਨੂੰ ਖਾਰਸ਼ ਜ਼ਿਆਦਾ ਸੌਖਾ ਜਿਹਾ, ਮੈਂ ਤਾਂ ਕਈ ਵਾਰੀ ਅੱਗੇ ਵੀ ਦੇਖ ਜਿੰਨਾ ਦੱਸੇ ਸੀ ਕਾਲੇ ਘੇਰੇ ਨੇ ਅੱਖਾਂ ਥੱਲੇ, ਕੋਲਗੇਟ, ਨਿੰਬੂ ਹਰੇ ਦਾ ਰਸ, ਗੁਲਾਬ ਜਲ ਮਿਕਸ ਕਰਕੇ ਨਾ ਥੱਲੇ ਲਾਉਣ ਜਿੱਥੇ ਅੱਖਾਂ ਦੇ, ਉਹ ਜਿਨ੍ਹਾਂ ਦੇ ਕਾਲੇ ਦਾਗ ਹੋ ਰਹੇ ਨਾ ਉਹ ਵੀ ਲੱਗ ਸਕਦੇ ਨੇ। ਇੱਕ ਰਾਤ ਨੂੰ ਸੌਣ ਲੱਗਾ ਨਾ ਘਿਓ ਦੀ ਮਾਲਿਸ਼ ਕਰਨ ਬੁੱਲਾਂ ਨੂੰ, ਉਹਨਾਂ ਨੂੰ ਕਾਫੀ ਆਰਾਮ ਆਵੇਗਾ। ਇੱਕ ਜਿਹੜਾ ਤੇਲ, 3 ਤੇਲ ਹੁੰਦੇ ਨੇ ਜਿਹੜੇ ਆਪਣੇ ਨਾਰੀਅਲ ਦੇ ਤੇਲ ਨੇ ਨਾ, ਆਪਣੇ ਕੋਕੋਨਟ ਆਇਲ, ਖੋਪੇ ਦਾ ਤੇਲ, ਜਿਹੜਾ ਵਰਜਨ ਤੇਲ ਹੁੰਦਾ ਨਾ ਉਹ ਅਸਲੀ ਦੇਸੀ ਤੇਲ ਹੁੰਦਾ, ਉੱਤੇ ਲਿਖਿਆ ਹੁੰਦਾ ਇੰਡੀਅਨ ਸਟੋਰ ਤੋਂ ਮਿਲ ਜਾਏਗਾ। 3 ਬੂੰਦਾਂ ਜਿਹੜਾ ਇਹ ਵਰਜਨ ਤੇਲ ਹੈ ਖੋਪੇ ਦਾ ਇਹ ਹੋਵੇ, 6 ਬੂੰਦਾਂ ਘਰ ਦਾ ਬਣਾਇਆ ਗਊ ਦੇ ਘਿਓ ਹੋਵੇ, ਉਹਨੂੰ ਮਿਕਸ ਕਰ ਲਓ। ਉਹਨੂੰ ਡਰਾਪਰ ਨਾਲ 2-2 ਬੂੰਦਾਂ ਅੱਖਾਂ 'ਚ ਪਾ ਲਓ। ਜਿੰਨੀ ਵੀ ਨਿਗਾਹ ਘੱਟ, ਜਿੰਨੀਆਂ ਪਿੱਛੇ ਨਾੜਾਂ ਸੁੱਕੀਆਂ ਪਈਆਂ ਨੇ, ਕਮਜ਼ੋਰ ਹੋ ਗਈਆਂ ਨੇ, ਹੌਲੀ ਪਾ ਦੇ ਰੱਖਾਂ ਠੀਕ ਹੋਣ। ਜਿਹੜਾ ਬਚ ਜਾਏਗਾ ਉਹ ਧੁੰਨੀ 'ਚ ਪਾ ਕੇ ਨਾ ਤੇ 4 ਚੁਫੇਰੇ ਰਹਿੰਦਾ ਧੁੰਨੀ ਨੂੰ ਚੋਪੜ ਦਿਓ। ਇਹਦੇ ਨਾਲ ਅੱਖਾਂ ਦੀ ਨਿਗਾਹ ਬੜੀ ਛੇਤੀ ਆਈ ਹੈ। ਦੇਖੋ ਪਿੱਛੇ ਕਹਿੰਦੀ ਸੀ ਐਗਜ਼ੀਮਾ ਹੈ, ਮੈਂ ਕਿਹਾ ਐਗਜ਼ੀਮੇ ਵਾਲੇ ਤੇ ਇੱਕ ਪਿੱਤ ਪਾਪੜਾ ਪੀਣ ਕਰਨ, ਇੱਕ ਜਿਹੜਾ ਤੁਸੀਂ ਦੱਸਦੇ ਅਸੀਂ ਵੀ ਦੱਸਨੇ ਕੋਕੋਨਟ ਐਡ ਤੇ ਇੱਕ ਮੁਸ਼ਕਪੂਰ, ਉਹ ਇੱਕ ਜੀਰਾ ਭੁੰਨ ਕੇ ਨਾ ਮਿਸ਼ਰੀ ਪਾ ਕੇ ਉਹ ਵੀ 1 ਚਮਚਾ ਰੋਜ਼ ਲੈਣਾ ਗਰਮ ਕੋਸੇ ਪਾਣੀ, ਉਹਨਾਂ ਨੂੰ ਕਾਫੀ ਫਰਕ ਪੈ ਗਿਆ ਇਹਦੇ ਨਾਲ। ਓਕੇ ਬੇਟੇ ਮੈਂ ਬਾਅਦ 'ਚ ਵੇਖਾਂਗੀ ਤੇ ਹੁਣ ਤਾਂ ਮੈਂ ਮੇਰੀ ਓਕੇ ਬੇਟਾ, ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਟਾਈਮ ਕੱਢ ਦਿਓ। ਅੱਗੇ ਆਸਟ੍ਰੇਲੀਆ ਤੋਂ ਹਰਮਿੰਦਰ, ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ, ਇੰਨਾ ਵਧੀਆ ਪ੍ਰੋਗਰਾਮ ਚੱਲਦਾ। ਬਲਵਿੰਦਰ ਜੀ ਮੈਂ ਨਾ ਫੀਡਬੈਕ ਦੇਣੀ ਆ ਭਾਜੀ ਕੁਮਾਰੀ ਆਸ, ਬੇਟੀ ਦੀ 5-6 ਸਾਲ ਤੋਂ ਪੁਰਾਣੀ ਔਰ 375% ਡਾਕਟਰਾਂ ਦੇ ਇਲਾਜ ਕਰ ਕੋਈ ਫਰਕ ਨਹੀਂ ਜੀ, ਧੰਨਵਾਦ ਆ। ਦੂਸਰਾ ਹਨਾ ਭਾਜੀ ਉਦਾਂ ਠੀਕ ਜੋ ਮਰਜੀ ਬਹੁਤ ਕੁਛ ਮੈਂ ਕਰਕੇ ਦੇਖ, ਜੇ ਮੈਂ ਕਾਲੀ ਮਿਰਚ ਹੈ ਨਾ 1 ਚਮਚਾ ਲੈਣਾ, ਫਿਰ ਕਾਲੀ ਮਿਰਚ ਜ਼ਿਆਦਾ ਨੁਕਸਾਨ ਤਾਂ ਨਹੀਂ ਕਰੂਗੀ। ਗੱਲ ਛਾਈਆਂ ਦਾ ਪੱਕਾ ਇਲਾਜ, ਕੋਈ ਰੈਮਡੀ ਠੀਕ ਹੈ। ਇੱਕ ਬਵਾਸੀ ਇੱਕ ਬੱਚੇ ਨੂੰ ਹੈਗੀ ਬਣਾਉਂਦਾ, ਉਹਨੂੰ ਉਦਾਂ ਕੋਈ ਤਕਲੀਫ ਨਹੀਂ ਅੰਦਰ, ਉਹਨੂੰ ਵੀ ਡਾਕਟਰ ਨੇ ਬਵਾਸੀ ਤੇ ਆ ਉਹਦੀ ਹੈਗੀ ਆ। ਠੀਕ ਹੈ, ਧੰਨਵਾਦ। ਥੈਂਕ ਯੂ ਜੀ, ਕਿਉਂ ਬਹੁਤ ਧੰਨਵਾਦ ਹੈ ਜੀ। ਤੇ ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਆਨੇ ਵਾਪਸ 408225 ਫੋਨ ਨੰਬਰ ਹੈ
ਕਾਲ ਕਰ ਆਪਣਾ ਪੁੱਛ ਸਕਦੇ, ਦੱਸ ਸਕਦੇ ਆ। ਤੇ ਆਉਣੇ ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੁਸੀਂ ਮਰੀਜ਼ ਹੁੰਦੇ ਆ ਤੇ ਤੁਸੀਂ ਡਾਕਟਰ ਹੁੰਦੇ ਆ। ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਆ। 40827252 ਰੋਤਾ ਹੀ ਆ, ਕੋਈ ਨਾ ਕੋਈ ਨੂੰ ਆਣ ਕੇ ਉਸ ਜਵਾਬ ਦੇ ਜਾਂਦਾ। ਜਿਹਨੂੰ ਕੋਈ ਵੀ ਪਤਾ ਹੁੰਦਾ ਕਿਸੇ ਵੀ ਇਲਾਜ ਦਾ, ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਹੋਮ ਰੈਮਡੀ ਆ ਉਹ ਦੱਸ ਸਕਦੇ ਆ। ਜੇ ਤੁਹਾਡੇ ਕੋਲ ਕੋਈ ਵੀ ਫੀਡਬੈਕ ਆ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਅਸੀਂ ਤੁਹਾਡੀਆਂ ਕਾਲਾਂ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹਨੇ ਪ੍ਰੋਗਰਾਮ ਨੂੰ ਪਹੁੰਚਾਇਆ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਵਰਜੀਨੀਆ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗ ਓਹਾਇਓ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਸੰਤ ਸਿੰਘ ਤੇ ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਸਿੰਘ ਐਸਕਲੋਨ, ਬਿਆੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭਰੋਸਾ ਕਰਦੇ ਚਾਹੁੰਦੇ ਹੋ ਤੇ ਹੁਣ ਤੁਸੀਂ ਕਾਲ ਕਰਕੇ ਕੋਈ ਵੀ ਬਿਮਾਰੀ ਬਾਰੇ ਪੁੱਛਣਾ ਆ, ਦੱਸਣਾ ਆ, ਉਹਦੇ ਬਾਰੇ ਪੁੱਛ ਦੱਸ ਸਕਦੇ ਆ। ਜਦੋਂ ਤੁਹਾਡੀ ਕਾਲ ਆਉਂਦੀ ਆ ਤੁਹਾਨੂੰ ਹੋਲਡ ਤੇ ਪਾ ਦਿੱਤਾ ਜਾਂਦਾ। ਵਾਰੀ ਦੇ ਨਾਲ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ ਤੇ ਉੱਥੇ ਤੁਸੀਂ ਜਲਦੀ ਬਿਮਾਰੀਆਂ ਬਾਰੇ ਪੁੱਛ ਸਕਦੇ ਹੋ, ਦੱਸ ਸਕਦੇ ਹੋ। ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। ਸਾਡੇ ਨਾਲ ਜੁੜੇ ਹੋਏ ਨੇ ਬਲਵੀਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ 2 ਕੁਐਸਚਨ ਪੁੱਛਣੇ। ਮੇਰੀ ਫਰੈਂਡ ਆ, ਉਹਦੇ ਇੱਕ ਪਹਿਲਾ ਕੁਐਸਚਨ ਹੈਗਾ, ਉਹਦਾ ਮੂੰਹ ਅੰਦਰੋਂ ਬਹੁਤ ਸੁੱਕਦਾ ਆ ਤੇ ਜਦੋਂ ਉਹ ਪਾਠ ਵੀ ਕਰਦੀ ਤਾਂ ਵੀ ਉਹਨੂੰ ਪਾਣੀ ਪੀਣਾ ਪੈਂਦਾ ਆ। ਹੈਲੋ ਹਾਂਜੀ, ਪੁੱਛੀ ਚਲੋ। ਓਕੇ। ਦੂਜਾ ਕੁਐਸਚਨ ਹੈਗਾ ਤੇ ਉਹ ਹੈਗਾ ਉਹਦੇ ਪੈਰ ਥੱਲੇ ਸਾਰੇ ਦੁਖਦੇ ਆ। ਠੀਕ ਹੈ, ਬਸ ਇਹੀ ਦੋਨੇ ਕੁਐਸਚਨ ਆ ਉਹਨਾਂ ਦੇ। ਠੀਕ ਹੈ ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਤੁਸੀਂ ਹੰਗਾਰੇ ਦੀ ਨਾ ਵੇਟ ਕਰਿਆ ਕਰੋ। ਤੁਸੀਂ ਆਪਣੀ ਜਿਹੜੀ ਬਿਮਾਰੀ ਆ ਪੁੱਛਣੀ ਆ ਜਾਂ ਦੱਸਣੀ ਆ ਉਹ ਜਲਦੀ ਦੱਸ ਪੁੱਛ ਲਿਆ ਕਰੋ। ਸੁਰਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਆ, ਇੱਕ ਤਾਂ ਬੁੱਲ ਕਾਲਿਆਂ ਦਾ ਪੁੱਛਿਆ ਸੀ, ਬਹੁਤ ਕਾਲੇ ਹੋਏ, ਉੱਤੇ ਕੀ ਲਾਈਏ ਹਨਾ ਹਟਣ। ਤਾਂ ਇੱਕ ਉਹ ਮੈਂ ਤੁਹਾਨੂੰ ਬਾਥਰੂਮ ਬਾਰੇ ਕਿਹਾ ਸੀਗਾ, ਬਹੁਤ ਮੇਰਾ ਕੰਟਰੋਲ ਨਹੀਂ ਹੁੰਦਾ ਬਾਥਰੂਮ ਜਿੱਦਾਂ ਹਨਾ। ਠੀਕ ਹੈ ਜੀ, ਪੁੱਛਦੇ ਹਾਂ ਜੀ ਆਪਾਂ। ਠੀਕ ਹੈ, ਥੈਂਕ ਯੂ ਜੀ। ਤੇ ਜੇ ਕਿਸੇ ਨੂੰ ਪਤਾ ਤਾਂ ਹੁੰਦਾ ਤੇ ਪਲੀਜ਼ ਜ਼ਰੂਰ ਦੱਸ ਦਿਆ ਕਰੋ। ਜਦੋਂ ਤੁਹਾਡੀ ਕਾਲ ਆਉਂਦੀ ਆ ਤੁਹਾਨੂੰ ਨਾਮ ਪੁੱਛਿਆ ਜਾਂਦਾ, ਪਲੀਜ਼ ਨਾਮ ਦੱਸਿਆ ਕਰੋ। ਬਿਮਾਰੀ ਜਿਹੜਾ ਬੰਦਾ ਚੱਕਦਾ ਆ ਫੋਨ ਉਸ ਨੂੰ ਨਾ ਦੱਸਿਆ ਕਰੋ, ਕਿਉਂਕਿ ਤੁਹਾਡੀ ਕਾਲ ਜਿਹੜੀ ਆ ਉਹ ਅੱਗੇ ਜਾਣੀ ਹੁੰਦੀ ਆ। ਸੁਰਿੰਦਰ ਕੌਰ ਜੀ। ਜਸਮੇਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਜਸਮੇਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਰਾਣੀ ਭੈਣ ਜੀ ਪੁੱਛਦੇ ਸੀ ਨਾ ਉਹਨਾਂ ਦਾ ਵੀ ਉਹ ਕਿਸੇ ਦਾ ਮੂੰਹ ਬਹੁਤ ਪੱਕਿਆ ਆ ਤੇ ਕੁਝ ਖਾਧਾ ਨਹੀਂ ਜਾਂਦਾ। ਤਾਂ ਮੈਂ ਉਹ ਤਾਂ ਅੱਗੇ ਵੀ ਦੱਸਿਆ ਸੀ ਵੀ ਜਿਵੇਂ 10-15 ਉਹਦੇ ਲੈ ਲੈਣ ਪੱਤੇ ਇਹਦੇ ਗੁਲਾਬ ਦੇ, ਤੇ ਅੱਧਾ ਚਮਚ ਧਨੀਏ ਦਾ ਪਾਊਡਰ ਤੇ ਅੱਧਾ ਜੀਰੇ ਦਾ ਪਾਊਡਰ। ਉਹਨਾਂ ਨੂੰ ਰਾਤ ਨੂੰ ਭਿਉਂ ਦੇਣਾ, ਸਵੇਰੇ ਛਾਣ ਕੇ ਤੇ ਉਹਦੇ ਵਿੱਚ ਥੋੜੀ ਜਿਹੀ ਮਿਸ਼ਰੀ ਜਾਂ ਗੁੜ ਜਾਂ ਚੀਨੀ ਪਾ ਕੇ ਉਹ ਪੀ ਲੈਣਾ। ਸਵੇਰੇ ਨਵੇਂ ਹੋਰ ਭਿਉਂ ਕੇ ਫਿਰ ਉਹ ਰਾਤ ਨੂੰ ਐਵੇਂ ਪੀਣੇ। ਐਵੇਂ ਥੋੜੇ ਦਿਨ ਪੀਣ ਫਿਰ ਹਟ ਜਾਂਦੇ। ਮੇਰਾ ਤਾਂ ਬਹੁਤ ਜ਼ਿਆਦਾ ਹੋਇਆ ਸੀ ਤੇ ਮੇਰੇ ਤੇ ਹਟ ਗਿਆ। ਹੁਣ ਨਹੀਂ ਕਦੀ ਹੋਇਆ ਐਵੇਂ। ਮੇਰੇ ਤੋਂ ਕੁਝ ਖਾਧਾ ਵੀ ਨਹੀਂ ਜਾਂਦਾ ਹੁੰਦਾ। ਠੀਕ ਹੈ ਜੀ। ਇੱਕ ਉਹ ਕਹਿੰਦੇ ਪੈਰ ਦੁਖਦੇ ਤੇ ਉਹਦੇ ਤੇ ਤਰੇਲ ਵਾਲੇ ਘਾਹ ਤੇ ਤੁਰਨ, ਉਹਦੇ ਨਾਲ ਤੇ ਹਟ ਜਾਂਦੇ ਘਸੀਟ ਕੇ ਹਨਾ ਪੈਰ। ਹਾਂਜੀ। ਤੇ ਇੱਕ ਕਈ ਵਾਰੀ ਕਈ ਕਹਿ ਦਿੰਦੇ ਨਾ ਅੱਡੀਆਂ ਬੜੀਆਂ ਦੁਖਦੀਆਂ। ਹਾਂਜੀ। ਉਹ ਵੀ ਇੱਕ ਕਹਿੰਦੇ ਇੱਥੇ YouTube ਤੇ ਵੈਦ ਨੇ ਦੱਸਿਆ ਸੀ, ਮੈਂ ਵੀ ਕੀਤਾ ਤੇ ਉਹਨਾਂ ਹਟ ਜਾਂਦਾ। ਕਹਿੰਦੇ ਵੀ ਬਿਸਤਰੇ ਤੇ ਬੈਠੇ ਹੀ ਤੁਸੀਂ ਭਾਵੇਂ ਪਏ ਹੀ ਅੱਡੀਆਂ ਆਪਣੀਆਂ ਘਸਾਓ ਬੈੱਡ ਤੇ ਉਹਦੇ ਨਾਲ ਤੁਹਾਡੀਆਂ ਅੱਡੀਆਂ ਜਿਹੜੀਆਂ ਹਟ ਜਾਂਦੀਆਂ ਦੁਖਣਾ। ਠੀਕ ਹੈ। ਮੇਰੀਆਂ ਤਾਂ ਹਟ ਗਈਆਂ ਉਹਦੇ ਨਾਲ। ਠੀਕ ਹੈ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹੀ ਸਾਡਾ ਸਰਕੂਲੇਸ਼ਨ ਵਗੈਰਾ ਜਿਹੜਾ ਤੁਰ ਪੈਂਦਾ ਜੀ, ਤੇ ਕਰਕੇ ਜ਼ਰੂਰ ਦੇਖ ਲਿਆ ਕਰੋ ਜੀ। ਜੇ ਤੁਹਾਨੂੰ ਆਉਂਦਾ ਹੋਊ, ਤੁਹਾਨੂੰ ਪਤਾ ਹੋਊਗਾ ਤਾਂ ਕਿਸੇ ਨੂੰ ਵੀ ਦੱਸ ਸਕਦੇ ਆ। 408 72 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਇਲਾਜ ਆ ਉਹ ਦੱਸ ਸਕਦੇ ਆ। ਮਨਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੇ ਆਪਣਾ ਜਿਹਦਾ ਲੀਵਰ ਫੈਟੀ ਆ ਉਹਦਾ ਕੁਝ ਘਰੇਲੂ ਇਲਾਜ ਦੱਸ ਸਕਦੇ ਆ ਜੀ? ਠੀਕ ਹੈ ਜੀ, ਪੁੱਛ ਲੈਣੇ ਆ। ਹਾਂਜੀ, ਤੇ ਇੱਕ ਹੋਰ ਹੈ ਜਿੱਦਾਂ ਮੇਰੇ ਗਲੇ ਦੇ ਵਿੱਚ ਨਾ ਡਾਕਟਰ ਕਹਿੰਦੇ ਗਿਲਟੀਆਂ ਜਿਹੀਆਂ ਹੈਗੀਆਂ, ਹੁੰਦਾ ਕਹਿੰਦੇ ਕਿ ਨਾਰਮਲ ਆ ਗਿਲਟੀਆਂ ਜਿਹੀਆਂ ਫੀਲ ਹੁੰਦਾ ਵੀ ਜਿੱਦਾਂ ਮੈਨੂੰ ਕਿ ਕੁਝ ਖਾਣੇ ਆ ਤੇ ਕਈ ਵਾਰੀ ਫੀਲ ਹੁੰਦਾ ਵਿੱਚ। ਕੁਝ ਘਰੇਲੂ ਇਲਾਜ ਹੈਗਾ ਤਾਂ ਦੱਸ ਸਕਦੇ ਆ? ਠੀਕ ਹੈ, ਪੁੱਛਦੇ ਆ ਜੀ ਆਪਾਂ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ। ਅਸਰੋ ਤੇ ਇੱਕ ਵਾਰ ਫਿਰ ਰਿਮਾਈਂਡ ਕਰਾ ਦੇਈਏ, ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਜਦੋਂ ਤੁਸੀਂ ਪੁੱਛਦੇ ਆ ਸ਼ਾਇਦ ਕਿਸੇ ਦੀ ਲਾਈਨ ਨਹੀਂ ਮਿਲਦੀ, ਸ਼ਾਇਦ ਕਿਸੇ ਕੋਲ ਟਾਈਮ ਨਹੀਂ ਹੁੰਦਾ ਜਾਂ ਕੋਈ ਥੈਰੇਪੀ ਤੇ ਉਹ ਦੱਸ ਸਕਦੇ ਆ। ਜਦੋਂ ਤੁਸੀਂ ਰਿਪੀਟ ਵੀ ਸੁਣਦੇ ਆ ਤੇ ਅਸੀਂ ਉਸ ਵੇਲੇ ਕਾਲ ਨਹੀਂ ਲੈਂਦੇ ਐਤਵਾਰ ਰਾਤ ਨੂੰ। ਅਤੇ ਜਦੋਂ ਤੁਸੀਂ YouTube ਤੇ ਸੁਣਦੇ ਹੀ ਹੈਗੇ ਆ ਉਸ ਲਈ ਨਹੀਂ, ਮੰਗਲਵਾਰ ਸਿਰਫ 4 ਤੋਂ 5:30 ਕਾਲਾਂ ਜਾਂਦੀਆਂ। ਰਿਸ਼ਪਾਲ ਜੀ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ। ਇੱਕ ਮੈਂ ਜਿਹੜੇ ਕਹਿੰਦੇ ਸੀ ਪੈਰ ਦਾ ਅੰਗੂਠਾ ਨੈਂ ਬਹੁਤ ਦੁਖਦਾ ਹੈ ਨਾ, ਤੇ ਉਹਦੇ ਤੇ ਉਹ ਕੁਆਰ ਕੇ ਮਲ ਜਿੰਨੀ, ਤੇ ਦੂਜਾ ਕਹਿੰਦੇ ਸੀ ਬਾਹਰ ਹਾਂਜੀ ਤੇੜ ਤੇ ਗੁੜ ਦੀ ਬਣਾ ਕੇ ਉਹਦਾ ਗੁੜ ਖਾਣਾ।
ਕੁੱਲਰ ਖਾਣ ਕੁੱਲਰ ਖਾਣ, ਇਹਦੇ ਨਾਲ ਬਹੁਤ ਹੀ ਫਰਕ। ਠੀਕ ਹੈ, ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਕੁਲਦੀਪ। ਹਾਂ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਇੱਕ ਰਿਲੇਟਿਵ ਹੈ ਜੀ, ਉਹਨਾਂ ਨੂੰ ਇਨਫੈਕਸ਼ਨ ਹੋ ਗਈ ਸੀ ਆਪਣੇ ਐਤਕੀ ਜਦੋਂ ਫਰਵਰੀ ਮਾਰਚ 'ਚ ਜਦੋਂ ਕਰੋਨਾ ਆਇਆ ਉਦੋਂ, ਤੇ ਉਹ ਤਾਂ ਹੋ ਗਿਆ ਠੀਕ। ਮੁੜ ਕੇ ਉਹਨਾਂ ਨੂੰ ਉਸ ਤੋਂ ਬਾਅਦ ਜਿਵੇਂ ਠੰਡ ਬਹੁਤ ਲੱਗਣੀ ਮਹਿਸੂਸ ਹੋਣੀ ਸ਼ੁਰੂ ਹੋ ਗਈ। ਹੁਣ ਉਹਨਾਂ ਨੂੰ ਹੋਰ ਜ਼ਿਆਦਾ ਠੰਡ ਲੱਗਦੀ ਹੈ ਕਿ ਹੁਣ ਠੰਡ ਹੋ ਗਈ ਵੀ ਇਹਦਾ ਕੋਈ ਇਲਾਜ ਕੀ ਕਰਨ। ਉਹ ਤੰਦਰੁਸਤ ਨੇ, ਹੋਰ ਕੋਈ ਕੁਛ ਨਹੀਂ ਦੁਖਦਾ ਉਹਨਾਂ ਦਾ। ਠੰਡ ਇੰਨੀ ਕਹਿੰਦੇ ਲੱਗਦੀ ਹੈ ਵੀ ਮੈਨੂੰ ਬਹੁਤ ਹੀ ਔਖਾ ਹੋਇਆ ਪਿਆ। 2-2 3-3 ਜੈਕਟਾਂ ਹੁਣ ਪਾਉਂਦੇ ਆ। ਠੀਕ ਹੈ। ਹਾਂ, ਕੰਮ ਤੇ ਜਾਂਦੇ ਆ, ਕਹਿੰਦੇ ਕਿ ਜਦੋਂ ਟਰੱਕ ਦੇ ਵਿੱਚ ਮੈਂ ਹੀਟ ਤੇਜ਼ ਕਰ ਲੈਣਾ, ਟਰੱਕ ਤਾਂ ਵੈਸੇ ਹੀ ਗਰਮ ਹੋ ਜਾਂਦਾ ਵੀ ਬਹੁਤ ਠੰਡ ਲੱਗਦੀ ਆ, ਬਹੁਤ ਜ਼ਿਆਦਾ। ਇਹ ਤਾਂ ਕੋਈ ਜ਼ਰੂਰ। ਠੀਕ ਹੈ, ਹਾਂ, ਚੰਗਾ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਆਪਣੇ ਖਾਣ ਪੀਣ ਦਾ ਵੀ ਹੁਣ ਖਿਆਲ ਰੱਖਣਾ ਚਾਹੀਦਾ ਅਤੇ ਨਾਲ ਦੀ ਨਾਲ ਆਪਾਂ ਹੋਰ ਵੀ ਕਿਸੇ ਨੂੰ ਪੁੱਛਾਂਗੇ ਐਕਸਪੀਰੀਅੰਸ ਹੋਊਗਾ ਕਿ ਜਦੋਂ ਇੱਦਾਂ ਦੇ ਹਾਲਾਤ ਹੁੰਦੇ ਆ ਅਤੇ ਗਰਮ ਰੱਖਣ ਵਾਲੀਆਂ ਬਹੁਤ ਜ਼ਰੂਰੀ ਆ ਖਾਧੀਆਂ ਜਾਣ। ਗਰਮੇਸ਼ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੈਨੂੰ ਥਾਇਰਾਇਡ ਤੋਂ ਦੱਸਿਆ ਸੀਗਾ ਵੀ ਕੜੀ ਪੱਤਾ ਉਬਾਲ ਕੇ ਪੀਣਾ ਆ ਸਵੇਰ ਨੂੰ, ਉਹ ਕਿੰਨਾ ਕੁ ਚਿਰ ਪੀਣਾ ਆ? ਤੇ ਇੱਕ ਜਿਹੜੇ ਫੂਲ ਮਖਾਣੇ ਕਹਿੰਦੇ ਸੀ ਉਹ ਕਿੱਦਾਂ? ਓਦਾਂ ਤਾਂ ਕੱਚੇ ਦਾ ਚੀੜੇ ਜਾਏ ਆ, ਓਦਾਂ ਭੁੰਨ ਕੇ ਖਾ ਸਕਦੇ ਆ, ਤੇਲ ਤਲ ਕੇ? ਉਹ ਤੁਹਾਡੀ ਮਰਜ਼ੀ ਆ ਜੀ, ਜਿਵੇਂ ਵੀ ਤੁਸੀਂ ਖਾਣੇ ਆ, ਭੁੰਨ ਕੇ ਵੀ ਖਾ ਸਕਦੇ ਆ ਤੇ ਥੋੜਾ ਚਮਚਾ ਤੇਲ ਦਾ ਪਾ ਕੇ ਉਹਨਾਂ ਦੇ ਵਿੱਚ ਵੀ ਕਰ ਸਕਦੇ ਆ। ਤੇਲ ਚੱਕਿਓ ਜੋ ਵੀ ਕੁਛ ਹੈਗਾ। ਇੱਕ ਸਿਰ ਦੇ ਵਾਲ ਬਹੁਤ ਝੜਦੇ ਆ ਮੁੰਡੇ ਦੇ, ਉਹਦਾ ਕੋਈ ਇਲਾਜ ਦਿਓ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਵੈਸੇ ਇਲਾਜ ਨਾ ਦੱਸੇ ਜਾਂਦੇ ਆ, ਆਪਾਂ ਕਈ ਵਾਰੀ ਮਿਸ ਕਰ ਜਾਂਦੇ ਹਾਂ। ਕਹਿੰਦੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਮੈਂ ਤਾਂ ਪੁੱਛਣਾ ਸੀ, ਮੈਨੂੰ ਖੰਘ ਜੀ ਰਹਿੰਦੀ ਹੈ ਜੀ। ਖੰਘ ਆ ਜਾਂਦੀ ਆ, ਇਹ ਖੰਘ ਹੋ ਗਿਆ ਤੇ 1 ਸਾਲ। ਮੈਨੂੰ ਖੰਘ ਦੇ ਨਾਲ ਫਿਰ ਬਲੱਡ ਤੇ ਆਉਂਦਾ, ਸਕੂਨ ਬਲੱਡ ਦਾ ਆਉਂਦਾ ਖੰਘ ਦੇ। ਮੈਂ 2 ਵਾਰੀ ਐਮਰਜੈਂਸੀ ਡਾਕਟਰਾਂ ਨੂੰ ਕੋਈ ਖੰਘ ਨਹੀਂ। ਖੰਘ ਤੁਹਾਡੀ ਸੁੱਕੀ ਆ ਕਿ ਗਿੱਲੀ ਆ? ਸੁੱਕੀ ਆ ਜੀ। ਠੀਕ ਹੈ, ਠੀਕ ਹੈ, ਠੀਕ ਹੈ। ਆਪਾਂ ਅੱਗੇ ਸਾਡੇ ਨਾਲ ਜੁੜੇ ਨੇ ਬਹਾਦਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਾ ਭਾਈ ਸਾਹਿਬ ਦਾ ਸੰਗ ਅੰਦਰੋਂ ਖੁਸ਼ਕ ਹੁੰਦਾ, ਖੁਸ਼ਕ ਹੋ ਕੇ ਨਾ ਅੰਦਰੋਂ ਜਿਹੜੀਆਂ ਛੋਟੀਆਂ ਨਾੜੀਆਂ ਹੁੰਦੀਆਂ ਉਹ ਭਰ ਜਾਂਦੀਆਂ ਨੇ ਜੀ। ਜੀ ਜੀ। ਉਹਦੇ ਨਾਲ ਇਹ ਪ੍ਰੋਬਲਮ ਆਉਂਦੀ ਆ। ਇੱਕ ਅਮੋਨੀਅਮ ਕਾਰਬ ਆਉਂਦੀ ਆ ਦਵਾਈ, ਇੱਕ ਸਾਈਨਾਪਸ ਨੈਗਰਾ ਆਉਂਦੀ ਹੈਗੀ ਆ ਹੋਮਿਓਪੈਥੀ ਦੀ। ਇਹਦੇ ਨਾਲ ਇਹਨੂੰ ਹੈਲਪ ਵੈਸੇ ਹੋ ਸਕਦੀ ਆ ਤੇ ਟਰਾਈ ਕਰ ਲੈਣ ਜੀ ਇਹ। ਤੇ ਚੱਕਰਾਂ ਬਾਰੇ ਸੀਗੀ ਗੱਲ ਕਰ ਰਹੇ ਭੈਣ ਜੀ ਹੋਰੇ। ਆਪਾਂ ਸਿੱਧੇ ਬੈਠ ਜਾਣਾ ਭੈਣ ਜੀ, ਲੱਤਾਂ ਮਸਾਲ ਲੈਣੀਆਂ, ਮੂਹਰੇ ਨੂੰ ਸਿੱਧੀਆਂ ਕਰ ਲੈਣੀਆਂ ਨੇ। ਹਾਂਜੀ। ਤੇ ਆਪਦਾ ਜਿਹੜਾ ਹੈਗਾ ਆਪਣਾ ਸਿਰ ਉਹ ਗੋਡਿਆਂ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਆ ਜਿੰਨਾ ਕੁ ਵੀ ਲੱਗ ਸਕੇ। ਠੀਕ ਆ। ਚੱਕਰ ਜਿਹਨਾਂ ਨੂੰ ਆਉਂਦੇ ਆ ਨਾ। ਹਾਂਜੀ, ਇਹਨਾਂ ਨੂੰ ਚੱਕਰ ਆਉਂਦੇ ਆ। ਇਹ ਖੱਬੇ ਨੂੰ ਦੇਖਣ, ਸੱਜੇ ਨੂੰ ਦੇਖ ਲੈਣ। ਫਿਰ ਖੱਬੇ ਨੂੰ। ਇਹ ਐਕਸਰਸਾਈਜ਼ ਆ, ਇਹ ਬਹੁਤ ਵਧੀਆ ਐਕਸਰਸਾਈਜ਼ ਆ ਜੀ। ਇਹਦੇ ਨਾਲ ਬਹੁਤ ਫਰਕ ਪੈਂਦਾ ਹੈਗਾ, ਹੈਲਪ ਹੋ ਜਾਂਦੀ ਆ ਬਹੁਤ ਜ਼ਿਆਦਾ ਜੀ। ਹਾਂਜੀ। ਬਾਕੀ ਲਸਣ ਬਾਰੇ ਪੁੱਛਿਆ ਸੀਗਾ ਭੈਣ ਜੀ, ਅਨਲਿਮਿਟਿਡ ਕੋਈ ਵੀ ਚੀਜ਼, ਈਵਨ ਅਸੀਂ ਪਾਣੀ ਵੀ ਪੀਂਦੇ ਆ ਤਾਂ ਵੀ ਸਾਨੂੰ ਮਾਰ ਦਿੰਦਾ ਉਹ। ਅਸੀਂ ਲਿਮਿਟ ਦੇ ਵਿੱਚ ਖਾਣਾ ਪੀਣਾ, ਲਿਮਿਟ ਦੇ ਵਿੱਚ ਕੋਈ ਵੀ ਚੀਜ਼ ਖਾਧੀ ਹੋਈ, ਲਸਣ ਖਾਧਾ ਹੋਇਆ ਸਾਨੂੰ ਪ੍ਰੋਬਲਮ ਨਹੀਂ ਦਿੰਦਾ। ਅਗਰ ਕਈ ਲੋਕ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਆ ਕੇ ਕਹਿੰਦੇ ਲਸਣ ਠੀਕ ਹੈਗਾ, ਬਹੁਤ ਵਧੀਆ, ਲਸਣ ਬਹੁਤ ਹੀ ਜ਼ਿਆਦਾ ਵਧੀਆ ਐਂਟੀਵਾਇਰਲ, ਐਂਟੀ ਫੰਗਲ ਤੇ ਐਂਟੀਬਾਇਓਟਿਕ ਆ ਜੀ ਇਹ। ਇਹਦੇ ਖਾਣ ਦੇ ਨਾਲ ਹਰ ਇੱਕ ਤਰ੍ਹਾਂ ਦਾ ਵਾਇਰਸ ਮਰਦਾ, ਜ਼ਰੂਰ ਮਰਦਾ। ਪਰ ਇਹਨੂੰ ਜਦੋਂ ਅਸੀਂ ਅਨਲਿਮਿਟਿਡ ਖਾਂਦੇ ਹਾਂ ਤਾਂ ਇਹ ਸਾਡੇ ਗੋਡਿਆਂ ਦੇ ਕਾਰਟਿਲੇਜ ਨੂੰ ਪੈਂਦਾ। ਜਦੋਂ ਸਾਡੇ ਗੋਡਿਆਂ ਦਾ ਕਾਰਟਿਲੇਜ, ਗੋਡੇ ਦੁਖਣ ਲੱਗ ਗਏ, ਇਹਦਾ ਮਤਲਬ ਉਹਨੂੰ ਪੈ ਗਿਆ ਤੇ ਅਸੀਂ ਬੰਦ ਕਰ ਦੇਣਾ ਚਾਹੀਦਾ, ਸਾਨੂੰ ਇਹ ਲੈਣਾ ਨਹੀਂ ਚਾਹੀਦਾ ਫਿਰ। ਤੇ ਇਨਵਰਜਨ ਟੇਬਲ ਜਿਹੜਾ ਜਿਹਦੇ ਟਾਈਮ ਤੇ ਮਰਜ਼ੀ ਅਸੀਂ ਚੜ੍ਹ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਉਹਦੇ ਵਾਸਤੇ 9 ਬਦਾਮ, 9 ਸੌਗੀ ਦੇ ਦਾਣੇ, 2 ਕਾਲੀਆਂ ਮਿਰਚਾਂ ਤੇ 2 ਛੋਟੀ ਇਲਾਇਚੀ, ਇਹਨਾਂ ਨੂੰ ਰਾਤ ਨੂੰ ਭਿਉਂ ਦੇਣਾ, ਸਵੇਰੇ ਛਿੱਲ ਕੇ ਤੇ ਇਹਨਾਂ ਦੀ ਲੇਵੀ ਬਣਾ ਕੇ ਦਿਨ 'ਚ 1 ਵਾਰੀ ਗਰਮ ਦੁੱਧ 'ਚ ਪਾ ਕੇ ਆਪਾਂ ਲੈਣੀ ਹੈਗੀ ਆ। ਇਹਦੇ ਨਾਲ ਬਲਜ ਜਿਹੜੀ ਘਟ ਗਈ ਹੈਗੀ ਆ, ਜਿੱਥੇ ਘਟ ਗਈ ਆ ਆਪਣੇ ਬੈਕ ਦੇ ਵਿੱਚ, ਉੱਥੇ ਬਣਨੀ ਸ਼ੁਰੂ ਹੋ ਜਾਊਗੀ। 30 ਦਿਨ ਲੈਣੀ ਆ ਤੇ 30 ਦਿਨਾਂ ਬਾਅਦ ਅਸੀਂ ਬਹੁਤ ਜ਼ਿਆਦਾ ਠੀਕ ਹੋ ਸਕਦੇ ਹਾਂ ਜੀ। ਪਰਮਾਨੈਂਟ ਵੀ ਠੀਕ ਹੋ ਸਕਦਾ ਜੀ ਇਹ। ਤੇ ਕੈਂਸਰ ਦਾ ਸੀਗਾ ਭੈਣ ਜੀ, ਕੈਂਸਰ ਕਈ ਵਾਰੀ ਫੈਮਿਲੀ ਹਿਸਟਰੀ ਦੇ ਵਿੱਚ ਹੁੰਦਾ। ਕੈਂਸਰ ਫੈਮਿਲੀ ਦੇ ਵਿੱਚ ਚੱਲਦਾ ਹੈਗਾ, ਕਾਫੀ ਚੀਜ਼ਾਂ ਚੱਲਦੀਆਂ ਨੇ, ਜਿਵੇਂ ਥਾਇਰਾਇਡ ਵੀ ਚੱਲਦਾ ਹੈਗਾ। ਤੇ ਉਹਦੇ ਲਈ ਕਾਰਸੀਨੋਸਿਨ ਹੈਗੀ ਆ। ਤੇ ਜਿਹੜਾ ਕੋਲਨ ਕੈਂਸਰ ਹੈਗਾ ਉਹਦੇ ਲਈ ਰੂਟਾ ਜੀ। ਤੇ ਪੈਨਕ੍ਰੀਅਸ ਕੈਂਸਰ ਲਈ ਹੈਗੀ ਆ ਫਾਸਫੋਰਸ। ਇਹਦੇ ਨਾਲ ਅਲੱਗ-ਅਲੱਗ ਹੋਰ ਵੀ ਦਵਾਈਆਂ ਐਡ ਕੀਤੀਆਂ ਜਾ ਸਕਦੀਆਂ ਨੇ। ਜਦੋਂ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਨਾ ਜਿੱਥੇ ਵੀ ਹੈਗੇ ਨੇ ਦੁਨੀਆ ਦੇ ਵਿੱਚ, ਆਪਣੇ ਨੇੜੇ ਦੇ ਡਾਕਟਰਾਂ ਨੂੰ, ਹੋਮਿਓਪੈਥੀ ਦੇ ਡਾਕਟਰਾਂ ਨੂੰ ਮਿਲਣ, ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਭੈਣ ਜੀ। ਇਹ ਜੜ ਤੋਂ ਕੱਢ ਦਿੰਦੀ ਆ ਚੀਜ਼, ਅਗਰ ਸਹੀ ਦਵਾਈ ਚੂਜ਼ ਹੋ ਗਈ ਤਾਂ। ਤੇ ਭੈਣ ਜੀ ਪਿਸ਼ਾਬ ਜਿਹਦਾ ਮਤਲਬ ਕੰਟਰੋਲ ਨਹੀਂ ਹੁੰਦਾ ਹੈਗਾ, ਕਾਲੀਫਾਸ 6X ਤੇ ਕਾਸਟਿਕਮ 200, ਇਹ ਅਗਰ ਮਿਲ ਜਾਂਦੀ ਆ, ਹੋਮਿਓਪੈਥੀ ਦੀਆਂ ਦਵਾਈਆਂ ਨੇ
ਤੇ ਇਹ ਠੀਕ ਹੋ ਸਕਦੇ ਆ। ਜਦੋਂ ਭੈਣ ਜੀ ਵੱਡੀ ਉਮਰ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਨਾ, ਆਪਣਾ ਜਿਹੜਾ ਬਲੈਡਰ ਹੈਗਾ ਉਹ ਬਹੁਤ ਹੱਦ ਤਾਈਂ ਕਮਜ਼ੋਰ ਪੈ ਜਾਂਦਾ। ਕਈਆਂ ਦਾ ਪੈਰਾਲਾਈਜ਼ ਵੀ ਹੋ ਜਾਂਦੀਆਂ ਨੇ ਚੀਜ਼ਾਂ। ਤੇ ਇਹ ਚੀਜ਼ ਇਹ ਬਹੁਤ ਵਧੀਆ ਕੰਮ ਕਰਦੀ ਆ ਜੀ। ਤੇ ਬਾਕੀ ਲਿਵਰ ਦਾ ਹੁਣ ਪੁੱਛਿਆ ਸੀਗਾ ਬਈ ਕੋਈ ਵੀ ਘਰ ਦਾ ਘਰੇਲੂ ਇਲਾਜ, ਪਪੀਤਾ ਬਹੁਤ ਵਧੀਆ ਜੀ। ਪਪੀਤਾ ਜਿੰਨਾ ਵੱਧ ਤੋਂ ਵੱਧ ਖਾਧਾ ਜਾਵੇ ਤੇ ਉਹਦੇ ਬੀਜ ਸਿੱਟਣੇ ਨਹੀਂ ਹੈਗੇ। ਜਿਹੜੇ ਬੀਜ ਨੇ ਬੀਜਾਂ ਨੂੰ ਸੁਕਾ ਲੈਣਾ, 5 ਬੀਜ ਹਰ ਰੋਜ਼ ਪਾਣੀ ਦੇ ਨਾਲ, ਸਵੇਰੇ ਜਿਹੜਾ ਪਾਣੀ ਪੀਂਦੇ ਆ ਉਹਦੇ ਨਾਲ ਲੈ ਲਓ, ਉਹ ਚੰਗਾ ਜੀ ਆਪਣੇ ਲਿਵਰ ਦੀ ਖਾਤਰ। ਤੇ ਦੂਸਰੀ ਚੀਜ਼, ਜਿਨ੍ਹਾਂ ਦਾ ਵੀ ਲਿਵਰ ਫੈਟੀ ਆ, ਜਿਨ੍ਹਾਂ ਦੇ ਗਲ ਬਲੈਡਰ ਨੂੰ ਪ੍ਰੋਬਲਮ ਆ, ਜਿਨ੍ਹਾਂ ਨੂੰ ਐਸਿਡਿਟੀ ਬਣਦੀ ਆ, ਗੈਸ ਬਣਦੀ ਆ, ਜਾਂ ਉੱਦਾਂ ਸਟੋਮਿਕ ਪ੍ਰੋਬਲਮਸ ਨੇ, ਰੋਟੀਆਂ ਬੰਦ ਕਰ ਦੇਣ ਜੀ। ਉਹ ਫਰੂਟ ਸੈਲਡ ਤੇ ਆਪਣਾ ਸੂਪ ਵਗੈਰਾ ਤੇ ਆ ਸਕਦੇ ਨੇ, ਦਾਲ ਵੀ ਖਾ ਸਕਦੇ ਨੇ, ਪਰ ਰੋਟੀ ਨੂੰ ਬੰਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਰੋਟੀ ਤਾਂ ਛੱਡੀ ਨਹੀਂ ਜਾਂਦੀ, ਕੋਈ ਗੱਲ ਹੈ। 408 272 ਸਟੂਡੀਓ ਦਾ ਫੋਨ ਨੰਬਰ ਹੈ ਜੀ। ਕਾਲ ਕਰਕੇ ਇਲਾਜ ਦੱਸਣਾ, ਪੁੱਛਣਾ। ਦਿਲਬਾਗ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਕਿਸੇ ਨੇ ਪੁੱਛਿਆ ਸੀਗਾ ਵੀ ਜਿਹੜਾ ਗਲ ਵਿੱਚ ਟੌਂਸਲ ਜਾਂ ਕੀ ਆ, ਕੁਛ ਵੀ ਆ, ਪ੍ਰੋਬਲਮ, ਤੇ ਉਹ ਲੈਣੇ ਆ, ਬਦਾਮ ਲੈਣੇ ਤਾਂ ਕਾਲੀ ਮਿਰਚ ਲੈਣੀ ਤੇ ਨਾਲ ਉਹਨੂੰ ਚਬਾ ਕੇ ਹੌਲੀ ਹੌਲੀ ਚੂਸਣਾ। ਠੀਕ ਹੈ, ਉਹਨਾਂ ਥੋੜੇ ਦਿਨਾਂ ਦੇ ਵਿੱਚ ਠੀਕ ਹੋ ਜਾਂਦਾ ਇਹ। ਤੇ ਬਲਗਮ ਵੀ ਠੀਕ ਹੋ ਜਾਂਦੀ ਆ। ਤੇ ਉਹ ਤੋਂ ਦੂਜੇ ਨੰਬਰ ਤੇ ਹੈਗੀ ਆ ਮੜੱਕਾ, ਉਹ ਵੀ ਚੂਸਣਾ ਠੀਕ ਹੋ ਜਾਂਦਾ। ਤੇ ਮਲੱਠੀ ਚੂਸਣਾ ਵੀ ਠੀਕ ਹੋ ਜਾਂਦਾ। ਤੇ ਹੋਰ ਇੱਕ ਬਵਾਸੀਰ ਵਾਸਤੇ ਪੁੱਛਿਆ ਸੀਗਾ, ਉਹ ਜਿਹੜਾ ਨਾਰੀਅਲ ਹੁੰਦਾ, ਨਾਰੀਅਲ ਦੇ ਬਾੜਾਂ ਨੂੰ ਲੂਹ ਕੇ ਸਵਾਹ ਬਣਾ ਕੇ ਉਹਦੀ, ਤੇ ਉਹ ਕੱਚੀ ਲੱਸੀ ਦੇ ਨਾਲ ਪੀਣਾ, ਉਹਦੇ ਨਾਲ ਬਵਾਸੀਰ ਠੀਕ ਹੋ ਜਾਂਦੀ ਹੈ ਜੀ। ਉਹ ਦੂਜੀ ਮੋਕੇ ਵਾਲੀ ਆ, ਤੇ ਉਹਦੇ ਕੋਕੋਨਟ ਦਾ ਤੇਲ ਲਾਉਣ ਨਾਲ ਵੀ ਠੀਕ ਹੋ ਜਾਂਦਾ। ਤੇ ਇੱਕ ਹੋਰ ਸਵਾਲ ਪੁੱਛਣਾ ਸੀ ਮੈਂ, ਤੇ ਆਪਣੇ ਫਰੈਂਡ ਆ, ਉਹਨਾਂ ਦੇ ਨਾ ਜਿਹੜੀ ਪੁੜਪੜੀ ਆ ਉੱਥੋਂ ਨਾੜ ਫੁੱਲਦੀ ਆ ਤੇ ਦਰਦ ਹੁੰਦਾ, ਉਹਦੇ ਬਾਰੇ ਪਤਾ ਕਰਨਾ, ਜੇ ਕੁਝ ਪਤਾ ਹੋਵੇ ਦੱਸੋ। ਵੈਸੇ ਉਹ ਠੀਕ ਠਾਕ ਹੈ ਨਾ, ਉਹਨਾਂ ਨੂੰ ਬੀਪੀ ਵਗੈਰਾ ਹੈ ਨਹੀਂ? ਬਾਕੀ ਨਾਰਮਲੀ ਹਾਂਜੀ ਠੀਕ ਆ ਸਭ ਕੁਝ। ਠੀਕ ਹੈ। ਹੁੰਦਾ ਗੁੱਸੇ ਨਾਲ ਹੀ ਉਦਾਂ? ਹਾਂ, ਕੋਈ ਕਾਰਨ ਹੁੰਦਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਦਿਲਬਾਗ ਸਿੰਘ ਜੀ। ਲੱਕੀ, ਉਹਦੇ ਪਹਿਲਾਂ ਵੱਜੇ ਆਪਾਂ ਲੱਕੀ ਸਤਿ ਸ਼੍ਰੀ ਅਕਾਲ। ਜਦੋਂ ਤੁਸੀਂ ਕਾਲ ਕਰਦੇ ਆ ਆਪਣੇ ਨਾਮ ਦਾ ਖਿਆਲ ਰੱਖੀ। ਮਹਿੰਦਰ ਕੌਰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਤੁਸੀਂ ਦੱਸਿਆ ਸੀ ਨਾ ਵੀ ਚਿੱਟੇ ਪਿਆਜ਼ ਦਾ ਰਸ ਬਈ ਚਿੱਟੇ ਮੋਤੀਏ ਤੋਂ ਪਾਉਣਾ, ਵੀ ਕੱਢ ਕੇ ਮੈਂ ਫਰਿੱਜ 'ਚ ਰੱਖ ਲਿਆ, ਉਹ ਪਾਉਣੀ ਆ, ਉਹ ਕੋਈ ਖਰਾਬ ਤਾਂ ਨਹੀਂ ਹੋਊਗਾ? ਫਰਿੱਜ 'ਚ ਰੱਖਿਆ ਹੋਇਆ ਵਾ। ਚਲੋ ਆਪਾਂ ਪੁੱਛਦੇ ਆ, ਉੱਥੇ ਪਿਆ ਰਹਿਣ ਦਿਓ ਕਿਸੇ। ਨਾ ਮੈਂ ਪਾਉਣੀ ਆ, ਉਹ ਤਾਂ ਰਾਤ ਨੂੰ ਇੱਕ ਵਾਰੀ ਪਾਉਣੀ ਆ। ਇੱਕ ਵਾਰੀ ਪਾਵਾਂ ਕਿ ਵੀ 2 ਵਾਰੀ ਪਾ ਸਕਦੀ ਆ? ਕੋਈ ਨਹੀਂ, ਕੋਈ ਦੱਸੂਗਾ ਜਿਹਨੇ ਪਾਇਆ। ਹਾਂ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਸੁਰਿੰਦਰ ਕੌਰ, ਹਾਂਜੀ ਸਤਿ ਸ਼੍ਰੀ ਭੈਣ ਅਕਾਲ। ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਨਾ ਬਾਹਰਲੇ ਪਾਸਿਓਂ ਗਿੱਟਾ ਦੁਖਦਾ ਆ, ਖੱਬੇ ਪੈਰ ਦਾ। ਹਾਂਜੀ। ਉਹ ਤੋਂ ਤਾਂ ਉਸ ਨਾੜ ਦੇ ਵਿੱਚ ਦੀ ਤਾਂ ਨੂੰ ਦਰਦ ਜਾਂਦੀ ਆ, ਕਿੰਨੇ ਦਿਨ ਹੋ ਗਏ। ਠੀਕ ਆ। ਹਾਂਜੀ। ਤੇ ਅੱਗੇ ਮੈਂ ਪਿਛਲੇ ਮੰਗਲਵਾਰ ਵੀ ਕਿਹਾ ਸੀ, ਫਿਰ ਮੈਨੂੰ ਤੁਸੀਂ ਕਿਸੇ ਨੇ ਦੱਸਿਆ ਨਹੀਂ। ਚਲੋ ਅੱਜ ਫਿਰ ਪੁੱਛ। ਹਾਂਜੀ। ਤੇ ਉਹ ਨਾ ਮੈਂ ਐਕਸਰਾ ਵੀ ਕਰਾਇਆ, ਕਾਸ ਨਾਲ ਆਰਾਮ ਨਹੀਂ ਭੈਣ ਜੀ ਆਉਂਦਾ। ਐਕਸਰੇ ਨਾਲ ਆਰਾਮ ਤਾਂ ਨਹੀਂ ਆਉਣਾ? ਕੀ ਦੱਸਿਆ ਨਹੀਂ ਉਹਨਾਂ? ਕੁਛ ਨਹੀਂ ਕਹਿੰਦੇ, ਕੁਛ ਨਹੀਂ ਹੈਗਾ। ਠੀਕ ਆ। ਉਦਾਂ ਸੋਜ ਪਈ ਹੋਈ ਆ, ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਜਦੋਂ ਫਿਰ ਮੈਂ ਲੰਮੀ ਪੈਂਦੀ। ਦਿਨੇ ਵੀ ਦੁਖਦਾ ਰਹਿੰਦਾ, ਉਦਾਂ ਤੁਰੀ ਤਾਂ ਫਿਰਦੀ ਆ ਮੈਂ। ਠੀਕ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖੋ, ਕਈ ਲੋਕ ਆਯੁਰਵੈਦਿਕ ਨੂੰ ਮੰਨਦੇ ਨਹੀਂ, ਪਰ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਆ ਤੇ ਤੁਹਾਡੇ ਐਕਸਰੇ ਲੈ ਕੇ ਵੀ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਕਈ ਵਾਰੀ ਕੀ ਹੋਇਆ ਆ। ਰਜੇਸ਼, ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰੇ ਪਿਤਾ ਜੀ ਨੂੰ ਇੱਕ ਤਾਂ ਨਹੀਂ ਆਉਂਦੀ ਤੇ ਇੱਕ ਭੁੱਖ ਨਹੀਂ ਲੱਗਦੀ। ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ, ਉਦਾਂ ਠੀਕ ਠਾਕ ਹੈਗੇ ਆ? ਹਾਂਜੀ, ਠੀਕ ਆ। ਥੈਂਕ ਯੂ ਜੀ। ਥੈਂਕ ਯੂ। ਦੱਸਿਓ ਜੀ, ਇੱਕ ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ। ਜਬਰਾਜ, ਪੁੱਛਿਆ ਸੀ ਇਹਨਾਂ ਦਾ ਗਿੱਟੇ ਦੇ ਵਿੱਚ ਪੇਨ ਹੁੰਦੀ ਆ, ਤੇ ਉਹਨਾਂ ਨੂੰ ਦੱਸਿਆ ਵੀ 3 ਵਾਰੀ ਦਿਨ ਦੇ ਵਿੱਚ ਆਈਸ ਪਾਣੀ ਦੇ ਵਿੱਚ ਆਈਸ ਪਾ ਕੇ ਪਾਣੀ ਉਹਦੇ ਵਿੱਚ 15 ਮਿੰਟ ਉਹਨੂੰ ਸੋਕ ਕਰਕੇ ਰੱਖਣ ਤੇ ਉਹਨਾਂ ਦੇ ਗਿੱਟੇ ਦੇ ਵਿੱਚ ਦਰਦ ਹਟ ਜਾਊਗੀ। ਤੇ ਦੂਸਰੀ ਜਿਹੜੇ ਕਹਿੰਦੇ ਨੀਂਦ ਨਹੀਂ ਆਉਂਦੀ, ਤੇ ਇਹਨਾਂ ਨੂੰ ਸ਼ਾਮ ਸੌਣ ਤੋਂ ਪਹਿਲਾਂ 15-20 ਮਿੰਟ ਬੈਠ ਕੇ ਡੀਪ ਬਰੀਥਿੰਗ ਈਚ ਨੋਸਟਰਲ ਦੇ ਵਿੱਚ ਬਰੀਥਿੰਗ ਐਲੀਮੈਂਟ ਥੋੜੀ ਆਫ ਹੋ ਜਾਂਦੀ ਹੈ, ਉਹਦੇ ਕਰਕੇ ਬ੍ਰੇਨ ਨੂੰ ਥੋੜਾ ਸ਼ਾਂਤ ਕਰਨ ਵਾਸਤੇ। ਥੈਂਕ ਯੂ ਜੀ, ਥੈਂਕ ਯੂ। ਆ ਜਿਹੜੀਆਂ ਬਰੀਥਿੰਗ ਐਕਸਰਸਾਈਜ਼ ਦੱਸੀਆਂ ਉਹ ਬੜੀਆਂ ਵਧੀਆ ਆ। ਕਰਨੇ ਲਈ ਕਈ ਵਾਰੀ ਇਹ ਹੁੰਦਾ ਵੀ ਕਿਵੇਂ ਕਰੀਏ। ਲੰਬਾ ਸਾਹ ਲੈ ਲੈਣਾ ਤੁਸੀਂ, ਤਾਂ ਉਸ ਸਾਹ ਨੂੰ ਹੋਲਡ ਕਰਕੇ ਰੱਖਣਾ ਅੰਦਰ ਕੁਝ ਸੈਕਿੰਡ, ਤੇ ਮੂੰਹ ਰਾਹੀਂ ਉਹਨੂੰ ਹੌਲੀ ਹੌਲੀ ਕਰ। ਬੇਸ਼ੱਕ ਤੁਸੀਂ ਸੌਣ ਲੱਗੇ ਕਰ ਲਓ, ਬੇਸ਼ੱਕ ਤੁਸੀਂ ਸ਼ਾਮ ਪਹਿਲਾਂ ਕਰ ਲਓ। ਉਹਦੇ ਨਾਲ ਬਹੁਤ ਸਾਰੇ ਜਿਹੜੇ ਕੈਮੀਕਲ ਆ ਨਾ ਉਹ ਨਿਕਲ ਜਾਂਦੇ। ਪਹਿਲਾਂ ਸਾਹ ਨੂੰ ਅੰਦਰ ਖਿੱਚਣਾ ਲੰਬਾ ਸਾਹ ਲੈ ਕੇ, ਫਿਰ ਉਹਨੂੰ ਹੋਲਡ ਕਰਨਾ, ਤੇ ਫਿਰ ਹੌਲੀ ਹੌਲੀ ਮੂੰਹ ਰਾਹੀਂ ਕਰ। ਜਸਵੀਰ,
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਸਾਡੇ ਨਾ ਮੇਰੇ ਬ੍ਰਦਰ ਦੇ ਜੀ ਦੋਨੇ 2-3 ਸੱਜੇ ਹੱਥ ਦੀਆਂ ਉਂਗਲਾਂ ਤੇ 2-3 ਖੱਬੇ ਹੱਥ ਦੀਆਂ ਉਂਗਲਾਂ ਜੀ, ਤੇ ਉਹਨਾਂ ਨਹੁੰ ਸਣੇ ਉਹਨਾਂ ਨੂੰ ਫੰਗਸ ਹੋਈ ਪਈ ਹੈ ਜੀ, ਨਹੁੰਾਂ ਨੂੰ ਠੀਂਗੂਰੇ ਹੱਥਾਂ ਦੇ ਜੀ। ਠੀਕ ਹੈ ਜੀ। ਤੇ ਜੇ ਕੋਈ ਭੈਣ ਭਰਾ ਦੱਸ ਦੇਵੇ ਜੀ ਉਹਦੇ ਕੀ ਕਰਨਾ। ਇੱਕ ਵਾਰੀ ਤੁਸੀਂ ਦੱਸਿਆ ਸੀ, ਮੈਂ ਸੁਣਿਆ ਸੀ ਪਹਿਲਾਂ ਵੀ ਉਹ ਮਤਲਬ ਵਿਨੇਗਰ ਦੇ ਵਿੱਚ ਪਰ ਉਹਦੇ ਨਾਲ ਕੋਈ ਖਾਸ ਫਰਕ ਨਹੀਂ ਪਿਆ। ਠੀਕ ਹੈ ਠੀਕ ਹੈ, ਆਪਾਂ ਹੋਰ ਵੀ ਪੁੱਛ। ਸੁਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲਾਲ ਲਾਲ ਕਾਲੇ ਕਾਲੇ ਜਿਹੇ ਦਾਗ ਪੈ ਜਾਂਦੇ। ਅੱਛਾ ਜੀ। ਇਹਦੇ ਬਾਰੇ ਕੋਈ ਦੱਸਿਓ ਕੁਛ ਹਨਾ। ਤਾਂ ਇੱਕ ਜੇ ਮੈਂ ਉੱਠ ਕੇ ਨਾ ਮੈਂ ਤੁਰਦੀ ਪਈ ਹਾਂ ਜਾਂ ਕੁਛ ਹੁਣ ਮਾੜੀ ਮੋਟੀ ਦਾਲ ਬਣਾਵਾਂ ਰੋਟੀ ਬਣਾਵਾਂ ਇੰਨਾ ਕੁ ਚਿਰ ਖੜਾ ਤਾਂ ਮੇਰੇ ਪੈਰਾਂ ਨੂੰ ਸੋਜ ਪੈ ਜਾਂਦੀ ਜੇ ਮੰਜੇ ਤੇ ਏਦਾਂ ਉੱਚੇ ਪੈਰ ਕਰਕੇ ਤਾਂ ਫਿਰ ਹਟ ਜਾਂਦੀ। ਇਹਦੇ ਬਾਰੇ ਕੀ ਕਰਾਂ, ਕੀ ਕਰ ਸਕਦੀ? ਠੀਕ ਹੈ ਜੀ। ਹਾਂਜੀ ਥੈਂਕ ਯੂ ਜੀ। ਥੈਂਕ ਯੂ। ਸੁਰਿੰਦਰ ਕੌਰ। ਸੁਰਿੰਦਰ ਕੌਰ ਜੀ। ਹੈਲੋ ਸਤਿ ਸ਼੍ਰੀ ਰਵਿੰਦਰ ਅਕਾਲ। ਕੌਰ ਬੋਲਦੇ ਭੈਣ ਜੀ? ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ ਮੈਨੂੰ ਨਾ ਰੁਮਾਥੈਰੇਪੀ ਡਾਕਟਰ ਨੇ ਦੱਸਿਆ। ਕੀ ਆ ਤੁਹਾਨੂੰ? ਤੇ ਰੁਮਾਥੈਰੇਪੀ ਹਾਂ ਗਠੀਆ ਕਹੋ ਪੰਜਾਬੀ ਚ। ਹਾਂਜੀ ਉਹ ਇੱਥੇ ਮੈਂ ਪਹਿਲਾਂ ਉੱਥੇ ਪੰਜਾਬ ਖਾਂਦੇ ਸੀ ਦਵਾਈ, ਤੇ ਹੁਣ ਮੈਂ ਇੱਥੇ ਆਈ ਹਾਂ ਅਮਰੀਕਾ ਚ ਤੇ ਸ਼ਿਕਾਗੋ ਤੋਂ ਬੋਲਦੀ। ਹਾਂਜੀ ਤੇ ਉਹਨਾਂ ਨੇ ਇਹ ਦੱਸਿਆ ਤੇ ਇੱਕ ਉਹ ਕਹਿੰਦੇ ਵੀ ਗੈਪ ਆ ਜੋੜਾਂ ਦੇ ਵਿੱਚ, ਜੁਆਇੰਟਸ ਗੈਪ ਆ ਤੇ ਨਸਾਂ ਬਹੁਤ ਕਮਜ਼ੋਰ ਹੋਈਆਂ ਤੇ ਮੈਨੂੰ ਉੱਠਣਾ ਬੈਠਣਾ ਬਹੁਤ ਮੁਸ਼ਕਲ, ਤੁਰ ਵੀ ਬਹੁਤ ਮੁਸ਼ਕਲ ਹੁੰਦਾ ਤੇ ਜਦੋਂ ਮੈਂ ਪੌੜੀ ਚੜ੍ਹਦੀ ਤੇ ਮੇਰੇ ਚੜ੍ਹ ਨਹੀਂ ਹੁੰਦਾ। ਤੇ ਮੈਨੂੰ ਕੋਈ ਦੱਸੋ ਇਹਦਾ। ਹਾਂਜੀ ਤੇ ਜੇ ਮੈਂ ਦੁੱਧ ਪੀਂਦੀ ਹਾਂ ਤਾਂ ਦੁੱਧ ਨਹੀਂ ਮੈਨੂੰ ਪਚਦਾ ਤੇ ਮੈਨੂੰ ਬਵਾਸੀਰ ਹੋਈ ਆ, ਛਾਲੇ ਜਿੱਦਾਂ ਹੋਏ ਨਾ ਮੁੱਕ ਜੇ ਤੇ ਇਸ ਤਰ੍ਹਾਂ ਹੋਈ ਉਹ। ਤੇ ਇਹਦਾ ਕੋਈ ਇਲਾਜ ਹੈਗਾ ਤਾਂ ਮੈਨੂੰ ਦੱਸੋ ਜੀ। ਜ਼ਰੂਰ ਜ਼ਰੂਰ ਸੁਣਦੇ ਰਹੋ। ਹਾਂਜੀ ਜਿਹੜੇ ਮੇਰੇ ਕੂਹਣੀਆਂ ਦੇ ਉੱਪਰ ਹੈ ਨਾ ਬਾਹਾਂ, ਜਿੱਦਾਂ ਫੋਨ ਵੀ ਫੜਦੀ ਤਾਂ ਫੜਦੀ ਹੁੰਦਾ ਮੇਰੇ ਤੋਂ ਬਾਹਾਂ ਤੋਂ। ਅੱਛਾ ਹਾਂਜੀ ਮੁੜਦੀਆਂ ਹੈ ਜਿਹੜੇ ਘਮਾਉਂਦੇ ਨਹੀਂ ਹਾਂਜੀ ਮੋੜਦੀਆਂ ਤੇ ਚੱਕਦੀਆਂ ਤਾਂ ਉਹਨਾਂ ਨੇ ਨਾਲ ਦਿੱਤੀਆਂ ਥੈਰੇਪੀਆਂ ਦਿੰਦੇ ਆ ਤੇ ਪਰ ਮੇਰੀ ਬਾਂਹ ਉੱਪਰ ਡੋਲੇ ਬਹੁਤ ਦੁਖਦੀ ਬਾਂਹ ਤੇ ਖੱਬੇ ਪਾਸੇ ਤਾਂ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਮੋਢੇ। ਠੀਕ ਹੈ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੱਸਦਾ ਜੀ ਇਲਾਜ ਇੰਡੀਆ ਤੋਂ ਆਏ ਆ ਅਮਰੀਕਾ ਦੇ ਵਿੱਚ। ਇੰਡੀਆ ਦੇ ਵਿੱਚ ਤਾਂ ਦੇਸੀ ਇਲਾਜ ਬੜੇ ਘੱਟ ਕਿਸੇ। ਲਾਲੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਰਾ ਇੰਡੀਆ ਆ। ਉੱਚੀ ਬੋਲੋ ਥੋੜਾ ਜਿਹਾ। ਹਾਂਜੀ ਇੰਡੀਆ ਮੇਰਾ ਭਰਾ, ਉਹਦੇ ਪੈਰ ਹੱਥ ਬਹੁਤ ਪੜਦੇ, ਉਹ ਹਟਦੇ ਹੀ ਨੇ ਬਹੁਤ। 2 ਸਾਲ ਹੋ ਗਏ ਕਦੇ ਆਰਾਮ ਆ ਜਾਂਦਾ, ਬਹੁਤ ਦਵਾਈਆਂ ਖਾਂਦੇ ਹਨਾ, ਲਾਈਆਂ ਵੀ ਬਹੁਤ ਦਵਾਈਆਂ, ਵਿਆਈਆਂ ਪਾਟੀਆਂ ਹੁੰਦੀਆਂ, ਜਰਾਬਾਂ ਹਰ ਟਾਈਮ ਨੇ ਲਾਉਂਦੇ, ਬਹੁਤ ਜ਼ਿਆਦਾ ਉਹਨਾਂ ਦਾ ਮੰਦਾ ਹਾਲ ਆ। ਠੀਕ ਹੈ ਜੀ। ਦੱਸੋ ਕੋਈ ਦਵਾਈ। ਤੇ ਇੱਕ ਹੋਰ ਆ ਮੇਰਾ ਪੋਤਾ ਆ 15 ਸਾਲਾਂ ਦਾ, ਉਹਨੂੰ ਗਰਮੀ ਬੜੀ ਹੱਥਾਂ ਪੈਰਾਂ ਨੂੰ। ਠੀਕ ਹੈ ਜੀ। ਅੱਗੇ ਵੀ 2 ਵਾਰ ਮੈਂ ਪੁੱਛਿਆ ਕੋਈ ਦੱਸਿਆ ਆਨਸਰ ਤਾਂ ਦਿੱਤਾ, ਆਪਾਂ ਕਈ ਵਾਰੀ ਨਾ ਭੁੱਲ ਜਾਂਦੇ। ਸੁਣ ਸੌਰੀ ਹੋ ਸਕਦਾ ਦੇ ਵੀ ਜਾਂਦੇ ਹੋ। ਇਲਾਜ ਦੱਸੇ ਗਏ ਆ। ਇਲਾਜ ਜ਼ਰੂਰ ਆ ਦੱਸ ਪੈਰਾਂ ਦਾ ਤਾਂ ਹੱਥਾਂ ਦਾ। ਠੀਕ ਹੈ ਜੀ। ਹਾਂ ਸੌਰੀ। ਓਕੇ ਜੀ ਥੈਂਕ ਯੂ ਜੀ। ਹਾਂਜੀ ਬਿਲਕੁਲ ਇਲਾਜ ਤੇ ਕਿਤੇ ਕੋਈ ਭਾਮਾ ਰਹਿ ਜਾਏ ਦੱਸ ਜਾਂਦੇ ਆ। ਕਈ ਵਾਰੀ ਆਪਾਂ ਸੁਣਨਾ 40827252 ਸਟੂਡੀਓ ਫੋਨ ਨੰਬਰ ਆ। ਜਿਹੜੇ ਹੋਲਡ ਤੇ ਆ ਪਲੀਜ਼ ਹੋਲਡ ਤੇ ਬਣੇ ਰਹਿਣਾ। ਆਪਾਂ ਆਉਣੇ ਇੱਕ ਬਹੁਤ ਸੁਣ ਰਹੇ ਸਾਰੀ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਤੁਸੀਂ ਕਾਲ ਕਰਕੇ ਆਪਣੀ ਕੋਈ ਵੀ ਬਿਮਾਰੀ ਪੁੱਛਣੀ ਆ ਜਾਂ ਤੁਸੀਂ ਦੱਸਣੀ ਆ, ਕਾਲ ਕਰ ਸਕਦੇ ਹੋ 4082725200 ਪੰਜਾਬੀ ਰੇਡੀਓ USA ਤੇ ਇਹ ਪ੍ਰੋਗਰਾਮ ਆ ਮੰਗਲਵਾਰ ਨੂੰ ਆਉਂਦਾ 4 ਤੋਂ 5:30, ਵੀਰਵਾਰ ਨੂੰ ਸਾਡੇ ਨਾਲ 3:30 ਵਜੇ ਜਗਵੀਰ ਸਿੰਘ ਹੁੰਦੇ ਨੇ, ਉਹ ਪ੍ਰੋਗਰਾਮ ਸੁਣਦੇ ਨੇ। ਜਿਹੜੇ ਇਲਾਜ ਨਹੀਂ ਦੱਸੇ ਜਾਂਦੇ ਤਾਂ ਉਹਨਾਂ ਬਾਰੇ ਉਹ ਦੱਸਦੇ ਆ ਤੇ ਐਤਵਾਰ ਰਾਤ ਨੂੰ ਇਹ ਪ੍ਰੋਗਰਾਮ ਰਿਪੀਟ ਹੁੰਦਾ ਆ, ਉਹ ਤੁਸੀਂ ਸੁਣਦੇ ਹੋ। ਵੈਸੇ YouTube ਦੇ ਉੱਤੇ ਵੀ ਇਸ ਨੂੰ ਤੁਸੀਂ ਸੁਣ ਸਕਦੇ ਆ। ਚੱਲਦੇ ਹਾਂ ਕਾਲਸ ਵੱਲ। ਬੀਬੀ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਬੇਬੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਇਹ ਪੁੱਛਣਾ ਸੀ, ਜਿਹੜਾ ਤੁਸੀਂ ਛੱਲੀਆਂ ਬਾਰੇ ਨਹੀਂ ਦੱਸਦੇ ਸੀ, ਛੱਲੀਆਂ ਦੇ ਬਾਲ ਹਾਂਜੀ ਲੈ ਕੇ ਉਬਾਲਨੇ। ਹਾਂਜੀ ਹਾਂਜੀ ਉਹ ਕਿੱਦਾਂ ਫਿਰ ਮੁੜ ਕੇ ਪਾਣੀ ਪੀਣਾ ਉਹਦਾ ਪੁਣ ਕੇ ਉਹਨੂੰ। ਅੱਛਾ ਜੀ ਕਿੰਨੇ ਟਾਈਮ ਪੀਣਾ ਤੇ ਕਦੋਂ ਕਦੋਂ ਪੀਣਾ? ਉਹ ਤੁਹਾਡੀ ਮਰਜ਼ੀ, ਕਿੰਨਾ ਪੀਣਾ ਕਿੰਨੇ ਵਾਰੀ ਪੀਣਾ ਉਹ ਤੁਹਾਡੀ ਮਰਜ਼ੀ। ਅੱਛਾ ਉਹ ਫ੍ਰਿਜ 'ਚ ਰੱਖੇ ਖਰਾਬ ਤੇ ਨਹੀਂ ਹੁੰਦਾ? ਨਹੀਂ ਕੁਛ ਨਹੀਂ ਖਰਾਬ ਹੁੰਦਾ, ਬਸ ਤੁਸੀਂ ਥੋੜਾ ਜਿਹਾ ਰੋਜ਼ ਹੀ ਕਰ ਲਿਆ ਕਰੋ। ਦੀਆ ਇੰਨੀਆਂ ਤਾਂ ਛੱਲੀਆਂ ਦੇ ਬੀਜ ਉਬਾਲ ਕਿੱਥੋਂ ਲਿਆਣੇ? ਸਾਡੇ ਲੱਗੇ 4-5, ਮੈਂ ਉਹਨਾਂ ਦੇ 2 ਦੇ ਲੈ ਕੇ ਉਬਾਲ ਕੇ ਬਣਾ ਕੇ ਰੱਖਿਆ ਹੋਇਆ। ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿੱਦਾਂ ਕਿੱਦਾਂ ਪੀਵਾਂ। ਠੀਕ ਹੈ ਠੀਕ ਹੈ ਮੈਂ ਦੱਸਦੇ। ਸੁਣਦੇ ਤੁਸੀਂ ਜ਼ਰੂਰ ਰਹੇ ਹੋ। ਪੀਣ ਨੂੰ ਜਿਵੇਂ ਪਾਣੀ ਪੀਂਦੇ ਆ ਤੁਸੀਂ ਉੱਦਾਂ ਹੀ ਪੀਣਾ ਆ। ਬਾਕੀ ਇਹ ਤਾਂ ਕਾਮਨ ਸੈਂਸ ਆ ਕਿ ਤੁਸੀਂ ਛੱਲੀਆਂ ਦੇ ਜੇ ਬਾਲ 4-5 ਆ ਜਾਂ ਜ਼ਿਆਦਾ 10-15 ਆ, ਤੁਸੀਂ ਉਹਨਾਂ ਨੂੰ ਵੈਸੇ ਫਰਿੱਜ 'ਚ ਰੱਖ ਸਕਦੇ ਆ ਲਿਫਾਫੇ 'ਚ ਪਾ ਕੇ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇੱਕੋ ਵਾਰੀ ਪਾਣੀ ਬਣਾਉਣਾ ਸਾਰੀਆਂ ਦਾ। ਸੋ ਕਈਆਂ ਨੂੰ ਬਹੁਤ ਜ਼ਿਆਦਾ ਵੀ ਮਿਲ ਜਾਂਦੇ ਆ, ਤੁਸੀਂ ਸੁਕਾ ਵੀ ਸਕਦੇ। ਕੌਰਨ ਮੇਰੇ ਖਿਆਲ ਆ ਕੌਰਨ ਸਮਥਿੰਗ ਇਹਨਾਂ ਨੂੰ ਕੁਛ ਕਹਿੰਦੇ ਹੈਗੇ ਆ, ਇਹ ਤੁਹਾਨੂੰ ਤੁਸੀਂ ਬਾਏ ਵੀ ਕਰ ਸਕਦੇ ਆ। ਸੋ ਬਹੁਤ ਕੁਛ ਇੱਦਾਂ ਦਾ ਆ, ਤੁਸੀਂ ਆਪਣੀ ਕਾਮਨ ਸੈਂਸ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਆ। ਸੰਦੀਪ ਕੁਮਾਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੇ ਇੱਕ ਬੰਨੇ ਪੈਰ ਤੇ ਛਾਲੇ ਹੋ ਜਾਂਦੇ ਆ ਜੀ। ਇੱਕੋ ਪਾਸੇ? ਹਾਂਜੀ ਇੱਕ ਪਾਸੇ ਠੀਕ ਆ। ਅੱਛਾ ਦੂਜਾ ਪਾਸਾ ਠੀਕ ਆ। ਹਾਂਜੀ ਥੈਂਕ ਯੂ।
ਥੈਂਕ ਯੂ ਜੀ। ਇਹ ਵੀ ਡਿਸਕ੍ਰਿਮੀਨੇਸ਼ਨ ਪੈਰ ਇੱਕ ਦੂਜੇ ਨਾਲ ਕਰਦੇ ਆ ਵੀ ਇੱਕ ਪਾਸੇ ਹੁੰਦੇ ਇੱਕ ਪੈਰ ਤੇ। ਜ਼ਰੂਰ ਦੱਸਿਆ ਸੀ ਜੇ ਕਿਸੇ ਨੂੰ ਪਤਾ ਹੋਇਆ। ਜਸਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਸੋ 2 ਕੁਐਸਚਨ ਆ। ਇੱਕ ਤਾਂ ਜਿਵੇਂ ਤੁਹਾਡੇ ਆਪਣੇ ਬਜ਼ੁਰਗਾਂ ਦੇ ਜਾਂ 50-60 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਦਾ ਖੜਨਾ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਆਸਟੀਓਪੋਰੋਸਿਸ ਕਹਿ ਦਿੰਦੇ ਹਾਂ। ਹਾਂਜੀ। ਉਹਦਾ ਜੇ ਕੋਈ ਇਲਾਜ ਹੋਵੇ ਜਿਵੇਂ ਜਿਹਨੂੰ ਪਤਾ ਹੋਵੇ, ਜਾਂ ਜਗਵੀਰ ਭਾਈ ਸਾਹਿਬ, ਵੀ ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ, ਹੱਡੀਆਂ ਦਾ ਖੜਨਾ ਸ਼ੁਰੂ ਹੋ ਗਿਆ। ਦੂਸਰਾ ਜਿਹੜਾ ਅਸ਼ਵਗੰਧਾ ਆ ਉਹ ਕਾਹਦੇ ਵਾਸਤੇ ਵਰਤਿਆ ਜਾਂਦਾ, ਜਾਂ ਕਿੰਨਾ ਕੁ ਉਹਨੂੰ ਵਰਤਣਾ ਚਾਹੀਦਾ? ਬਹੁਤ ਸਾਰੀਆਂ ਵੱਖ-ਵੱਖ ਬਿਮਾਰੀਆਂ ਲਈ ਉਹ ਵਰਤਿਆ ਜਾਂਦਾ ਹੈ। ਆਪਾਂ ਜ਼ਰੂਰ ਪੁੱਛ ਲੈ। ਥੈਂਕ ਯੂ। ਅਸ਼ਵਗੰਧਾ ਦੇ ਨਾਲ ਕਈਆਂ ਦਾ ਜਿਹੜਾ ਬਲੱਡ ਪ੍ਰੈਸ਼ਰ ਉਹ ਵੀ ਠੀਕ ਹੁੰਦਾ, ਤੇ ਡਿਪਰੈਸ਼ਨ ਲਈ ਵੀ ਦੱਸਦੇ ਹੈਗੇ, ਪਰ ਉਸ ਤੋਂ ਵੱਧ ਵੀ ਦੱਸਦਾ ਜੀ ਜੇ ਕਿਸੇ ਨੇ ਦੱਸਣੇ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਜਿਹੜਾ ਪੁੱਛਦੇ ਸੀ ਆਪਣੇ ਵਿਆਹਾਂ ਦੇ ਲਈ, ਇੱਥੇ ਪੰਜਾਬੀ ਰੇਡੀਓ ਤੇ ਪਹਿਲਾਂ ਵੀ ਦੱਸਿਆ ਸੀ। ਅਸੀਂ ਉੱਥੇ ਇੰਡੀਆ ਵੀ ਵਰਤਦੇ ਹੁੰਦੇ ਸੀਗੇ, ਤੇ ਇੱਥੇ ਤਾਂ ਵੈਸਲੀਨ ਦੱਸਿਆ ਸੀ ਐਡ ਕਰਨੀ, ਪਰ ਅਸੀਂ ਤਾਂ ਇਕੱਲਾ ਉਹੀ ਕਰਦੇ ਸੀਗੇ, ਤੇ ਉਹ ਵੈਸਲੀਨ ਐਡ ਕਰ ਲੈਣ। ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ ਮੂਲੀਆਂ ਸਰੋਂ ਦੇ ਤੇਲ 'ਚ ਰਿੰਨ ਲੈਣੀਆਂ ਕੱਦੂਕਸ ਕਰਕੇ ਵਿਆਹਾਂ ਲਈ। ਹਾਂਜੀ, ਤੇ ਉਹਨੂੰ ਬਾਅਦ 'ਚ ਭੁੰਨ ਲੈਣਾ। ਉਹ ਭੁੰਨ ਕੇ ਉਹਦੇ ਵਿੱਚ ਮੋਮ ਪਾ ਲੈਣੀ ਆ। ਉਹ ਇੰਡੀਆ 'ਚ ਹੈਗੇ ਆ ਬਲਵਿੰਦਰ ਜੀ? ਉਹ ਇੰਡੀਆ 'ਚ ਹੈ ਜਿਹਨਾਂ ਦੇ ਏਦਾਂ ਹੁੰਦਾ ਹੈ। ਉਹ ਇੰਡੀਆ 'ਚ ਫਿਰ ਉਹ ਵਧੀਆ ਕਰ ਸਕਦੇ ਆ। ਤੇ ਮੂਲੀਆਂ ਰਿੰਨ ਉਹਦੇ 'ਚ ਸਰੋਂ ਦੇ ਤੇਲ 'ਚ ਰਿੰਨ ਕੇ ਉਹਨਾਂ ਨੂੰ ਭੁੰਨ ਲੈਣਾ। ਮੂਲੀਆਂ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ, ਉਹਦੇ ਵਿੱਚ ਮੋਮ ਪਾ ਲੈਣੀ ਆ। ਉਹਨੂੰ ਹੀ ਮੋਮ ਉਹ ਗਰਮ ਤੇਲ 'ਚ ਹੀ ਪਾ ਲੈਣੀ, ਉਹ ਖੁਰ ਜਾਣੀ ਆ, ਤੇ ਵਿੱਚ ਵੈਸਲੀਨ ਵੀ ਪਾ ਲੈਣੀ ਆ। ਤੇ ਪੰਜਾਬੀ ਰੇਡੀਓ ਤੇ ਕਿਹਾ ਸੀ ਵੈਸਲੀਨ ਤੇ ਮੋਮ ਦੋਨੋਂ ਚੀਜ਼ਾਂ। ਹਾਂਜੀ, ਤੇ ਉਹ ਕਰ ਸਕਦੇ ਆ, ਉਹ ਠੀਕ ਆ ਉਹਨਾਂ ਲਈ। ਬਾਕੀ ਜਿਨ੍ਹਾਂ ਦੇ ਭੌਰੀਆਂ ਵਾ, ਉਹ ਕੋਕਾ ਬਟਰ ਕਰੀਮ ਮਿਲਦੀ ਹੈ ਇੱਥੋਂ, ਤੇ ਉਹਦੇ ਵਿੱਚ ਸੈਫਟਰਨ ਦੀਆਂ ਗੋਲੀਆਂ, ਜੇ ਹੁਣ ਸੈਫਟਰਨ ਦੀਆਂ ਗੋਲੀਆਂ ਨਹੀਂ ਵੀ ਮਿਲਦੀਆਂ, ਹੁਣ ਇੰਡੀਆ ਤਾਂ ਮਿਲਦੀਆਂ, ਤੇ ਇੱਥੇ ਐਂਟੀਬਾਇਓਟਿਕ ਜਿਹੜੀ ਕਰੀਮ ਹੁੰਦੀ ਆ ਕਾਊਂਟਰ ਤੋਂ ਲੈ ਕੇ, ਉਹ ਵਿੱਚ ਉਨੀਆਂ ਬਰਾਬਰ ਦੀ ਮਿਕਸ ਕਰਨੀ ਆ, ਤੇ ਵਿਟਾਮਿਨ ਈ ਆਇਲ ਵਿੱਚ ਉਹ ਮਿਕਸ ਕਰਨਾ। ਉਹ ਤੁਸੀਂ ਭੌਰੀਆਂ ਤੇ ਲਾ ਸਕਦੇ ਆ। ਮੇਰੀ ਫਰੈਂਡ ਨੇ ਲਾਇਆ ਸੀ, ਉਹਦੇ ਤਾਂ 8-10 ਦਿਨਾਂ 'ਚ ਠੀਕ ਹੋ ਗਈ ਸੀ ਪੈਰਾਂ ਦੀ ਜਿਹੜੀ ਭੌਰੀ। ਥੱਲੇ ਹੁੰਦੀ ਆ ਨਾ ਭੌਰੀ ਪੈਰ ਦੇ ਥੱਲੇ। ਹਾਂਜੀ, ਜਿੱਦਾਂ ਥੱਲੇ ਹੁੰਦੀ ਆ, ਅਟਣ ਜੇ ਵੀ ਕਈਆਂ ਦੇ ਪੈ ਜਾਂਦੇ ਆ, ਉਹ ਵੀ ਠੀਕ ਹੋ ਜਾਂਦੇ ਆ। ਉਹਨੂੰ ਆਪਾਂ ਭੌਰੀ ਕਹਿ ਸਕਦੇ ਆ, ਜਿਹੜੇ ਸਖਤ ਜਿਹਾ ਮਾਸ ਹੋ ਜਾਂਦਾ। ਤੇ ਉਹ ਬਾਕੀ ਜਿਹੜਾ ਸਿਰ ਦੇ ਜਿਹਨਾਂ ਦੇ ਸੱਟ ਵੱਜੀ ਆ, ਤੇ ਇਹਨਾਂ ਨੇ ਆਪਣੇ ਦੱਸਿਆ ਸੀ, ਰੇਡੀਓ ਤੇ ਵੀ ਦੱਸਿਆ ਸੀ। ਮੇਰੇ ਸੱਟ ਵੱਜ ਗਈ ਸੀ ਪਿਛਲੇ ਸਾਲ ਇੰਡੀਆ ਗਈ, ਤੇ ਮੇਰੇ ਸਿਰ 'ਚ ਆਟੋ ਵੱਜਿਆ ਸੀ, ਤੇ ਉੱਥੇ ਮੈਨੂੰ ਡਾਕਟਰ ਨੇ ਆਰਨਿਕਾ ਦਿੱਤੀ ਸੀਗੀ। ਤੇ ਇੱਥੇ ਵੀ ਦੱਸਦੇ ਆ। ਹਾਂਜੀ, ਆਰਨਿਕਾ ਬਹੁਤ ਵਧੀਆ। ਮੈਂ ਕਹਿੰਦੀ ਹਾਂ ਉਹ ਲੈਣੀ ਚਾਹੀਦੀ ਹੈ। ਨੀਂਦ ਵੀ ਆਉਂਦੀ ਹੈ ਉਹਦੇ ਨਾਲ, ਤੇ ਉਹਦੇ ਨਾਲ ਸਿਰ ਦੀ ਜੇ ਕੋਈ ਪ੍ਰੋਬਲਮ ਆ, ਦਰਦਾਂ ਹੈ, ਹੋਰ ਵੀ ਕਾਸੇ ਲਈ, ਬੈਕ ਦੀ ਵੀ ਦਰਦ ਜੇ ਤੁਹਾਡੇ ਹੁੰਦੀ ਆ, ਤੁਸੀਂ 10 ਇੱਥੇ ਤਾਂ ਬੂੰਦਾਂ 'ਚ ਮਿਲ ਜਾਂਦੀ ਹੈ। ਉੱਥੇ ਇੰਡੀਆ ਤਾਂ ਗੋਲੀਆਂ ਮਿਲਦੀਆਂ ਮਿੱਠੀਆਂ, ਇੱਥੇ ਬੂੰਦਾਂ 10 ਪਾ ਕੇ ਤੁਸੀਂ ਪਾਣੀ ਦੇ ਵਿੱਚ ਪਾ ਕੇ ਉਹ ਲੈ ਸਕਦੇ ਆ। ਉਹ ਮਿਲ ਜਾਂਦੀ ਆ ਹਰ ਥਾਂ ਤੇ ਹੀ, ਆਨਲਾਈਨ ਵੀ ਮਿਲ ਜਾਂਦੀ ਹੈ, ਦੁਕਾਨਾਂ ਤੋਂ ਵੀ ਮਿਲ ਜਾਂਦੀ ਆ, ਤੇ ਉਹ ਲੈ ਸਕਦੇ ਆ। ਤੇ ਬਾਕੀ ਇੱਕ ਉਹ ਜਿਹੜੇ ਅਸ਼ਵਗੰਧਾ ਪੁੱਛਦੇ ਸੀ, ਅਸ਼ਵਗੰਧਾ ਅੱਧਾ ਚਮਚਾ ਲੈਣ। ਉਹ ਜੋੜਾਂ ਦੇ ਦਰਦ ਲਈ ਵੀ ਬੈਟਰ ਆ, ਡਿਪਰੈਸ਼ਨ ਲਈ, ਮੈਮਰੀ ਲਈ, ਸਾਰੇ ਕਾਸੇ ਲਈ ਵਧੀਆ ਉਹ। ਤੇ ਐਵਨ ਦੈਨ ਹੱਡੀਆਂ ਲਈ ਵੀ ਵਧੀਆ ਹੈ। ਤੇ ਉਹ ਬਾਕੀ ਜਿਹੜੇ ਪਾਰਕਿੰਸ ਬਾਰੇ ਪੁੱਛਦੇ ਸੀ, ਉਹਨਾਂ ਨੇ ਜਿਹੜੀ ਹੱਥ ਪੈਰ ਹਿਲਦੇ, ਉਹ ਅੱਗੇ ਮੈਂ ਦੱਸਿਆ ਸੀ। ਉਹਨੂੰ ਪੰਜਾਬੀ 'ਚ ਕਹਿੰਦੇ ਆ ਕੌਂਸ ਬੀਜ ਚਿੱਟੇ, ਤੇ ਕਾਲੇ ਵੀ ਹੁੰਦੇ ਆ, ਕਾਲੇ ਨਹੀਂ ਲੈਣੇ, ਚਿੱਟੇ ਲੈਣੇ ਆ। ਤੇ ਇੰਗਲਿਸ਼ 'ਚ ਕਹਿੰਦੇ ਆ ਉਹਨੂੰ ਮਕਾਨਾ ਸੀਡ, ਤੇ ਉਹ ਜਾਂ ਐਮਾਜੋਨ ਤੇ ਵੀ ਉਹ ਲੈ ਸਕਦੇ ਆ। ਉਹ ਇਹਨਾਂ ਨੇ ਆਪਣੇ ਭਾਜੀ ਨੇ ਵੀ ਦੱਸਿਆ ਸੀ, ਜਿਹੜੇ ਹੋਮੋਪੈਥੀ ਵਾਲੇ ਆਉਂਦੇ ਆ, ਬਹਾਦਰ ਸਿੰਘ ਜੀ, ਤੇ ਉਹਨਾਂ ਨੇ ਵੀ ਦੱਸਿਆ ਸੀ, ਮੈਂ ਵੀ ਦੱਸਿਆ ਸੀ। ਉਹ ਪਾਰਕਿੰਸ ਦੇ ਲਈ ਬਹੁਤ ਵਧੀਆ ਵਾ। ਤੇ ਬਾਕੀ ਆ ਜਿਹੜੇ ਕਾਰਨ ਸਿਲਕ ਕਹਿੰਦੇ ਆ ਵੀ ਸਾਡੇ 4-5 ਛਿੱਲੀਆਂ, ਉਹ ਕਾਰਨ ਸਿਲਕ ਕਹਿੰਦੇ ਆ ਉਹਨਾਂ ਨੂੰ। ਮੈਂ ਤਾਂ ਇੱਥੇ ਦੇਖਿਆ ਹੈ ਸਟੋਰ ਦੇ ਵਿੱਚ ਜਾਈਦਾ ਜਦੋਂ, ਕਈ ਵਾਰ ਉਹ ਜਿਹੜੀਆਂ ਛੱਲੀਆਂ ਹੁੰਦੀਆਂ ਨਾ, ਇੱਕ ਤਾਂ ਛੱਲੀਆਂ ਪਰਦਿਆਂ ਵਾਲੀਆਂ ਲਾਉਂਦੇ ਆ,
ਸੇਲ ਤੇ ਵੇਚਣ ਨੂੰ ਲੱਗੀਆਂ ਹੁੰਦੀਆਂ ਉਹਦੇ ਤੇ ਕਾਊਂਟਰ ਤੇ। ਇੱਕ ਜਿਹੜੀਆਂ ਬਿਨਾਂ ਪਰਦਿਆਂ ਤੇ ਜਿਹੜੇ ਇਹਦੇ ਪਰਦੇ ਆਪ ਲਾਉਂਦੇ ਆ ਇਹ, ਉਹ ਸਨੇ ਵਾਲ ਹੀ ਲਾ ਕੇ ਸੁੱਟ ਦਿੰਦੇ ਆ ਉੱਥੇ ਗਾਰਬੇਜ ਕੈਨਾਂ ਦੇ ਵਿੱਚ, ਉਹਦੇ ਨਿਰੇ ਪਏ ਹੁੰਦੇ ਵਾਲ। ਚੱਕ ਸਕਦੇ ਬਾਏ ਹਾਂਜੀ ਲੈ ਸਕਦੇ ਹੋ, ਕੋਈ ਗੱਲ ਨਹੀਂ। ਮੈਂ ਆਪ ਲਿਆਈ ਆ ਖੁਦ ਕਿੰਨੀ ਵਾਰੀ। ਹਾਂਜੀ, ਤੇ ਬਾਕੀ ਉਹ ਖੁਦ ਬਾਏ ਵੀ ਕਰ ਸਕਦੇ ਆ, ਕਾਰਨ ਸਿਲਕ ਕਹਿੰਦੇ ਆ। ਸਟੋਰ ਤੇ ਵੀ ਪੁੱਛ ਸਕਦੇ ਜਿੱਥੇ ਸਬਜ਼ੀਆਂ ਹੁੰਦੀਆਂ ਆ, ਉਹਨੇ ਸਿੱਟੇ ਹੁੰਦੇ ਆ। ਹਾਂਜੀ, ਕਾਰਨ ਸਿਲਕ ਕਹਿੰਦੇ ਆ ਉਹਨਾਂ ਨੂੰ। ਤੇ ਬਾਕੀ ਜਿਨ੍ਹਾਂ ਦੇ ਖਾਜ ਹੁੰਦੀ ਆ ਤੇ ਉਹ ਲੋਹ ਭਸਮ ਜ਼ਰੂਰ ਲੈਣ। ਮੇਰਾ ਆਪਦਾ ਵਰਤੀ ਹੋਈ ਆ ਇਹ ਲੋਹ ਭਸਮ। ਮੱਕੀ ਦੇ ਦਾਣੇ ਜਿੰਨੀ, ਚਾਹੇ ਮਲਾਈ ਚ ਲੈ ਲੈਣ, ਕਰੀਮ ਚ ਲੈ ਲੈਣ, ਸ਼ਹਿਦ ਚ ਲੈ ਲੈਣ, ਜਿਵੇਂ ਵੀ ਕਿਸੇ ਨੂੰ ਠੀਕ ਲੱਗਦਾ ਉਹ ਜ਼ਰੂਰ ਲੈਣ, ਜਿਨ੍ਹਾਂ ਦੇ ਰੈਸ਼ ਹੁੰਦੇ ਆ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਬਲਵਿੰਦਰ, ਬਹੁਤ ਵਧੀਆ ਜੀ। ਸੁਖਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਜਿਹੜੇ ਮੈਨੂੰ ਕਹਿੰਦੇ ਸੀ ਪੈਰਾਂ ਦੇ ਨਹੁੰਆਂ ਚ ਫੰਕਸ ਵਗੈਰਾ ਹੋ ਗਏ, ਜੇ ਮਾਸ ਵਧਿਆ ਜਾਂ ਮੋਟਾ ਮੋਟਾ ਜਾਂ ਭਰਿਆ ਜਾਂਦਾ, ਉਹ ਆਹ ਵਿਕਸ ਨਹੀਂ ਹੁੰਦੀ ਆਪਾਂ ਦੁਕਾਨ ਚ ਸਿਰ ਨੂੰ ਲਾਈ ਦੀ ਕਰੀਮ, ਉਹ ਵਿਕਸ ਲਾਉਣੀ ਨਹੁੰਆਂ ਦੇ, ਵਿਕਸ ਭਰਦੀ ਨੀ ਹੱਥਾਂ ਦੇ ਪੈਰਾਂ ਜਿੱਥੇ ਫੰਕਸ ਭਰੀ ਹੋਈ। ਠੀਕ ਹੈ, ਉਹ ਵਿਕਸ ਨਾਲ ਬਹੁਤ ਛੇਤੀ ਆਰਾਮ ਆ ਜਾਂਦੀ। ਠੀਕ ਹੈ ਜੀ, ਥੈਂਕ ਯੂ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਜਿਹੜੇ ਕਹਿੰਦੇ ਆ ਖੂਨੀ ਬਵਾਸੀਰ ਆ, ਉਹ ਕਣਕ ਛੱਡਦੇ ਆ, ਬਿਲਕੁਲ ਕਣਕ ਦੀ ਚਾਹ ਪੀਣੀ ਛੱਡਦੇ ਆ ਆਪੇ ਰਾਤ। ਵਧੀਆ ਚੀਜ਼ਾਂ ਤਾਂ ਤੁਸੀਂ ਛਡਾਤੀ। ਦੂਜਾ ਜਿਹਨਾਂ ਦੇ ਨਹੁੰਆਂ ਦੇ ਚ ਨਹੁੰਆਂ ਹੋਇਆ ਫੰਕਸ਼ਨ ਹੋਈ ਆ, ਤੇ ਇਹ ਫੜਕੜੀ ਦਾ ਪਾਣੀ ਘੋਲ ਕੇ ਤੇ ਉਹਦੇ ਵਿੱਚ 2-3 ਵਾਰੀ ਧੋਣ ਰੋਜ਼, 2 ਦਿਨਾਂ ਚ ਹੀ ਹਟ ਜਾਣਾ। ਠੀਕ ਹੈ ਜੀ। ਇੱਕ ਮੈਂ ਪੁੱਛਣਾ ਵਾ, ਮੇਰੇ ਕੰਨ ਵਿੱਚ ਨਾ ਜਿੱਦਾਂ ਟਾਈਮ ਪੀਸ ਦੀ ਸੂਈ ਚੱਲਦੀ ਹੈ, ਟਿਕ 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 ਹੁੰਦੀ, ਕਦੇ ਆਪੇ ਹਟ ਜਾਂਦੀ, ਆਪੇ ਹੋਣ ਲੱਗਦੀ। ਅੱਜ ਤੁਸੀਂ ਜਦੋਂ ਦੁਬਾਰਾ ਸੁਣਨਾ ਹੈ ਨਾ, ਪਹਿਲੇ ਕਾਲਰ ਨੂੰ ਪਹਿਲੇ ਪਾਰਟ ਦੇ ਵਿੱਚ ਸੁਣਿਆ। ਓਕੇ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਉਹਨੇ ਫੀਡਬੈਕ ਦਿੱਤੀ ਹੈਗੀ ਆ। ਅੱਗੇ ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਗੁਰਦੀਪ ਨੇ ਗੁਰਜੀਤ ਨੂੰ। ਗੁਰਦੀਪ, ਹਾਂਜੀ, ਆਜੋ। ਮੈਂ ਦੱਸਣ ਲੱਗੀ ਬੇਟੇ, ਉਸੇ ਵੇਲੇ ਮੈਂ ਦੱਸ ਕੇ ਗਈ ਹਾਂ ਬੁੱਲਾਂ ਕਾਲਿਆਂ ਵਾਸਤੇ, ਵਾਲਾਂ ਵਾਸਤੇ 10 ਨੁਕਸੇ ਦੱਸ ਗਈ। ਦੁਬਾਰਾ ਸੁਣ ਲੈਣਗੇ ਹੁਣ ਦੁਬਾਰਾ ਫਿਰ ਤੁਹਾਨੂੰ ਪੁੱਛ ਲਿਆ ਨੇ। ਜਿਹੜੇ ਉਹ ਕਹਿੰਦੇ ਨੇ ਨਾ ਬਵਾਸੀਰ ਖੂਨੀ ਹੋਵੇ, ਦੂਜੀ ਹੋਵੇ, ਵੈਸਲੀਨ, ਮੁਸ਼ਕ ਕਪੂਰ, ਤਾਰਮੀ ਦਾ ਤੇਲ ਲਾ ਕੇ ਤੇ ਮੌਕੇ ਤੇ ਲਾ ਲੈਣ। ਆਪਣੇ ਜੂਰਨ ਪਿਸ਼ਾਬ ਕਰਨ ਲੱਗਿਆ ਰੂਹ ਨਾਲ ਉਹਨਾਂ ਨੂੰ ਜ਼ਖਮ ਤਰ੍ਹਾਂ ਸਾਫ਼ ਕਰ ਲੈਣ, ਸੁੱਕੇ ਤੇਲ ਲਾ ਲੈਣ। ਸਵੇਰੇ 2 ਚਮਚ ਚਿੱਟੇ ਚਾਹ ਦਾ ਪਾਣੀ ਪੀਣ। ਧਨੀਆ ਸੁੱਕੀਆਂ ਭਿਉਂ ਕੇ 1 ਚਮਚਾ ਰਾਤ ਨੂੰ ਸਵੇਰੇ ਗਲਾਸ ਚ ਮਿੱਧ ਕੇ ਪੁਣ ਕੇ ਪੀ ਲੈਣ। ਜੋ ਮਰਜ਼ੀ ਰੋਟੀਆਂ ਖਾਣ, ਜੋ ਮਰਜ਼ੀ ਖਾਣ, 3 ਦਿਨਾਂ ਚ ਉਹਨਾਂ ਨੂੰ ਐਂ ਹੋਏਗਾ ਵੀ ਮੈਨੂੰ ਹੈਗੀ ਕੋਈ ਨਹੀਂ। ਇੰਨਾ ਅੱਛਾ ਨੁਕਸਾ ਹੈ। ਇੱਕ ਜਿਹੜੇ ਕਹਿੰਦੇ ਵੀ ਮੈਨੂੰ ਠੰਡ ਲੱਗਦੀ ਹੈ, ਇੱਕ ਤੋਂ 2 ਚੁਟਕੀਆਂ ਫਰਕੜੀ ਪੀਸ ਕੇ ਨਾ ਖਿੱਲ ਨਹੀਂ ਕਰਨੀ। ਖਿੱਲ ਸਿਰਫ ਇੱਕੋ ਹੀ ਕਰਨੀ ਦੀ ਜਦੋਂ ਸਾਹ ਨਹੀਂ ਚੜ੍ਹਦਾ। ਜਿੱਥੇ ਤੁਸੀਂ ਫੋੜੀ ਪਿੰਸੀ ਕਿਤੇ ਵਰਤਣੀ ਹੈ, ਕੱਚੀ ਫਰਕੜੀ ਵਰਤੀ ਦੀ। ਉਹ ਭੈਣ ਜੀ ਇੱਕ ਦਿਨ ਕਹਿੰਦੇ ਪੈਸੇ ਖਿੱਲ ਕਰੋ, ਖਿੱਲ ਵਾਲੀ ਨਹੀਂ ਹੁੰਦੀ ਹੈ ਨਾ। ਤੇ ਤੁਸੀਂ ਉਹ ਨਾ 1-2 ਚੁਟਕੀਆਂ ਕੁਛ ਗਰਮ ਪਾਣੀ ਥੋੜੇ ਘੋਲ ਕੇ ਨਾ ਪੀ ਕੇ ਕੱਪੜਾ ਲੈ ਕੇ ਸੌਂ ਜਾਣ, ਜਿਹਨਾਂ ਨੂੰ ਠੰਡ ਲੱਗਦੀ। ਦੂਜਾ ਨਾਲ ਆਹ ਕਰ ਲੈਣ, ਥੋੜੇ ਜਿਹੇ ਸੌਗੀ ਪਾ ਲੈਣ, 20 ਦਾਣੇ, ਤੇ ਐਵੇਂ ਮਾੜਾ ਜਿਹਾ ਅਦਰਕ ਸੱਟ ਦੇਣ, ਕਾਲੀ ਮਿਰਚ 5-4 ਮਿਰਚਾਂ ਸੱਟ ਦੇਣ ਕਾਲੀਆਂ, ਤੇ ਤੁਲਸੀ ਦੇ ਪੱਤੇ 2-3 ਪਾ ਲੈਣ, 2 ਲੌਂਗ ਪਾ ਲੈਣ, ਤੇ ਵਿੱਚ ਮਿਸ਼ਰੀ ਪਾ ਲੈਣ ਜਾਂ ਗੁੜ ਪਾ ਲੈਣ ਥੋੜਾ ਜਿਹਾ। ਕਾੜ ਕੇ ਨਾ ਕੱਪ ਸਾਰਾ ਬਣਾ ਕੇ ਪੀ ਕੇ ਤੇ ਕੱਪੜਾ ਲੈ ਕੇ ਸੌਂ ਜਾਣ, ਤੇ ਉਹਨਾਂ ਨੂੰ ਠੰਡ ਨਹੀਂ ਲੱਗੇਗੀ, ਹਟ ਜਾਏਗੀ। ਜਾਂ ਫਰਕੜੀ ਨਾਲ ਹੀ ਉਹਨਾਂ ਦੀ ਠੰਡ ਹਟ ਜਾਣੀ ਜਿਵੇਂ ਵੀ ਹੈ। ਤੇ ਇੱਕ ਉਹ ਜਿਹੜੇ ਕਹਿੰਦੇ ਪਏ ਜੇ ਵਾਲ ਝੜਦੇ ਨੇ ਬੇਟੇ, ਲਸਣ ਦੀਆਂ ਤੁਰੀਆਂ ਕੱਟ ਕੇ ਨਾ ਧੋ ਕੇ, ਧੋਣੀਆਂ ਨਹੀਂ ਕੱਟ ਕੇ, ਤੇ ਤਿਲਾਂ ਦੇ ਤੇਲ ਚ ਪਾ ਕੇ ਨਾ ਸਾੜ ਕੇ, ਤੇ ਤੇਲ 2-3 ਵਾਰੀ ਲਾਣ ਤੇ ਫਿਰ ਨਹਾ ਲੈਣ ਕਰਨ। ਸਿਰ ਤੇ ਮੁੜ ਕੇ ਵਾਲ ਨਹੀਂ ਝੜਨਗੇ। ਤੇ ਇੱਕ ਛੇਤੀ ਸਿਰ ਨਾ ਨਹਾਣ ਕਰਨ, ਇੱਕ ਆਪਣਾ ਘਿਓ ਦੀ ਮਾਲਿਸ਼ ਕਰਨ ਜ਼ਰੂਰ ਉਹਨਾਂ ਨੂੰ 2 ਵਾਰੀ ਹਫ਼ਤੇ 'ਚ, ਤੇ ਬਿਲਕੁਲ ਵਾਲ ਉਹਨਾਂ ਦੇ ਨਹੀਂ ਝੜਨਗੇ। ਛੋਟੇ ਨੁਕਸੇ ਜਿਹੜੇ ਹੁੰਦੇ ਨਾ, ਉਹ ਇਸ ਤਰ੍ਹਾਂ ਜਿਹੜੇ ਨੀਂਦ ਨਹੀਂ ਆਉਂਦੀ, ਸੌਂਫ ਤੇ ਮਿਸ਼ਰੀ ਤੇ ਖਸਖਸ ਹੀ ਰਾਤੀ ਦੁੱਧ 'ਚ ਉਬਾਲ ਕੇ ਪੀ ਕੇ ਸੌਂ ਜਾਣ ਤਾਂ ਵੀ ਨੀਂਦ ਆਈ। ਪੈਰਾਂ ਤਲੀਆਂ ਸਰਿਆਂ ਤੇਲ ਮਾਰ ਲਓ, ਸਿਰ 'ਚ ਘਿਓ ਮਾਰ ਲਓ, ਇਹਨੇ ਨਾਲ ਹੀ ਆਰਾਮ ਆ ਜਾਂਦਾ ਬੰਦੇ ਨੂੰ, ਹਨਾ। ਮੋਤੀਏ ਵਾਲੇ ਜਿਹੜੇ ਕਹਿੰਦੇ ਪਏ ਸੀ ਨਾ, ਉਹ 2 ਟਾਈਮ ਚਿੱਟੇ ਪਿਆਜ਼ ਦਾ ਪਾਣੀ ਡਰਾਪਰ ਨਾਲ ਅੱਖਾਂ 'ਚ ਪਾਈ ਰੱਖਣ ਤੇ ਫਰਿੱਜ ਰੱਖ ਦੇਣ। 5-4 ਦਿਨ ਗੁਜ਼ਰੇ, 5 ਦਿਨ ਫਿਰ ਉਹਨੂੰ ਡੋਲ ਦਿੱਤਾ, ਫਿਰ ਤਾਜ਼ਾ ਹੋਰ ਬਣਾ ਲਿਆ, ਉਹਨਾਂ ਨੂੰ ਆਰਾਮ ਆ ਜਾਏਗਾ ਚਿੱਟੇ ਪਿਆਜ਼ ਨਾਲ। ਮੈਂ ਹੀ ਦੱਸਿਆ ਸੀ, ਚਾਂਦੀ ਦੇ ਸੁਰਮ 'ਚੋਂ ਲੱਭ ਜਾਏ ਨਾ ਤੇ ਕੋਲ ਮਾਰ ਕੇ ਵਿੱਚ ਅੱਖਾਂ 'ਚ ਪਾਓ ਤੇ ਬਹੁਤ ਵਧੀਆ, ਉਹਦੇ ਨਾਲ ਛੇਤੀ ਆਰਾਮ। ਧਨੀਆ ਦਾ ਪਾਣੀ ਵੀ ਨਾਲ ਪਾਈ ਰੱਖਣਾ, ਪਰ ਉਹ ਚਿੱਟੇ ਪਿਆਜ਼ ਦਾ ਰਸ ਪਾ ਲੈਣ। 15 ਦਿਨ ਵੇਖ ਲੈਣ ਕਿੰਨਾ ਕੁ ਫਰਕ ਪੈਂਦਾ, ਕਿੰਨਾ ਨਹੀਂ ਪੈਂਦਾ। ਤੇ ਫਿਰ ਕਾਲੇ ਮੋਤੀ ਵਾਲਾ ਇਲਾਜ ਤਾਂ ਉਹ ਹੈਗਾ ਜਿਹੜਾ ਆਪਾਂ ਐਲੋਵੇਰੇ ਵਾਲਾ ਬਣਾਉਣੇ ਆ ਨਾ, ਦਵਾਈ ਅੱਖਾਂ ਦੀ, ਉਹਦੇ ਵਿੱਚ 1 ਚੁਟਕੀ ਮਿੱਠਾ ਸੋਡਾ ਪਾ ਲਓ, ਤੇ 1 ਚਮਚਾ ਵਿੱਚ ਉਹਦੇ ਆਪਣਾ ਛਰੀਂ ਦੇ ਪੱਤਿਆਂ ਦਾ ਪਾਣੀ ਪਾ ਲਓ, ਅੱਖਾਂ 'ਚ ਪਾ ਲਓ। ਕਦੀ ਵੀ ਮੋਤੀਆ ਨਹੀਂ ਰਹੇਗਾ ਤਾਂ ਨਾ ਮੁੜ ਕੇ ਹੋਵੇਗਾ। ਪਰ ਛਰੀਂ ਦਾ ਪਾਣੀ, ਇੰਡੀਆ ਜੇ ਕੋਈ ਇੰਡੀਆ ਹੈਗਾ ਤੇ ਨਿੱਕੇ ਨਿੱਕੇ ਪੱਤੇ ਉਗਰਦੇ ਨਾ, ਪਾਣੀ 'ਚ ਭਿਉਂ ਕੇ ਉਹਨਾਂ ਰਸ ਕੱਢ ਲੈਣ,
ਜਿਹੜਾ ਮੋਤੀ ਹੈ, ਕਾਲਾ ਮੋਤੀ ਹੈ, ਚਿੱਟਾ ਮੋਤੀ ਹੈ, ਇੱਕੋ ਹੀ ਦਵਾਈ ਹੈ ਉਹਨਾਂ ਦੀ, ਹੈਨਾ। ਤੇ ਓਕੇ ਬੇਟਾ, ਤੁਸੀਂ ਤੁਹਾਡਾ ਟਾਈਮ ਹੋ ਗਿਆ, ਤੁਸੀਂ ਖਾਓ ਪੀਓ ਜਾ ਕੇ, ਰੋਟੀ ਪਾਣੀ ਬਣਾਓ। ਧੰਨਵਾਦ, ਧੰਨਵਾਦ, ਬਹੁਤ ਧੰਨਵਾਦ ਹੈ ਜੀ। ਪੌਲ ਚਾਲ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਜੀ, ਜਿਨ੍ਹਾਂ ਨੇ ਆਪਾਂ ਨੇ ਸੱਜਣਾਂ ਨੇ ਕਾਲ ਕੀਤਾ ਸੀ ਕਿ ਉਹਨਾਂ ਦੇ ਹੱਥ ਪੈਰ ਨੀਲੇ ਹੋ ਜਾਂਦੇ ਨੇ, ਬਹੁਤ ਉਹਨਾਂ ਨੂੰ ਠੰਡ ਲੱਗਦੀ ਹੈ, ਬਲਕਿ ਗਰਮੀਆਂ ਦੇ ਵਿੱਚ ਵੀ ਨਾ ਉਹਨਾਂ ਨੂੰ ਕਿਸਮ ਦੀਆਂ ਹੱਥਾਂ ਦੇ ਦਸਤਾਨੇ ਪਾਉਣੇ ਪੈਂਦੇ ਹੈਗੇ ਨੇ ਜਾਂ ਜਰਾਬਾਂ ਪਾਉਣੀਆਂ ਪੈਂਦੀਆਂ ਹੈਗੇ ਨੇ। ਜੀ ਜੀ। ਇਹਨੂੰ ਰੀਨੋਲਡ ਡਿਜ਼ੀਜ਼ ਕਹਿੰਦੇ ਹੈਗੇ ਨੇ, ਰੀਨੋਲਡ ਸਿੰਡਰੋਮ। ਇਹ ਕੀ ਹੈਗਾ ਨਾ ਕਿ ਉੱਥੇ ਨਾ ਜਿਹੜੀ ਬਲੱਡ ਦੀ ਸਰਕੂਲੇਸ਼ਨ ਦੀ ਕਮੀ ਹੋਣ ਕਰਕੇ ਨਾ ਉੱਥੇ ਸਪਾਜ਼ਮ ਬਣਦੇ ਨੇ, ਜਿਹਦੇ ਨਾਲ ਕਿ ਬਹੁਤ ਜ਼ਿਆਦਾ ਦਰਦ ਹੁੰਦਾ ਹੈਗਾ ਤੇ ਹੱਥ ਪੈਰ ਨੀਲੇ ਹੋ ਜਾਂਦੇ ਨੇ। ਇਹਦਾ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੈਗਾ ਕਿ ਜਿਹੜਾ ਮਸਟਰਡ ਹੈਗਾ ਨਾ, ਆਪਣਾ ਸਰੋਂ ਦਾ ਤੇਲ, ਉਹਦੀ ਮਾਲਿਸ਼ ਕੀਤੀ ਜਾਵੇ। ਹਾਂਜੀ। ਸਰੋਂ ਦਾ ਸਾਗ ਜ਼ਿਆਦਾ ਖਾਧਾ ਜਾਵੇ। ਸਰੋਂ ਦੇ ਪੱਤਿਆਂ ਨੂੰ ਜਿਹੜਾ ਹੈਗਾ ਨਾ 30 ਮਿੰਟ ਦੇ ਲਈ ਜਿਹੜਾ ਨਾ ਗਰਮ ਪਾਣੀ 'ਚ ਰੱਖ ਕੇ ਜਿਹੜਾ ਉਹ ਪਾਣੀ ਪੀਤਾ ਜਾਵੇ। ਅੱਛਾ ਜੀ। ਤੇ ਇੱਕ ਜਿਹੜਾ ਹੈਗਾ ਜੀ ਦਾਲਚੀਨੀ, ਇਹ ਬਹੁਤ ਜ਼ਿਆਦਾ ਗਰਮੀ ਦਿੰਦੀ ਹੈਗੀ, ਦਾਲਚੀਨੀ ਜ਼ਿਆਦਾ ਮਤਲਬ ਚਾਹ ਦੇ ਵਿੱਚ ਪੀਤੀ ਜਾਵੇ। ਤੇ ਇੱਕ ਜਿਹੜਾ ਹੈਗਾ ਜੀ ਕਿ ਜਿਹੜਾ ਹੈ ਨਾ ਗਾਰਲਿਕ, ਜਿਹੜਾ ਲਸਣ ਹੈਗਾ, ਉਹਦੀ ਪੇਸਟ ਜੀ ਬਣਾ ਕੇ ਨਾ ਉਹ ਆਪਣੇ ਹੱਥਾਂ ਦੇ ਉੱਤੇ ਮਾਲਿਸ਼ ਕਰਨ, ਉਹਦੀ ਪੇਸਟ ਦੀ, ਲਸਣ ਦੀ, ਹਾਂ ਲਸਣ ਦੇ ਪੇਸਟ ਦੀ, ਹਾਂਜੀ ਹਾਂ। ਤੇ ਜਾਂ ਫਿਰ ਸਰੋਂ ਦੇ ਤੇਲ ਦੇ ਵਿੱਚ ਨਾ ਲਾਲ ਮਿਰਚਾਂ ਪਾ ਕੇ ਉਹਦੀ ਮਾਲਿਸ਼ ਕਰਨ। ਇਹ ਹੈਗਾ ਜੀ। ਅੱਛਾ, ਤੇ ਦੂਸਰਾ ਜਿਹੜਾ ਹੈਗਾ ਜੀ, ਆਪਾਂ ਨੂੰ ਕਾਲ ਹੋਰ ਆਈ ਸੀਗੀ, ਉਹ ਸੀਗੀ ਕਿ ਫੰਗਸ ਦੀ। ਉਹ ਫੰਗਸ ਦੇ ਵਿਚਾਰੇ ਬੜੇ ਸਟਰਗਲ ਕਰ ਰਹੇ ਨੇ, ਕਾਫੀ ਦੇਰ ਤੋਂ ਦੁਖੀ ਹੈਗੇ ਨੇ। ਉਹਦੇ ਵਾਸਤੇ ਜਿਹੜਾ ਹੈਗਾ ਜੀ, ਨਿੰਮ ਦਾ ਤੇਲ ਲਗਾ ਲੈਣ ਉਸ ਜਗ੍ਹਾ ਦੇ ਉੱਤੇ ਜਿੱਥੇ ਫੰਗਸ ਹੈਗੀ ਹੈ, ਉਹ ਨਾਲ ਰੁਕ ਜੇਗੀ। ਜਾਂ ਫਿਰ ਇੱਕ ਗੋਲਡਨ ਸੀਲ ਨਾਂ ਦੀ ਚੀਜ਼ ਹੈ, GOLDEN ਸੀਲ, SEAL। ਇਹ ਬਹੁਤ ਹੀ ਜ਼ਿਆਦਾ ਕੌੜੀ ਹੁੰਦੀ ਹੈ। ਇਹ ਤਾਂ ਮੈਂ ਖੁਦ ਭੈਣ ਜੀ, ਮੈਂ ਖੁਦ ਜਿਨ ਕੇ ਚਾਹ ਦੇ ਵਿੱਚ ਪੀ ਰਿਹਾ ਹੈਗਾ, ਕਿਉਂਕਿ ਇਹ ਇੱਕ ਕਿਸਮ ਦੀ ਐਂਟੀਬਾਇਓਟਿਕ ਦੀ ਤਰ੍ਹਾਂ ਹੈ। ਇਹ ਪੀਣੀ ਹੈ? ਹਾਂਜੀ ਨਾ, ਇਹ ਇਹਨਾਂ ਦੇ ਵਾਸਤੇ ਜਿਹੜੇ ਇਹਨਾਂ ਨੇ ਭੁੱਕਣੀ ਉੱਥੇ ਨੌਂ ਦੇ ਭੁੱਕਣੀ। ਹਾਂਜੀ ਹਾਂ, ਪਰ ਮੈਂ ਇਹਨੂੰ ਪੀਣਾ ਹੈਗਾ ਜੀ, ਮੈਨੂੰ ਤਕਰੀਬਨ 2 ਮਹੀਨੇ ਹੋ ਗਏ ਨੇ। ਇਹ ਕਾਹਦੇ ਲਈ ਹੈਗੀ? ਇਹ ਭੈਣ ਜੀ ਵੈਸੇ ਨਾ ਇਹ ਐਂਟੀਬਾਇਓਟਿਕ ਦੀ ਤੌਰ ਤੇ, ਜਿਵੇਂ ਹੁਣ ਅੱਜ ਕੱਲ੍ਹ ਆਪਣਾ ਕਰੋਨਾ ਵਾਇਰਸ ਦਾ ਸਿਸਟਮ ਚੱਲ ਰਿਹਾ ਨਾ ਜੀ, ਤਾਂ ਮੈਂ ਤਾਂ ਐਜ਼ ਏ ਪ੍ਰੀਵੈਂਟਿਵ ਯਾਨੀ ਕਿ ਇਹਨੂੰ ਮੈਂ ਲਈ ਜਾਂਦਾ, ਕਿਉਂਕਿ ਇੰਨੀ ਸ਼ਾਨਦਾਰ ਚੀਜ਼ ਹੈ ਗੋਲਡਨ ਸੀਲ। ਹਾਂਜੀ। ਤੇ ਇੱਕ ਜਿਹੜਾ ਹੈਗਾ ਜੀ ਕਿ ਟੀ ਟਰੀ ਹੁੰਦੇ ਨੇ, ਉਹਨੇ TATRE ਹਾਂਜੀ ਆਇਲ, ਉਹਦਾ ਮਿਲ ਜਾਂਦਾ ਆਇਲ, ਉਹ ਵੀ ਐਂਟੀਬਾਇਓਟਿਕ ਦੀ ਤਰ੍ਹਾਂ ਹੁੰਦਾ। ਉਹ ਵੀ ਉੱਥੇ ਨਾ ਲੋਕਲੀ ਜਿਹੜਾ ਨਾ ਉੱਥੇ ਜਿੱਥੇ ਨੌਂ ਦੇ ਉੱਤੇ ਜਿੱਥੇ ਫੰਗਸ ਬਣਦੀ ਹੈ ਉੱਥੇ ਲਗਾ ਕੇ ਦੇਖ ਲੈਣਾ। ਠੀਕ ਹੈ ਜੀ। ਇਹ ਕਈ ਚੀਜ਼ਾਂ ਹੈਗੇ ਨੇ। ਚਲੋ ਜੀ, ਹੁਣ ਨੈਕਸਟ ਹੈਗਾ ਜੀ ਆਪਣਾ ਜਿਹੜੇ ਕਹਿ ਰਹੇ ਸੀ ਵੀ ਉਹਨਾਂ ਨੂੰ ਹਾਰਟ ਬਰਨ ਹੈਗਾ, ਈਸੋਫੇਜਲ ਰਿਫਲੈਕਸ ਹੈਗਾ, ਜਾਣੀ ਕਿ ਜੇ ਉਹਨਾਂ ਨੂੰ ਜਿਹੜਾ ਨਾ ਜੀ ਕੀ ਹੈਗਾ ਉਹ ਬਰਨਿੰਗ ਹੁੰਦੀ ਹੈਗੀ ਹੈ। ਹਾਂਜੀ ਹਾਂਜੀ ਹਾਂ। ਉਹਦੇ 'ਚ ਤਾਂ ਭੈਣ ਜੀ ਬੜੀ ਕਲਾਸੀਕਲ, ਬਹੁਤ ਹੀ ਜ਼ਿਆਦਾ ਸਿੰਪਲ ਸੌਖੀ ਹੈਗੀ ਹੈ ਵੀ ਉਹ ਜਿਹੜੀ ਮਲੱਠੀ ਹੈਗੀ ਹੈ ਨਾ, ਦੁੱਧ ਜਾਂ ਚਾਹ 'ਚ ਪਾ ਕੇ ਪੀਣ ਤੇ ਮਲੱਠੀ ਨੂੰ ਚਬਾਉਣ, ਬਸ ਇਹਦੇ ਨਾਲ ਉਹਨਾਂ ਦੀ ਗੱਲ ਬਣ ਜਾਏਗੀ। ਸੌਖਾ ਹੀ। ਹਾਂਜੀ ਹਾਂ, ਬਹੁਤ ਸੌਖਾ ਹੈ। ਕਾਫੀ ਲੋਕਾਂ ਨੇ ਟਰਾਈ ਕੀਤੀ ਹੈਗਾ ਜੀ, ਤੇ ਸਕਸੈਸਫੁਲ ਰਹੇ ਹੈਗੇ ਨੇ। ਇੱਕ ਜਿਹੜੇ ਸੱਜਣ ਨੇ ਕਾਲ ਕੀਤਾ ਸੀ ਨਾ, ਉਹ ਵਿਚਾਰੇ ਸ਼ੋਰ ਨਹੀਂ ਸੀਗੇ, ਉਹ ਕਹਿੰਦੇ ਸੀ ਪਾਰਕਿੰਸਨਜ਼ ਪਾਰਕਿੰਸਨਜ਼ ਬਿਮਾਰੀ ਹੈਗੀ ਹੈ, ਹੱਥ ਪੈਰ ਹਿਲਦੇ ਨੇ, ਇਹ ਨਰਵਸ ਸਿਸਟਮ ਦੀ ਬਿਮਾਰੀ ਹੁੰਦੀ ਹੈਗੀ ਹੈ। ਇਹਦੇ ਵਾਸਤੇ ਨਾ ਭੈਣ ਜੀ ਬੜੀ ਕਲਾਸੀਕਲ ਚੀਜ਼ ਹੈਗੀ ਹੈ, ਬਹੁਤ ਜ਼ਿਆਦਾ ਇੰਨੀ ਸਿੰਪਲ ਹੈ, ਅਸੀਂ ਹੈਰਾਨ ਮੰਨਦੇ ਹਾਂ ਕਿ ਜਿਹੜੇ ਆਪਣੇ ਸੋਇਆਬੀਨ ਹੈਗੇ ਨੇ ਜੀ, ਜਾਂ ਆਪਾਂ ਨੂੰ ਰੈੱਡ ਕਿਡਨੀ ਬੀਨਸ ਕਹਿੰਦੇ ਹੈਗੇ ਆ, ਇਹ ਜਿੰਨੇ ਬੀਨਸ ਨੇ ਇਹ ਸਾਰੇ ਹੀ ਖਾਣ ਵਾਸਤੇ ਬਹੁਤ ਹੀ ਜ਼ਿਆਦਾ ਲਾਹੇਵੰਦ ਨੇ। ਹਾਲਾਂਕਿ ਜਿਹੜੀਆਂ ਨਰਵਸ ਦੀਆਂ ਜਿਹੜੀ ਪ੍ਰੋਬਲਮ ਬੜੀ ਜਲਦੀ ਠੀਕ ਨਹੀਂ ਹੁੰਦੀਆਂ, ਪਰ ਇਹ ਜਿਹੜਾ ਹੈਗਾ ਜੀ ਬਹੁਤ ਜ਼ਿਆਦਾ ਇਹਦੇ ਵਿੱਚ ਫਾਇਦਾ ਕਰੇਗੀ। ਤੇ ਦੂਸਰਾ ਜਿਹੜਾ ਹੈਗਾ ਆਮਲੇ ਦਾ ਮੁਰੱਬਾ ਉਹ ਖਾਣ। ਤੀਸਰਾ ਜਿਹੜਾ ਹੈਗਾ ਨਾ ਜੀ, ਉਹ ਇੱਕ ਪੈਸ਼ਨ ਫਲਾਵਰ ਦੀ ਜਿਹੜੀ ਟੀ ਆਮ ਅੱਜ ਕੱਲ੍ਹ ਮੈਨੂੰ ਲੱਕੀ ਸੇਬ ਵਿੱਚ ਮਿਲ ਜਾਂਦੀ ਹੈ, PASSION, ਪੈਸ਼ਨ ਫਲਾਵਰ ਟੀ ਹੈ ਜੀ। ਇਹ ਵੀ ਨਰਵਸ ਨੂੰ ਸੂਥ ਕਰਦੀ ਹੈਗੀ ਹੈ, ਬਲਕਿ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਵਾਸਤੇ ਪੈਸ਼ਨ ਫਲਾਵਰ ਬਹੁਤ ਅੱਛੀ ਹੈਗੀ ਹੈ। ਤੇ ਜਿਹੜਾ ਲਾਸਟ ਹੈਗਾ ਜੀ, ਉਹ ਸੇਂਟ ਜੌਨਸ ਵਾਰਟ, ਉਹਦੀ ਟੀ ਹੈਗੀ ਹੈ, ਸੇਂਟ JOHN ਜੌਨਸ ਵਾਰਟ, ਉਹਦੀ ਜਿਹੜੀ ਚਾਹ ਹੈਗੀ ਉਹ ਮਿਲ ਜਾਂਦੀ ਹੈਗੀ। ਜਿਹੜਾ ਨੈਕਸਟ ਹੈਗਾ ਜੀ ਬਿਆਈਆਂ ਵਾਲਾ, ਉਹ ਭੈਣ ਜੀ ਉਹਦਾ ਬਿਲਕੁਲ ਕਲਾਸੀਕਲ ਜਿਹੜਾ ਹੈਗਾ ਨਾ ਜੀ, ਉਹਦਾ ਟ੍ਰੀਟਮੈਂਟ ਹੈਗਾ ਕਿ ਜਿਹੜਾ ਆਪਣਾ ਰਿੰਡ ਦਾ ਤੇਲ ਹੈਗਾ ਨਾ, ਜਿਹਨੂੰ ਆਪਾਂ ਕੈਸਟਰੋਲ ਕਹਿੰਦੇ ਹੈਗੇ ਨੇ, ਜਿਸ ਤਰ੍ਹਾਂ ਕਿ ਆਪਣੇ ਫਾਰਮੇਸੀ ਚੋਂ ਲੈਣ, ਜਿਸ ਤਰ੍ਹਾਂ ਆਪਣੇ ਇਹਦੇ ਚੋਂ ਕਾਈਜ਼ਰ ਦੀ ਫਾਰਮੇਸੀ ਚੋਂ ਮਿਲ ਜਾਂਦਾ ਸਾਰਾ, $6-7 ਦੀ ਬੋਟਲ ਛੋਟੀ ਜਿਹੀ ਮਿਲ ਜਾਂਦੀ ਹੈ, ਤੇ ਉਹ ਲਗਾਉਣਾ ਹੈਗਾ, ਉਹਦੀ ਮਾਲਿਸ਼ ਕਰਨੀ ਹੈਗੀ ਹੈ। ਤੇ ਉਹਦੇ ਜਦੋਂ ਇੱਕ ਖਾਸ ਚੀਜ਼ ਮੈਂ ਉਹਦੇ 'ਚ ਨੋਟ ਕੀਤੀ ਹੈ ਵੀ ਜਦੋਂ ਮੈਂ ਖੁਦ ਭੈਣ ਜਿਹੜਾ ਨਾ ਸਾਲ 'ਚ ਹਰ 3-4 ਮਹੀਨੇ ਬਾਅਦ ਮੈਂ ਲਗਾਉਣਾ ਹੁੰਦਾ ਵੈਸੇ ਹੀ, ਠੀਕ ਹੈ, ਹਾਂ ਰੂਟੀਨ ਦੇ ਤੌਰ ਤੇ, ਵੀ ਉਹਦੇ ਨਾਲ ਕੀ ਹੈਗਾ ਨਾ, ਉਹ ਜਦੋਂ ਲਗਾਉਂਦੇ ਹੈਗੇ ਆ ਚਮੜੀ ਦੇ ਉੱਤੇ, ਤਾਂ ਉਹਨੂੰ ਚਮੜੀ ਨੂੰ ਸਾਹ ਨਹੀਂ ਹੁੰਦਾ, ਮਤਲਬ ਉਹ ਬੰਦ ਹੋ ਜਾਂਦਾ ਸਾਰਾ। ਪਤਾ ਨਹੀਂ ਕਿਸ ਤਰ੍ਹਾਂ ਦੀ ਕੋਈ ਚੀਜ਼ ਹੈਗੀ, ਕਿਉਂਕਿ ਗਾੜਾ ਬਹੁਤ ਜ਼ਿਆਦਾ ਹੈਗਾ ਜਿਹੜਾ ਰਿੰਡ ਦਾ ਤੇਲ ਹੈਗਾ, ਪਰ ਇਹ ਉਹਨਾਂ ਦੀਆਂ ਬਿਆਈਆਂ ਵਾਸਤੇ ਬਹੁਤ ਲਾਹੇਵੰਦ ਹੋਏਗਾ। ਠੀਕ ਹੈ। ਹੁਣ ਜਿਹੜੀ ਲਾਸਟ ਗੱਲ ਹੈ ਭੈਣ ਜੀ, ਮੈਂ ਤੁਸੀਂ ਯਕੀਨ ਮੰਨਣਾ, ਅੱਜ ਜਿਹੜਾ ਜੀ ਮੈਂ ਪਹਿਲਾਂ 1 ਘੰਟਾ ਜੀ ਸੁੱਤਾ ਪਿਆ ਰਿਹਾ, ਰੇਡੀਓ ਦਾ ਪ੍ਰੋਗਰਾਮ ਚੱਲਦਾ ਰਿਹਾ, ਮੈਨੂੰ ਘਰ ਵਾਲਿਆਂ ਨੇ ਜਗਾਇਆ, ਕਹਿੰਦੇ ਪਿਆ ਤਾਂ ਕਹਿੰਦੇ ਤੂੰ ਅੱਜ ਕੋਈ ਜਵਾਬ ਨਹੀਂ ਦਿੱਤਾ। ਉਹ ਮੈਂ ਤਾਂ ਸੁੱਤਾ ਪਿਆ ਜੀ। ਤੇ ਉਹ ਕੀ ਹੈਗਾ ਜੀ, ਉਹਦਾ ਕਲਾਸੀਕਲ ਜਿਹੜਾ ਚੀਜ਼ ਹੈਗੀ, ਸੇਂਟ ਜੌਨਸ ਵਾਰਟ,
ਉਹ ਮੈਂ ਰੂਟੀਨ ਦੇ ਵਿੱਚ ਪੀ ਰਿਹਾ ਹਾਂ ਭੈਣ ਜੀ। ਜਿਹੜਾ ਹੈਗਾ ਕਿਉਂਕਿ ਅੱਜ ਕੱਲ੍ਹ ਨਾ ਕਰੋਨਾ ਵਾਇਰਸ ਦਾ ਇੱਦਾਂ ਚੱਲ ਰਿਹਾ ਨਾ ਚੱਕਰ, ਸਾਨੂੰ ਸਿਹਤ ਬਹੁਤ ਪਾਸੇ ਪ੍ਰੋਟੈਕਟ ਕਰਨੀ ਪਏਗੀ। ਉਹ ਜਿਹੜਾ ਸੇਂਟ ਜੌਨਸ ਵੋਰਟ ਹੈਗਾ ਉਹਨੂੰ, ਉਹਦੀ ਟੀ ਜਿਹੜੀ ਹੈਗੀ ਉਹ ਪੀਤੀ ਜਾਵੇ। ਕੈਟਨਿਪ ਕਹਿੰਦੇ CATNIP, ਕੈਟਨਿਪ ਦੇ ਬੂਟੇ ਵੀ ਹੁੰਦੇ ਨੇ। ਤੇ ਅਸੀਂ ਨਾ ਇੱਕ ਵਾਰੀ 2 ਸਾਲ ਪਹਿਲਾਂ ਮੈਂ ਘਰ ਦੇ ਕੈਟਨਿਪ ਬੂਟੇ ਲਾਏ, ਤਾਂ ਜਿਹੜੀਆਂ 8 ਬਿੱਲੀਆਂ ਨਾ ਗੁਆਂਢ ਦੀਆਂ ਆ ਕੇ ਨਾ ਉੱਥੇ ਡਾਂਸ ਕਰਨ ਲੱਗ ਜਾ ਕਰਨ ਰਾਤ ਨੂੰ। ਮਤਲਬ ਇੰਨਾ ਜ਼ਿਆਦਾ ਉਹ ਇੰਨਾ ਅੱਛਾ ਨਾ ਉਹ ਬੂਟਾ ਹੈਗਾ, ਉਹਦੀ ਕੈਟਨਿਪ ਦੀ ਟੀ ਮਿਲ ਜਾਂਦੀ ਹੈ। ਮੈਂ ਖੁਦ ਪੀ ਰਿਹਾ ਹੈਗਾ ਅੱਜ ਕੱਲ੍ਹ, ਹੈ ਜੀ। ਤੋ ਉਹ ਨੀਂਦ ਦੇ ਵਾਸਤੇ ਬਹੁਤ ਹੀ ਕਲਾਸੀਕਲ ਚੀਜ਼ਾਂ ਹੈਗੀਆਂ ਨੇ, ਪਰ ਇਹ ਟਰਾਈ ਕਰਨੇ ਪੈਣਗੀਆਂ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਲੱਕੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਓਕੇ ਭੈਣ ਜੀ, ਮੈਂ ਅੱਗੇ ਫੋਨ ਕੀਤਾ ਸੀ, ਸੌਰੀ ਮੈਂ ਵਿੱਚ ਹੀ ਮੇਰੇ ਉੱਧਰ ਦੂਜੀਆਂ ਕਾਲ ਆ ਗਈ। ਇੱਕ ਭੈਣ ਜੀ ਇਦਾਂ ਆ ਵੀ ਇੱਕ ਮੇਰੀ ਫੀਡਬੈਕ ਦੇਣੀ ਆ ਤੇ 2 ਕੁਐਸਚਨ। ਹਾਂਜੀ। ਫੀਡਬੈਕ ਦੀ ਇਹ ਆ ਵੀ ਭੈਣ ਜੀ ਅੱਗੇ ਕਿਸੇ ਨੇ ਦੱਸਿਆ ਜੀ ਪਿੱਛੇ ਦੇ ਬਾਥਰੂਮ ਜਿਹਨਾਂ ਨੂੰ ਜ਼ਿਆਦਾ ਆਉਂਦਾ, ਕ੍ਰੇਨਬੇਰੀ ਦੇ ਕੈਪਸੂਲ। ਹਾਂਜੀ। ਕਿਸੇ ਭੈਣ ਜੀ ਨੇ ਦੱਸੀ ਸੀ, ਉਹਨਾਂ ਦੀ ਮਾਤਾ ਨੂੰ ਪ੍ਰੋਬਲਮ ਸੀਗੀ। ਮੈਂ ਇਦਾਂ ਨਹੀਂ ਕਰਦਾ, ਜਲਦਬਾਜ਼ੀ 'ਚ ਫਟਾਫਟ ਦੱਸ ਰਿਹਾ। ਮੈਂ ਮਹੀਨਾ 2 ਵਰਤ ਕੇ ਡੇਢ ਮਹੀਨਾ ਵਰਤ ਕੇ ਫੇਰ ਦੱਸਿਆ ਜੀ। ਮੈਨੂੰ ਉਹਦੇ ਨਾਲ ਜਿੱਦਾਂ ਫਰਕ ਬਹੁਤ ਪੈ ਗਿਆ। ਫਰਕ ਕਾਹਦਾ ਜੀ, ਆਰਾਮ ਹੀ ਆ ਗਿਆ ਸਮਝੋ। ਉਹ ਮੈਂ 2 ਲੈਂਦਾ ਸੀ ਰੋਜ਼, ਹਨਾ। ਹਾਂਜੀ। ਤੇ ਬਾਕੀ ਉਹਦੀ ਉਹ ਦੇਖ ਲਿਓ ਜੀ, ਉੱਥੇ ਸਾਰੇ ਤਰ੍ਹਾਂ ਦੇ ਹੈਗੇ, 400 mg 200 mg। ਤੇ ਇੱਕ ਭੈਣ ਜੀ ਇਹਦੇ ਵਿੱਚ ਹੋਰ ਬੜੀ ਵੱਡੀ ਚੀਜ਼ ਹੈ, ਜਿਹੜੀ ਨਾ ਕੋਲੈਸਟਰੋਲ ਦੀ ਗੋਲੀ ਖਾਂਦੇ ਆਪਾਂ। ਹਾਂਜੀ। ਉਹ ਜ਼ਰੂਰ ਚੈੱਕ ਕਰਨ ਕਿ ਉਹਨਾਂ ਨੂੰ ਜੇ ਕੋਲੈਸਟਰੋਲ ਦੀ ਗੋਲੀ ਖਾਣਾ, ਇਹਨੂੰ ਬਾਥਰੂਮ ਬਹੁਤ ਜ਼ਿਆਦਾ ਆਉਂਦਾ, ਉਹ ਇਹ ਦੇਖਣ ਵੀ ਉਹ ਗੋਲੀ ਜਿਹੜੀ ਆ ਉਹਦੇ ਨਾਲ ਵੀ ਬਹੁਤ ਬੰਦਿਆਂ ਨੂੰ ਸਿੱਟ ਨਹੀਂ ਪੈਂਦੀ, ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਆ। ਫਿਰ ਉਦੋਂ ਬਾਅਦ ਬਾਕੀ ਠੀਕ ਹੈ ਜੀ ਨਾ। ਤੇ ਕ੍ਰੇਨਬੇਰੀ ਦੇ ਕੈਪਸੂਲ ਬਹੁਤ ਵਧੀਆ ਇਹਦੇ ਲਈ। ਹਾਂਜੀ। ਇੱਕ ਭੈਣ ਜੀ, ਨਿਆਜ਼ ਗੋ ਦੇ ਜੇਤ ਕਿਉਂ ਸਪੈਲਿੰਗ ਮਿਲ ਜਾਣਾ, ਤੇ ਮੈਂ ਲਿਖਣੇ ਮੰਗਦਾ ਸੀ ਜੀ, ਬੜੀ ਜ਼ਰੂਰੀ ਆ ਉਹ, ਬਾਰ-ਬਾਰ ਜਿੱਦਾਂ ਚਾਹੀਦੇ ਆ। ਠੀਕ ਹੈ ਜੀ। ਇੱਕ ਕੁਐਸਚਨ ਇਹ ਆ ਜੀ। ਦੂਜਾ ਕੁਐਸਚਨ ਇਹ ਆ ਜੀ ਭੈਣ ਜੀ, ਤੁਸੀਂ ਰਹਿੰਦੇ ਕਿੱਥੇ ਹੋ? ਮੈਂ ਬੇਕਰ। ਠੀਕ ਹੈ, ਫ੍ਰਿਜਨੋ 'ਚ ਤਾਂ ਹੋਣਗੇ ਸ਼ਾਇਦ, ਜੇ ਬੇਕਰਫੀਲਡਸ ਹੋਏ ਤਾਂ ਦੱਸ ਪਾਵਾਂਗੇ। ਠੀਕ ਹੈ। ਜੇਕਰ ਸਪੈਲਿੰਗ ਮਿਲ ਜਾਣ ਫਿਰ ਚਲੋ ਬੰਦਾ ਆਨਲਾਈਨ ਵੀ ਟਰਾਈ ਕਰ ਲੈਂਦਾ। ਸਪੈਲਿੰਗ ਦੀ ਗੱਲ ਪਾਉਣਾ ਹੈਗਾ, ਮੈਂ ਟਰਾਈ ਕਰਦਾ, ਪਰ ਉਹ ਮੇਰਾ ਸੂਤ ਨਹੀਂ ਆਉਂਦਾ, ਸਪੈਲਿੰਗ ਨਹੀਂ ਸਹੀ ਪਾ ਰਿਹਾ ਮੈਂ। ਠੀਕ ਹੈ। ਹਾਂਜੀ, ਜੇ ਤੁਹਾਨੂੰ ਯਾਦ ਹੈਗਾ ਤਾਂ ਬੇਸ਼ੱਕ ਲਿਖਾ ਦਿਓ 1 ਮਿੰਟ 'ਚ। ਕਈ ਤਰ੍ਹਾਂ ਲਿਖਿਆ ਜਾਂਦਾ ਹੈ ਹੁਣ। ਹਾਂਜੀ, ਬੋਲ ਦਿਓ ਜਾਂ ਫਿਰ ਜਿੱਦਾਂ। ਹਾਂਜੀ, ਕੋਈ ਨਹੀਂ, ਮੈਂ ਤੁਹਾਨੂੰ ਬੂਟੇ ਹੀ ਲੱਭ ਦਾਂਗੀ। ਅੱਛਾ ਭੈਣ ਜੀ, ਚਲੋ ਕੋਈ ਗੱਲ ਨਹੀਂ। ਅੱਛਾ, ਦੂਜੀ ਭੈਣ ਜੀ, ਇੱਕ ਜਿੱਦਾਂ ਮੇਰਾ ਦੋਸਤ ਹੈ ਇੱਥੇ ਮਸ਼ੀਕਾ ਮੇਰੇ ਕੰਮ ਕਰਦਾ, ਉਹਨਾਂ ਦੇ ਪ੍ਰੋਬਲਮ ਇਹ ਆ ਜੀ, ਜਦੋਂ 50 ਸਾਲ ਦੀ ਉਮਰ ਹੁੰਦੀ ਆ ਜੀ, ਉਹਨਾਂ ਦੇ ਭੈਣ ਜੀ ਜਿੱਦਾਂ BP ਲੋ ਹੋ ਜਾਂਦਾ। ਠੀਕ ਹੈ। ਹਨਾ, ਤੇ ਉਹਦੇ ਤੇ ਜਿੱਦਾਂ ਨਾਨੇ ਦੇ ਉਹਦੀਆਂ ਲੱਤਾਂ ਵੀ ਵੱਢਣੀਆਂ ਪਈਆਂ। BP ਇੰਨਾ ਲੋ ਹੋ ਜਾਂਦਾ ਭਈ ਗੱਲ ਹੀ ਛੱਡ ਦਿਓ 50 ਸਾਲ ਤੋਂ ਬਾਅਦ 'ਚ। ਔਰ ਜਿਹੜੀਆਂ ਨੀਲੀਆਂ ਬੇਨਸ ਨਹੀਂ ਜਿਹੜੀਆਂ, ਉਹ ਵੀ ਜਿੱਦਾਂ ਦਿਖਣ ਲੱਗ ਜਾਂਦੀ। ਅੱਛਾ। ਜਿੱਦਾਂ ਹਾਂਜੀ, ਹੈਗੀ ਮਾਂ ਵਾਲੀ ਸਾਈਡ ਤੋਂ, ਜਿੱਦਾਂ ਕਿ ਉਹ ਬਾਪੂ ਵਾਲੀ ਸਾਈਡ ਤੋਂ ਉਹਦੀ ਮਾਤਾ ਨੂੰ ਸੀਗੀ, ਤੇ ਫਿਰ ਉਹਦੇ ਨਾਨੇ ਨੂੰ, ਭਰਾ ਨੂੰ, ਗਾਂ ਉਹਨੂੰ ਵੀ ਆ। ਤੇ ਉਹ ਫਿਰ ਜਿੱਦਾਂ ਉਹਦੇ ਨਾਨੇ ਦੀਆਂ ਲੱਤਾਂ ਵੱਢਣ ਕਰਕੇ ਹੁਣ ਉਹਦੀ ਮਾਤਾ ਨੂੰ ਵੀ ਪ੍ਰੋਬਲਮ ਬਹੁਤ ਆ ਰਹੀ ਆ। ਉਹ ਵੀ ਜਿੱਦਾਂ ਬਲੱਡ ਜ਼ਿਆਦਾ ਲੋ ਹੁੰਦਾ ਜੀ, ਬਲੱਡ ਪ੍ਰੈਸ਼ਰ। ਠੀਕ ਹੈ। ਤੇ ਉਹ ਫਿਰ ਬਲਾਕੇਜ ਹੁੰਦੀ ਜਾਂ ਕੀ ਹੁੰਦਾ, ਵੀ ਕੋਈ ਦਵਾਈ ਹੈਗੀ ਆ ਦੇਸੀ ਬਣਾ ਕੇ ਤੇ ਮੈਂ ਆਪੇ ਦੇ ਦੂੰਗਾ, ਇਲਾਜ ਕੋਈ ਦੱਸ ਦੇ। ਚਲੋ ਵਿਚਾਰਾ ਦਾ ਸਾਰਾ ਟੱਬਰ ਹੀ ਵਿਚਾਰਾ ਪ੍ਰੋਬਲਮ 'ਚ। ਠੀਕ ਹੈ। ਠੀਕ ਹੈ ਭੈਣ ਜੀ। ਠੀਕ ਹੈ ਜੀ, ਆਪਾਂ ਪੁੱਛ ਲੈਂਦੇ। ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਭਲਾ ਕਰਨ ਵਾਲੇ ਵੀ, ਸੋ ਕੋਈ ਨਾ ਕੋਈ ਜ਼ਰੂਰ। ਤੇ ਇਸ ਤਰ੍ਹਾਂ ਹੈਗਾ ਵੀ ਤੁਸੀਂ ਜੇ ਕਿਸੇ ਤੋਂ ਅੱਜ ਨਹੀਂ ਦੱਸਿਆ ਗਿਆ ਤੇ ਨੈਕਸਟ ਵੀ ਦੱਸ ਸਕਦੇ ਹੈਗੇ ਆ। ਜਦੋਂ ਵੀ ਤੁਹਾਡਾ ਰੁਕ ਲੱਗਦਾ ਜ਼ਰੂਰ ਦੱਸ ਦਿਆ ਕਰੋ। ਜਦੋਂ ਤੁਸੀਂ ਐਤਵਾਰ ਰਾਤ ਨੂੰ ਵੇਲੇ ਫਿਰ ਮੇਰੇ ਖਿਆਲ ਦੇ ਵਿੱਚ ਤੁਸੀਂ ਕਾਲਸ ਕਰਦੇ ਆ, ਕਾਲਸ ਨਹੀਂ ਲਈਆਂ ਜਾਂਦੀਆਂ। ਸਾਡੇ ਲਾਸਟ ਕਾਲਰ ਨੇ ਗੁਰਪਾਲ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਮੈਂ ਅੱਗੇ ਦੱਸਿਆ ਮੋਰ ਦਾ ਪੰਚਾ ਦਾ, ਉਹਨੂੰ ਸਰੋਂ ਦੇ ਵਿੱਚ ਹਾਂਜੀ ਪਾ ਕੇ ਉਹਨੂੰ ਐਂ ਲਾਲ ਕਰ ਲੈਣਾ ਜੀ। ਠੀਕ ਹੈ ਜੀ। ਇਹ ਸ਼ਕਤੀਆ ਰਾਜ ਹੈ ਜੀ। ਠੀਕ ਹੈ ਜੀ। ਮੈਂ ਵਰਤਿਆ, ਮੇਰਾ ਕੰਮ ਬਹੁਤ ਡੁੱਲਦਾ ਹੁੰਦਾ ਸੀ। ਮੈਂ ਲੁਧਿਆਣੇ DMB ਵੈਨ ਦਾ ਹਸਪਤਾਲ ਕੀ ਹਸਪਤਾਲ ਘੁੰਮਿਆ, ਬਾਅਦ 'ਚ ਮੈਨੂੰ ਇੱਥੋਂ ਆਰਾਮ ਆਇਆ। ਠੀਕ ਹੈ ਜੀ। ਮੋਰ ਦੇ ਖੰਭ ਦਾ ਮਿਡਲ ਵਾਲਾ ਪਾਰਟ। ਨਹੀਂ ਜੀ, ਮੋਰ ਦਾ ਪੰਜਾ। ਅੱਛਾ, ਮੋਰ ਦਾ ਪੰਜਾ ਕਿੱਥੋਂ ਲੈਣਾ ਆ? ਉਹ ਮਿਲ ਜਾਂਦਾ ਜੀ ਉੱਥੇ, ਮਿਲ ਜਾਂਦਾ ਤੁਹਾਨੂੰ ਪਤਾ। ਠੀਕ ਹੈ ਜੀ। ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਹ ਪ੍ਰੋਗਰਾਮ ਤੁਸੀਂ YouTube ਦੇ ਉੱਤੇ ਵੀ ਸੁਣ ਸਕਦੇ ਹੈਗੇ ਆ, ਤੇ ਇਸ ਪ੍ਰੋਗਰਾਮ ਦਾ ਰਿਪੀਟ ਵੀ ਸੁਣ ਸਕਦੇ ਆ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।